ਆਮ ਗੱਲ ਇਹਨਾਂ ਸ਼ਲੋਕਾਂ ਬਾਰੇ ਇੱਕ ਪ੍ਰਚਲਿਤ ਰਹੀ ਹੈ। ਕਹਿੰਦੇ ਹੁੰਦੇ ਸੀ ਕਿ ਜੇ ਜ਼ਿਆਦਾ ਸਮਾਂ ਘਰ 'ਚ ਪਾਠ ਰਖਾਇਆ ਜਾਂਦਾ ਸੀ ਨਾ, ਤੇ ਬਹੁਤ ਵਾਰੀ ਆਪਾਂ ਕੰਮਾਂ ਕਾਰਾਂ 'ਚ ਲੱਗੇ ਰਹਿੰਦੇ, ਲੋਕ ਅਖੰਡ ਪਾਠ ਰਖਾਇਆ ਹੁੰਦਾ ਹੈ, ਪਰਿਵਾਰ ਵਾਲੇ ਕੰਮਾਂ ਕਾਰਾਂ 'ਚ ਲੱਗੇ ਹੋਏ ਹੈ, ਤੇ ਆਮ ਕਰਕੇ ਕਿਹਾ ਜਾਂਦਾ ਸੀ ਜ਼ਿਆਦਾ ਸਮਾਂ ਨਹੀਂ ਮਿਲਿਆ, ਤੇ ਜਦੋਂ ਸ਼ਲੋਕ ਸ਼ੁਰੂ ਹੋ ਜਾਂਦੇ ਸੀ ਕਹਿੰਦੇ ਹੁਣ ਆ ਕੇ ਬੈਠ ਕੇ ਸੁਣ ਲਓ। ਹੁਣ ਸ਼ਲੋਕ ਸ਼ੁਰੂ ਹੋ ਗਏ, ਤੇ ਗ੍ਰੰਥੀ ਸਿੰਘ ਵੀ ਅਨਾਉਂਸ ਕਰਦੇ ਹੁੰਦੇ ਸੀ ਭਾਈ ਹੁਣ ਸ਼ਲੋਕ ਸ਼ੁਰੂ ਹੋ ਗਏ ਹੈ, ਸਾਰਾ ਪਰਿਵਾਰ ਆ ਕੇ ਹੁਣ ਬੈਠ ਕੇ ਸੁਣੋ। ਇਹ ਗੱਲ ਐਵੇਂ ਪ੍ਰਚਲਿਤ ਨਹੀਂ ਸੀ ਹੈ। ਕਈ ਵਾਰੀ ਅਸੀਂ ਕਈ ਗੱਲਾਂ ਨੂੰ, ਮੈਂ ਨਹੀਂ ਕਹਿੰਦਾ ਕਿ ਸੁਣਨਾ ਨਹੀਂ ਚਾਹੀਦਾ, ਪਾਠ ਸੁਣਨਾ ਚਾਹੀਦਾ, ਪਰ ਜਿਹੜੀਆਂ ਇਹ ਗੱਲਾਂ ਪ੍ਰਚਲਿਤ ਸੀ ਨਾ, ਇਹਦੇ ਪਿੱਛੇ ਕੋਈ ਨਾ ਕੋਈ ਮਤਲਬ ਸੀ ਕਿ ਹੁਣ ਸ਼ਲੋਕ ਸ਼ੁਰੂ ਹੋ ਗਏ ਨੇ, ਕਿਉਂਕਿ ਇਹ ਸ਼ਲੋਕ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ। ਜਿੰਨੀ ਵਿਚਾਰਧਾਰਾ ਜੋ ਗੁਰੂ ਸਾਹਿਬ ਸਾਨੂੰ ਐਜੂਕੇਟ ਕਰਨਾ ਚਾਹੁੰਦੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇਹ 57 ਸ਼ਲੋਕਾਂ ਦੇ ਵਿੱਚ ਉਹਦਾ ਤੱਤ ਸਾਰ। ਤਾਂ ਕਹਿੰਦੇ ਹੁੰਦੇ ਸੀ ਵੀ ਜੇ ਬਾਣੀ ਪਹਿਲਾਂ ਨਹੀਂ ਸੁਣੀ ਕਿ ਪਾਠ ਰਖਾ ਕੇ ਸੁਣਨੀ ਚਾਹੀਦੀ ਵੈਸੇ, ਪਰ ਜੇ ਨਹੀਂ ਸੁਣੀ ਗਈ ਤਾਂ ਘੱਟੋ ਘੱਟ 57 ਸ਼ਲੋਕ ਤਾਂ ਸੁਣ ਲਓ, ਤਾਂ ਜੋ ਉਹ ਤੱਤ ਸਾਰ ਜੋ ਗੁਰਬਾਣੀ ਦਾ, ਗੁਰਮਤਿ ਦਾ ਸੰਦੇਸ਼ ਜਿਹੜਾ ਹੈਗਾ ਉਹਨੂੰ ਅਸੀਂ ਸਮਝ ਸਕੀਏ। ਤਾਂ ਅੱਜ ਬੇਸ਼ੱਕ ਦੇਖਣ ਨੂੰ ਸਿਲੇਬਸ ਬੜਾ ਥੋੜਾ ਜਿਹਾ ਲੱਗ ਰਿਹਾ ਕਿ 57 ਸ਼ਲੋਕ ਨੇ, ਬਹੁਤ ਥੋੜਾ ਸਿਲੇਬਸ ਹੈਗਾ ਕੁਇਜ਼ ਦਾ, ਪਰ ਇਹਦੇ ਵਿੱਚ ਜਿਹੜੀ ਜੀਵਨ ਦੀ ਫਿਲਾਸਫੀ ਲੁਕੀ ਹੋਈ ਹੈ ਉਹ ਬੜੀ ਵੱਡੀ ਹੈ। ਤਾਂ ਅੱਜ ਆਪਾਂ ਉਹ ਕਰਨੇ। ਸਭ ਤੋਂ ਪਹਿਲਾਂ ਮੈਂ ਨਿਯਮ ਜਿਹੜੇ 2-3 ਹੈਗੇ ਮੇਨ ਉਹ ਸਮਝਾ ਦਿਆਂ। ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਇੱਥੇ ਸਜੀਆਂ ਬੈਠੀਆਂ ਨੇ, ਮੈਂ ਬਹੁਤ ਧੰਨਵਾਦ ਕਰਦਾ। ਤੋ ਟੀਮਾਂ ਸਾਰੀਆਂ ਕੰਫਰਟੇਬਲ ਨੇ। ਮੈਂ ਰੂਲਸ ਪਹਿਲਾਂ ਬੋਲ ਦਿੰਦਾ, ਜਿਹੜੇ ਮੇਨ ਰੂਲਸ ਹੈਗੇ ਨੇ। 8 ਰਾਊਂਡ ਆਪਾਂ ਰੱਖੇ ਨੇ ਕੁਇਜ਼ ਦੇ, 8 ਰਾਊਂਡ ਹੋਣਗੇ। ਇਹਨਾਂ 8 ਰਾਊਂਡਸ ਦੇ ਵਿੱਚੋਂ 3 ਰਾਊਂਡ ਹੋਣਗੇ ਜਿਹੜੇ ਪਾਸ ਰਾਊਂਡ ਹੋਣਗੇ। ਮੈਂ ਪਹਿਲਾਂ ਦੱਸ ਦਿਆਂਗਾ ਕਿਹੜਾ ਰਾਊਂਡ ਪਾਸ ਰਾਊਂਡ ਹੈ। 3 ਰਾਊਂਡ ਹੋਣਗੇ ਜਿਹੜੇ ਪਾਸ ਨਹੀਂ ਕੀਤੇ ਜਾਣਗੇ, ਤੇ 2 ਰਾਊਂਡ ਹੋਣਗੇ ਜਿਹੜੇ ਬਜ਼ਰ ਰਾਊਂਡ ਹੋਣਗੇ। ਤੁਹਾਡੇ ਕੋਲ ਬਜ਼ਰ ਪ੍ਰੈਸ ਕਰਨ ਦੇ ਲਈ ਤੁਹਾਡੇ ਕੋਲ ਉਹ ਬਟਨ ਹੈ, ਸਵਿਚ ਹੈ ਤੁਹਾਡੇ ਕੋਲ, ਠੀਕ ਹੈ, ਮੈਂ ਚੈੱਕ ਕਰਵਾ ਦਿਆਂਗਾ ਤੁਹਾਨੂੰ। ਤਾਂ ਟੋਟਲ 8 ਰਾਊਂਡ ਹੋਣਗੇ। ਜਿਹੜਾ ਤੇ ਪਾਸ ਹੋਏਗਾ, ਵੈਸੇ ਨਾਰਮਲ ਜਿਹੜਾ ਹੈਗਾ ਉਹ 2 ਅੰਕ ਮਿਲਣਗੇ ਠੀਕ ਜਵਾਬ ਦੇ। ਜਿਹੜਾ ਪਾਸ ਦੇ ਵਿੱਚ ਕੁਐਸਚਨ ਜਾਏਗਾ, ਜਵਾਬ ਆਏਗਾ, ਉਹਦਾ 1 ਅੰਕ ਹੋਏਗਾ। ਬਜ਼ਰ ਦੇ ਵਿੱਚ ਠੀਕ ਦੇ 2 ਅੰਕ, ਪਰ ਜੇ ਬਜ਼ਰ ਦੇ ਵਿੱਚ ਗਲਤ ਆਨਸਰ ਆਉਂਦਾ ਤਾਂ ਫਿਰ -2 ਹੋਣਗੇ ਉਹਦੇ ਵਿੱਚ। ਬਜ਼ਰ ਦੇ ਵਿੱਚ ਇਹ ਚੇਂਜ ਹੈ, ਇਹਨੂੰ ਧਿਆਨ ਰੱਖਣਾ ਹੈ। ਬੜਾ ਇੰਟੈਲੀਜੈਂਟ ਤਰੀਕੇ ਦੇ ਨਾਲ, ਸਮਾਰਟ ਤਰੀਕੇ ਦੇ ਨਾਲ ਇਸ ਗੇਮ ਨੂੰ ਖੇਡਣਾ ਹੈ। ਸਿਰਫ 2 ਰਾਊਂਡ ਹੀ ਐਸੇ ਨੇ ਜਿੱਥੇ ਗਲਤ ਜਵਾਬ ਦੇਣ ਦੇ -2 ਅੰਕ ਵੀ ਹੋ ਜਾਣਗੇ। 2 ਬਜ਼ਰ ਰਾਊਂਡ ਹੋਣਗੇ। 15 ਸਕਿੰਟ ਸਮਾਂ ਹੋਏਗਾ ਪਾਸ ਤੇ ਨੋਟ, ਜਿਹੜੇ ਪਾਸ ਨਹੀਂ ਕੀਤੇ ਜਾਂਦੇ ਰਾਊਂਡ, ਆਪਣੇ ਹਿੱਸੇ ਦਾ ਜਿਹੜਾ ਜਵਾਬ ਦੇਣਾ ਤੁਸੀਂ, ਉਹ 15 ਸੈਕਿੰਡ ਸਮਾਂ ਹੋਏਗਾ ਤੁਹਾਨੂੰ ਸੋਚਣ ਲਈ। ਪਰ ਜੇ ਤੁਸੀਂ 5 ਸੈਕਿੰਡ ਬਾਅਦ ਜਾਂ 2 ਸੈਕਿੰਡ ਬਾਅਦ ਜਵਾਬ ਦੇ ਦਿੰਦੇ ਹੋ, ਫਿਰ ਇਹ ਨਹੀਂ ਹੈ ਕਿ ਤੁਸੀਂ 15 ਸੈਕਿੰਡ ਤੁੱਕੇ ਲਾਉਣੇ ਨੇ ਅੱਗੇ। ਜੋ ਇੱਕ ਵਾਰੀ ਜਵਾਬ ਆ ਗਿਆ, ਸਮਾਂ ਖਤਮ ਹੈ। ਮੈਕਸਿਮਮ ਟਾਈਮ 15 ਸੈਕਿੰਡ ਹੋਏਗਾ ਜਵਾਬ ਦੇਣ ਦੇ ਲਈ, ਪਰ ਪਾਸ ਦੇ ਵਿੱਚ ਕੋਈ ਸਮਾਂ ਨਹੀਂ ਹੈ। ਜਿਹੜਾ ਕੁਐਸਚਨ ਪਾਸ ਹੋਏਗਾ ਉਹਨਾਂ ਟੀਮਾਂ ਲਈ ਕੋਈ ਸਮਾਂ ਨਹੀਂ ਹੋਏਗਾ, ਇਮੀਡੀਏਟਲੀ ਹੀ ਜਵਾਬ ਉਹਨਾਂ ਨੂੰ ਦੇਣਾ ਪਏਗਾ। ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜੇ ਲਾਸਟ ਵਿੱਚ ਕੋਈ 2 ਟੀਮਾਂ ਜਾਂ 3 ਟੀਮਾਂ ਬਰਾਬਰ ਰਹਿ ਜਾਂਦੀਆਂ ਫਸਟ, ਸੈਕੰਡ, ਥਰਡ ਦੇ ਵਿੱਚ, ਡਿਸਾਈਡ ਕਰਨ 'ਚ ਕਿਤੇ ਪ੍ਰੋਬਲਮ ਆ ਰਹੀ ਹੈ, ਫਸਟ ਪਲੇਸ ਦੇ ਲਈ, ਫਸਟ ਸੈਕੰਡ ਲਈ ਵੀ ਕੋਈ ਪ੍ਰੋਬਲਮ ਆ ਸਕਦੀ ਹੈ, ਸੈਕੰਡ ਥਰਡ ਲਈ ਵੀ ਆ ਸਕਦੀ ਹੈ। ਤਾਂ ਜਿਹੜੀਆਂ 2 ਟੀਮਾਂ ਟਾਈ ਹੋਣਗੀਆਂ, ਅਸੀਂ ਸਿਰਫ ਉਹਨਾਂ ਦੇ ਵਿੱਚ ਹੀ ਜਿਹੜਾ ਹੈਗਾ ਸਵਾਲ, ਵਾਧੂ ਸਵਾਲ ਪੁੱਛਾਂਗੇ ਤੇ ਡਿਸੀਜਨ ਲਵਾਂਗੇ ਕਿਹੜੀ ਟੀਮ ਕਿਸ ਪੋਜੀਸ਼ਨ ਦੇ ਉੱਪਰ ਆਈ। ਸਾਰਾ ਕੰਪਲੀਟ ਰਾਊਂਡ ਨਹੀਂ ਲੱਗਣਗੇ ਉੱਥੇ। ਕਿਸੇ ਦਾ ਕੋਈ ਡਾਊਟ ਹੈਗਾ ਟੀਮਾਂ ਦੇ ਵਿੱਚੋਂ ਤਾਂ ਕਾਈਂਡਲੀ ਮੇਰੇ ਨਾਲ ਸ਼ੇਅਰ ਕਰ ਲਓ। ਕੋਈ ਡਾਊਟ, ਕਿਸੇ ਨੂੰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਆਨਸਰ ਕਰ ਦਿੰਦਾ, ਠੀਕ ਹੈ। ਮਾਈਕ ਤੁਸੀਂ ਪਹਿਲਾਂ ਚੈੱਕ ਕਰੋ ਕਿ ਮਾਈਕ ਤੁਹਾਡਾ ਆਨ ਹੈ। ਇਹ ਟੀਮ ਤੋਂ ਲੈ ਕੇ ਆਪਣੇ ਲਗਾ ਤਾਂ ਆਪਣੇ ਆਪ ਚੈੱਕ ਕਰ ਲਓ ਸਾਰੇ। ਮਾਈਕ ਆਨ ਹੈ ਸਾਰਿਆਂ ਦੇ ਜੀ। ਹੁਣ ਮੈਂ ਇੱਕ ਵਾਰ ਤੁਹਾਨੂੰ ਬਜ਼ਰ ਚੈੱਕ ਕਰਵਾ ਦੇਣਾ ਚਾਹੁੰਦਾ। ਇਹ ਟੀਮ ਪਹਿਲਾਂ ਬਜ਼ਰ ਪ੍ਰੈਸ ਕਰਿਓ, ਪ੍ਰੈਸ ਕਰ ਦਿਓ, ਉੱਤੇ ਹੱਥ ਰੱਖ ਕੇ ਪ੍ਰੈਸ ਕਰਨਾ, ਜ਼ੋਰ ਨਾਲ ਕਰਨਾ ਥੋੜਾ। ਇਹ ਦੇਖੋ, ਇਹ ਤੁਹਾਡੇ ਕੋਲ ਫੜਿਆ ਹੋਇਆ, ਦੇਖੋ ਇਧਰ ਪਲੀਜ਼। ਇੱਕ ਬੀ ਦਾ ਬੀ ਕਰਿਓ, ਪਾਵਰ ਹਿੱਲੀ ਹੋਣੀ, ਦੇਖੋ। 1 ਮਿੰਟ ਰੁਕੋ ਜੀ, ਬਸ ਹੁਣ ਚੱਲਦਾ। ਤੁਸੀਂ ਕੀਤਾ ਸੀ ਪ੍ਰੈਸ, ਤੁਹਾਡਾ ਆਨ ਹੈ, ਤੁਸੀਂ ਕਰੋ। ਚੰਗੀ ਤਰ੍ਹਾਂ ਕਰੋ, ਬਸ ਥੋੜਾ ਨੱਪੋ ਨਾ, ਉਂਗਲ ਹਥੇਲੀ ਨਾਲ ਨੱਪੋ। ਤੁਸੀਂ ਕਰੋ, ਨਹੀਂ ਕੁਝ ਹੋ ਰਿਹਾ, ਨਹੀਂ ਹੁੰਦੀ, ਤੁਸੀਂ ਕਰੋ। ਤੁਹਾਡਾ ਚੱਲ ਰਿਹਾ, ਤੁਹਾਡਾ ਵੀ ਚੱਲ ਰਿਹਾ, ਤੁਸੀਂ ਕਰੋ। ਪ੍ਰੈਸ ਹੋ ਰਿਹਾ, ਓਕੇ, ਕੋਈ ਨਹੀਂ ਜੀ। ਜੇ ਇਹਦੀ ਕੋਈ ਪ੍ਰੋਬਲਮ ਹੋਈ ਤਾਂ ਅਸੀਂ ਪਾਸ ਇਹਨੂੰ ਜਨਰਲ ਰਾਊਂਡ ਦੇ ਵਿੱਚ ਕਨਵਰਟ ਕਰ ਦਿਆਂਗੇ, ਠੀਕ ਹੈ। ਨਹੀਂ ਰਹਿੰਦੇ, ਓਕੇ ਜੀ। ਰੈਡੀ ਹੋ ਸਾਰੇ ਜੀ? ਮੈਂ ਫਸਟ ਰਾਊਂਡ ਸ਼ੁਰੂ ਕਰਨ ਲੱਗਿਆ, ਠੀਕ ਹੈ। ਫਸਟ ਰਾਊਂਡ ਦੇ ਵਿੱਚ ਸਭ ਤੋਂ ਪਹਿਲਾ ਸਵਾਲ, ਇਹ ਪਾਸ ਨਹੀਂ ਹੋਏਗਾ, ਪਹਿਲਾ ਰਾਊਂਡ ਪਾਸ ਨਹੀਂ ਹੋਣਾ ਹੈ। ਏ ਟੀਮ ਦਾ ਸਵਾਲ ਹੈ
ਆਪਾਂ ਕਿਸੇ ਕੰਮ 'ਚ ਬਹੁਤ ਮਿਹਨਤ ਕਰੀਏ ਪਰ ਮਿਹਨਤ ਸਫਲ ਨਾ ਹੋਵੇ, ਬੇਕਾਰ ਚਲੀ ਜਾਵੇ, ਆਪਾਂ ਨੂੰ ਬੜਾ ਫੀਲ ਹੁੰਦਾ ਹੈ। ਜਾਂ ਪਰ ਉਹ ਕੋਈ ਸਮਾਂ ਵੇਸਟ ਚਲਾ ਜਾਵੇ, ਕੋਈ ਮਹੀਨਾ ਸਾਲ ਵੇਸਟ ਹੋ ਜਾਏ, ਆਪਾਂ ਨੂੰ ਕਿੰਨਾ ਫੀਲ ਹੁੰਦਾ ਹੈ। ਤੇ ਜੇ ਕਿਸੇ ਦਾ ਜਨਮ ਹੀ ਬੇਕਾਰ ਚਲਾ ਜਾਵੇ, ਮਹੀਨਾ ਬੇਕਾਰ ਚਲਾ ਜਾਵੇ, ਸਾਲ ਬੇਕਾਰ ਜਾਵੇ ਤਾਂ ਆਪਾਂ ਨੂੰ ਬੜਾ ਫੀਲ ਹੁੰਦਾ ਹੈ। ਪਰ ਜੇ ਕਿਸੇ ਦਾ ਜਨਮ ਹੀ ਬੇਕਾਰ ਚਲਾ ਜਾਵੇ ਤਾਂ ਫਿਰ ਕਿੰਨੀ ਉਹ ਮਤਲਬ ਸੋਚਣ ਵਾਲੀ ਗੱਲ ਹੈ। ਸਵਾਲ ਤੁਹਾਡਾ ਇਹ ਹੈ ਵੀ ਇਹਨਾਂ 57 ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਵੀ ਤੇਰਾ ਤਾਂ ਜਨਮ ਹੀ ਬੇਕਾਰ ਜਾ ਰਿਹਾ ਹੈ। ਕਿੰਨਾ ਦਾ ਜਨਮ ਬੇਕਾਰ ਚਲਾ ਜਾਂਦਾ ਹੈ, ਇਹ ਤੁਸੀਂ ਜਵਾਬ ਦੇਣਾ ਸ਼ਲੋਕਾਂ ਦੇ ਵਿੱਚੋਂ। ਕਿੰਨਾ ਦਾ ਜਨਮ ਬੇਕਾਰ ਚਲਾ ਜਾਂਦਾ ਹੈ? ਗੁਣ ਗੋਬਿੰਦ ਗਾਇਆ ਨਹੀਂ ਜਨ ਅਕਾਲ ਦੀ ਅਗਰਾਂ ਭਾਸ਼ਾ ਨੂੰ ਇਹ ਬਿਨ ਜਨਮ। ਬਿਲਕੁਲ ਠੀਕ ਹੈ ਜੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਕਹਿੰਦੇ ਤੂੰ ਤਾਂ ਫਿਕਰ ਕਰਦਾ ਹੈ ਤੇਰਾ ਘੰਟਾ ਮਹੀਨਾ ਬੇਕਾਰ ਜਾ ਰਿਹਾ, ਪਰ ਤੇਰਾ ਤਾਂ ਜਨਮ ਹੀ ਬੇਕਾਰ ਜਾ ਰਿਹਾ ਹੈ। ਤੇ ਜਨਮ ਬੇਕਾਰ ਕਿਉਂ ਜਾ ਰਿਹਾ? ਕਿਉਂਕਿ ਤੂੰ ਪ੍ਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ, ਇਸ ਕਰਕੇ ਤੇਰਾ ਜਨਮ ਬੇਕਾਰ ਜਾ ਰਿਹਾ ਹੈ। ਤੇ ਇਹਦੇ ਬਾਰੇ ਸਮਝ। 2 ਅੰਕ A ਟੀਮ ਦੇ। B ਟੀਮ ਦਾ ਸਵਾਲ ਇਹਦੇ ਨਾਲ ਜੁੜਦਾ ਸਵਾਲ ਹੈ। ਹੁਣ ਇਹ ਤਾਂ ਕਹਿਤਾ ਵੀ ਗੁਣ ਗੋਬਿੰਦ ਗਾਇਓ ਨਹੀਂ। ਹੁਣ ਇੱਕ ਥਾਂ ਤੇ ਕਹਿੰਦੇ ਵੀ ਰੱਬ ਦੇ ਗੁਣ ਕਿਵੇਂ ਗਾਏ ਜਾਣ। ਉਹ ਗਾਉਣ ਦਾ ਜੁਗਤ ਸਮਝਾਉਣ ਦੇ ਲਈ ਵੀ ਕਿਵੇਂ ਗਾਉਣੇ ਹੈ, ਗਾਉਣ ਦਾ ਮਤਲਬ ਕੀ ਹੈ, ਉਹ ਜੁਗਤ ਸਮਝਾਉਣ ਦੇ ਲਈ ਇੱਕ ਉਦਾਹਰਨ ਦਿੱਤੀ ਹੈ ਸ਼ਲੋਕਾਂ ਦੇ ਵਿੱਚ ਵੀ ਐਂ ਗਾਉਣੇ ਹੈ। ਉਹ ਉਦਾਹਰਨ ਕੀ ਹੈ? ਐਗਜ਼ਾਮਪਲ ਦਿੱਤੀ ਨਾਲ ਗੁਰੂ ਸਾਹਿਬ ਨੇ ਕਿਵੇਂ ਗਾਉਣੇ। ਸਮਾਂ ਪੂਰਾ ਹੋ ਗਿਆ, ਪਾਸ ਨਹੀਂ ਹੈ ਜੀ। ਮੈਂ ਤਾਂ ਜਵਾਬ ਦੇ ਦਿੰਦਾ ਜਿਹੜਾ ਸ਼ਲੋਕ ਇਹਨਾਂ ਨੇ ਬੋਲਿਆ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ, ਨੈਕਸਟ ਲਾਈਨ ਦੇ ਉੱਤੇ ਜਵਾਬ ਸੀਗਾ ਉਹ ਕੀ ਸੀਗਾ? ਕਹੋ ਨਾਨਕ ਹਰ ਭਜ ਮਨਾ ਕਿਵੇਂ ਜਹ ਬਿਦ ਜਲ ਕੋ ਮੀਨ। ਜਿਵੇਂ ਮੱਛੀ ਤੇ ਪਾਣੀ ਦਾ ਸੰਬੰਧ ਹੁੰਦਾ ਨਾ ਆਪਸ 'ਚ, ਮੱਛੀ ਕਦੇ ਸੋਚ ਹੀ ਨਹੀਂ ਸਕਦੀ ਵੀ ਮੈਂ ਪਾਣੀ ਤੋਂ ਬਾਹਰ ਨਿਕਲ ਸਕਾਂ ਜਾਂ ਮੈਂ ਪਾਣੀ 'ਚ ਰਹਿ ਕੇ ਅੱਕ ਗਈ ਹੈ ਜਾਂ ਕੁਝ ਸਮਾਂ ਮੈਂ ਬਾਹਰ ਰਹਿ ਲਾਂ, ਇਹ ਪੋਸੀਬਲ ਹੀ ਨਹੀਂ ਹੈ। ਸੋ ਜਿਵੇਂ ਮੱਛੀ ਤੇ ਪਾਣੀ ਦਾ ਸੰਬੰਧ ਹੈ, ਆਈ ਕਹਿੰਦੇ ਤੂੰ ਪ੍ਰਮਾਤਮਾ ਨੂੰ ਯਾਦ ਕਰਨਾ ਹੈ। 1 ਸੈਕਿੰਡ ਲਈ ਵੀ ਪ੍ਰਮਾਤਮਾ ਤੇਰੇ ਚੇਤਿਆਂ ਦੇ ਵਿੱਚੋਂ ਵਿਸਰਨਾ ਨਹੀਂ ਚਾਹੀਦਾ। ਇਹਨੂੰ ਕਹਿੰਦੇ ਸੁਰਤ ਦੇ ਨਾਲ ਯਾਦ ਰੱਖਣਾ। ਕੰਮਕਾਰ ਵੀ ਕਰਨੇ ਸਾਰੇ, ਇਹ ਨਹੀਂ ਕੰਮ ਛੱਡਦੇ ਨੇ ਕੋਈ। ਕੰਮ ਕਰਦਿਆਂ ਕਰਦਿਆਂ ਰੱਬ ਨੂੰ ਯਾਦ ਰੱਖਣਾ, ਜਿਹਨੂੰ ਅਸੀਂ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਰੱਬ ਨਾਲ ਜੁੜਿਆ ਹੋਵੇ ਪਰ ਕੰਮਕਾਰ ਸਾਰੇ ਕਰਨੇ ਨੇ। ਇਹ ਨਹੀਂ ਕੰਮਕਾਰ ਛੱਡਦੇ ਨੇ, ਕਿਰਤ ਕਰਨੀ ਛੱਡ ਦੇਣੀ ਹੈ ਅਸੀਂ। ਸੋ ਇਹ ਗਾਉਣ ਦਾ ਜੁਗਤ ਸਮਝਾਈ ਹੈ ਮੱਛੀ ਤੇ ਪਾਣੀ ਦੀ ਐਗਜ਼ਾਮਪਲ ਦੇ ਕੇ। ਇਦਾਂ ਦਾ ਸੰਬੰਧ ਪ੍ਰਮਾਤਮਾ ਨਾਲ ਹੋਣਾ ਚਾਹੀਦਾ ਹੈ। C ਟੀਮ ਦਾ ਸਵਾਲ। ਬਹੁਤ ਸਾਰੇ ਕੰਮ ਰਾਜ ਇਹੋ ਜਿਹੇ ਹੁੰਦੇ ਆ ਜਿੱਥੇ ਜਿਹੜਾ ਕੰਮ ਕਰਦੇ ਆ ਨਾ ਆਪਣਾ ਮਨ ਲੱਗ ਜਾਂਦਾ। ਆਪਾਂ ਕਹਿੰਦੇ ਮਨ ਰਚ ਗਿਆ ਸਾਡਾ, ਕਿਸੇ ਚੀਜ਼ ਨਾਲ ਰਚ ਗਿਆ ਮਨ। ਪਰ ਬਹੁਤ ਕੰਮ ਇਹੋ ਜਿਹੇ ਵੀ ਹੁੰਦੇ ਆ ਜਿੱਥੇ ਉਹ ਕਹਿੰਦੇ ਵੀ ਥੋੜਾ ਜਿਹਾ ਟਾਈਮ ਵੀ ਲਾ ਲਈ, ਆਪਾਂ ਕਹਿੰਦੇ ਬੋਰ ਹੋ ਗਏ ਆ, ਇਹ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ। ਕਈ ਕੰਮਾਂ 'ਚ ਮਨ ਰਚਦਾ ਹੈ, ਕਈ ਕੰਮਾਂ ਦੇ ਵਿੱਚ ਮਨ ਸਾਡਾ ਨਹੀਂ ਰਚਦਾ। ਹੁਣ ਗੁਰੂ ਸਾਹਿਬ ਇਹਨਾਂ ਸ਼ਲੋਕਾਂ 'ਚ ਇੱਕ ਥਾਂ ਤੇ ਕਹਿੰਦੇ ਤੂੰ ਤਾਂ ਇੰਨਾ ਰਚ ਗਿਆ ਹੈ, ਇੰਨਾ ਜ਼ਿਆਦਾ ਰਚ ਗਿਆ ਹੈ ਕਿ ਇੱਕ ਪਲ ਦੇ ਲਈ ਵੀ ਤੂੰ ਉਦਾਸ ਨਹੀਂ ਹੁੰਦਾ। ਕਿਸ ਚੀਜ਼ ਨਾਲ ਰਚ ਗਿਆ ਉਹ ਬੰਦਾ, ਕਿਸ ਚੀਜ਼ ਨਾਲ ਰਚ ਗਿਆ? ਮੈਂ ਜਵਾਬ ਤੁਹਾਡਾ ਠੀਕ ਮੰਨ ਲਾਂਗਾ, ਥੋੜਾ ਜਿਹਾ ਹੋਰ ਕਲੀਅਰ ਕਰਦੇ। ਬਿਲਕੁਲ ਠੀਕ ਹੈ ਜਵਾਬ ਤੁਹਾਡਾ। ਇਹਦੇ ਸ਼ਲੋਕ ਕੋਟ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ, ਜੇ ਕਰ ਸਕੋ ਤਾਂ ਬਹੁਤ ਵਧੀਆ। ਜਵਾਬ ਤੁਹਾਡਾ ਬਿਲਕੁਲ ਠੀਕ ਹੈ। ਬਿਲਕੁਲ ਮੈਂ ਜਵਾਬ ਠੀਕ ਮੰਨਦਾ ਜੀ। 2 ਅੰਕ ਇਹਨਾਂ ਨੂੰ ਦੇ ਦਿਓ। ਸ਼ਲੋਕ ਹੈਗਾ ਵਿਖਿਅਨ ਸਿਓ। ਵਿਖਿਅਨ ਦਾ ਮਤਲਬ ਹੁੰਦਾ ਵਿਸ਼ੇ ਵਿਕਾਰ। ਵਿਖਿਅਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਤੂੰ ਇੰਨਾ ਜ਼ਿਆਦਾ ਰਚ ਗਿਆ, ਤੂੰ ਆਪਣਾ ਮਨ ਇੰਨਾ ਜ਼ਿਆਦਾ ਵਿਸ਼ੇ ਵਿਕਾਰਾਂ ਦੇ ਨਾਲ ਲਾ ਲਿਆ ਕਿ ਤੂੰ ਗਲਤ ਕੰਮ ਕਰਦਿਆਂ ਇੱਕ ਪਲ ਦੇ ਲਈ ਵੀ ਉਦਾਸ ਨਹੀਂ ਹੁੰਦਾ। ਮਤਲਬ ਇਹ ਕਿ ਜਿਹੜੀ ਮੱਛੀ ਤੇ ਪਾਣੀ ਵਾਲਾ ਪਿਆਰ ਪਰਮਾਤਮਾ ਨਾਲ ਹੋਣਾ ਚਾਹੀਦਾ ਸੀ, ਉਹ ਮੱਛੀ ਤੇ ਪਾਣੀ ਵਾਲਾ ਪਿਆਰ ਤੇ ਅਸੀਂ ਬਣਾਇਆ ਹੈ, ਪਰ ਬਣਾਇਆ ਕਿਹਦੇ ਨਾਲ ਹੈ? ਵਿਖਿਅਨ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ ਸਾਡਾ ਪਿਆਰ ਬਣ ਗਿਆ। ਰਚ ਉੱਥੇ ਗਿਆ ਮਨ। ਰਚਨਾ ਕਿੱਥੇ ਚਾਹੀਦਾ ਸੀ ਉੱਥੇ ਨਹੀਂ ਰਚਿਆ, ਪਰ ਰਚ ਕਿੱਥੇ ਗਿਆ? ਵਿਸ਼ੇ ਵਿਕਾਰਾਂ ਦੇ ਨਾਲ, ਵਿਖਿਅਨ ਦੇ ਨਾਲ ਰਚ ਗਿਆ। ਜਿਵੇਂ ਦੇਖੋ ਨਾ ਤੋਤਾ ਹੈ, ਪਿੰਜਰੇ ਦੇ ਨਾਲ ਰਚ ਜਾਂਦਾ ਹੈ, ਉਹਦਾ ਪਿਆਰ ਪਿੰਜਰੇ ਨਾਲ ਬਣ ਜਾਂਦਾ, ਉੱਥੋਂ ਨਿਕਲਣ ਦੀ ਉਹ ਸੋਚ ਨਹੀਂ ਸਕਦਾ। ਠੀਕ ਹੈ ਜੀ। D ਟੀਮ ਦਾ ਸਵਾਲ। ਮੈਂ ਫਿਰ ਕਹਿੰਦਾ ਕਿ ਥੋੜੇ ਜਿਹੇ ਆਨਸਰ ਸਪੈਸੀਫਾਈ ਕਰਨੇ ਪੈਣਗੇ ਤੁਹਾਨੂੰ, ਅਦਰਵਾਈਜ਼ ਤੇ ਜਿੰਨੇ 57 ਸ਼ਲੋਕ ਨੇ ਉਹਨਾਂ ਦਾ ਇੱਕੋ ਹੀ ਜਵਾਬ ਹੈ। 57 ਦੇ 57 ਸ਼ਲੋਕ ਦਾ ਜੇ ਅਸੀਂ ਜਵਾਬ ਦੇਣਾ ਹੋਵੇ, ਕੁਐਸਚਨ ਪੁੱਛਾਂ ਤਾਂ ਇੱਕੋ ਹੀ ਜਵਾਬ ਬਣਦਾ ਉਹਨਾਂ ਦਾ।
ਥੋੜਾ ਜਿਹਾ ਸਪੈਸੀਫਾਈ ਕਰਿਓ ਕਿ ਕਿਸ ਸ਼ਲੋਕ ਦੇ ਵਿੱਚੋਂ ਇਹ ਜਿਹੜੀ ਗੱਲ ਲਿਖੀ ਗਈ ਹੈ। ਠੀਕ ਹੈ, ਹੁਣ ਤੁਹਾਡਾ ਸਵਾਲ ਹੈ, ਅੱਜ ਆਪਣੇ ਆਲੇ ਦੁਆਲੇ 'ਚ ਨਜ਼ਰ ਮਾਰ ਕੇ ਦੇਖੀਏ ਆਪਾਂ ਤੇ ਬਹੁਤ ਸਾਰਾ ਇਦਾਂ ਲੱਗਦਾ ਹੈ ਵੀ ਜਿਵੇਂ ਨਾ ਅੱਜ ਬੰਦੇ ਦਾ ਜੀਵਨ ਰੋਣਾ ਧੋਣਾ ਜਿਹਾ ਬਣ ਗਿਆ ਹੈ ਹਨਾ। ਹਰ ਬੰਦਾ ਰੋਈ ਜਾਂਦਾ ਹੈ, ਬਸ ਹੀ ਟਾਈਮ ਪਾਸ ਹੋਈ ਜਾਂਦਾ ਹੈ, ਇਦਾਂ ਹੀ ਜੀਵਨ ਚੱਲ ਰਿਹਾ, ਰੋਣਾ ਧੋਣਾ ਬਣ ਗਿਆ ਹੈ। ਸਵਾਲ ਡੀ ਟੀਮ ਦਾ ਇਹ ਹੈ ਕਿ ਜੀਵਨ ਰੋਣਾ ਧੋਣਾ ਕਿਉਂ ਬਣ ਗਿਆ ਅੱਜ ਬੰਦੇ ਦਾ? ਕਿਉਂ ਅੱਜ ਖੁਸ਼ੀ ਤੇ ਆਨੰਦ ਨਹੀਂ ਜੀਵਨ ਦੇ ਵਿੱਚ? ਮੇਰੇ ਸਵਾਲ ਦੇ ਵਿੱਚ ਜਵਾਬ ਵੀ ਲੁਕਿਆ ਹੁੰਦਾ ਹੈ, ਸਵਾਲ ਦੇ ਵਿੱਚ ਜਵਾਬ ਹੁੰਦਾ ਹੈ। ਰਿਪੀਟ ਕਰ ਦੇਣਾ, ਸਮਾਂ ਤੁਹਾਡਾ। ਹੁਣ ਜੀਵਨ ਰੋਣਾ ਧੋਣਾ ਕਿਉਂ ਬਣ ਗਿਆ ਅੱਜ ਬੰਦੇ ਦਾ? ਆਨੰਦ ਕਿਉਂ ਨਹੀਂ ਹੈ ਜੀਵਨ ਦੇ ਵਿੱਚ? ਖੁਸ਼ੀ ਕਿਉਂ ਨਹੀਂ? ਮੈਂ ਤਾਂ ਕਿਹਾ ਇਹ ਆਨਸਰ ਤੇ ਸਾਰੇ ਸ਼ਲੋਕਾਂ ਦਾ ਹੀ ਬਣ ਜਾਣਾ ਹੈ, ਤੁਹਾਨੂੰ ਸਪੈਸੀਫਾਈ ਕਰਨਾ ਪਏਗਾ। ਸਮਾਂ ਤੁਹਾਡਾ ਪੂਰਾ ਹੋ ਗਿਆ, ਹੁਣ ਮੈਂ ਦੱਸ ਦਿੰਦਾ, ਕੋਈ ਨਹੀਂ। ਉਹ ਸ਼ਲੋਕ ਹੈਗਾ ਗੁਰੂ ਸਾਹਿਬ ਦਾ, ਕਹਿੰਦੇ ਕਰਨੋ ਹੁਤੋ, ਜੋ ਕਰਨਾ ਸੀ, ਕਰਨੋ ਹੁਤੋ ਸੋ ਨਾ ਕੀਓ, ਉਹ ਤਾਂ ਤੂੰ ਕੀਤਾ ਹੀ ਨਹੀਂ। ਜਿਹੜਾ ਕੰਮ ਕਰਨ ਲਈ ਤੂੰ ਇੱਥੇ ਆਇਆ ਸੀ ਉਹ ਤੂੰ ਨਹੀਂ ਕੀਤਾ। ਕਰਨੋ ਹੁਤੋ ਸੋ ਨਾ ਕੀਓ, ਕਿਉਂ ਨਹੀਂ ਕੀਤਾ? ਕਹਿੰਦੇ ਪਰਿਓ ਲੋਭ ਕੈ ਫੰਦ। ਫਿਰ ਕੀ ਕਹਿੰਦੇ? ਕਹਿੰਦੇ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਹੁਣ ਤਾਂ ਸਮਾਂ ਲੰਘ ਗਿਆ, ਹੁਣ ਕਿਉਂ ਰੋਂਦਾ ਪਿੱਟਦਾ ਫਿਰਦਾ? ਦੇਖੋ ਨਾ, ਪੇਪਰ ਦੇਣ ਜਾਓ 3 ਘੰਟੇ ਦਾ, ਪੇਪਰ ਦਾ ਸਮਾਂ ਪੂਰਾ ਹੋ ਜੇ ਤਾਂ ਸਵਾਲ 2 ਹੀ ਹੋਏ ਹੋਣ 5 ਚੋਂ, ਤੇ ਫਿਰ ਰੋਣਾ ਤਾਂ ਆਉਂਦਾ ਹੀ ਹੈ ਨਾ। ਜ਼ਿੰਦਗੀ ਦਾ ਵੀ ਸਮਾਂ ਮਿਲਿਆ, ਇੱਥੇ ਵੀ ਕੁਐਸਚਨ ਪੇਪਰ ਇੱਕ ਮਿਲਿਆ ਹੋਇਆ, ਅਸਾਈਨਮੈਂਟ ਕੋਈ ਮਿਲੀ ਹੋਈ ਹੈ, ਤੇ ਜੇ ਉਹ ਅਸਾਈਨਮੈਂਟ ਪੂਰੀ ਜਿਹੜੇ ਅੱਜ ਰੋਂਦੇ ਧੋਂਦੇ ਜੀਵਨ ਕੱਢ ਰਹੇ ਹੈ ਨਾ, ਰੋਣਾ ਧੋਣਾ ਜੀਵਨ ਜਿਨ੍ਹਾਂ ਦਾ ਬਣਿਆ ਹੋਇਆ, ਇਹਦਾ ਮਤਲਬ ਉਹਨਾਂ ਦਾ ਉਹ ਅਸਾਈਨਮੈਂਟ ਪੂਰੀ ਨਹੀਂ ਕੀਤੀ। ਜਿਹੜਾ ਕੰਮ ਕਰਨ ਲਈ ਪ੍ਰਮਾਤਮਾ ਨੇ ਭੇਜਿਆ ਸੀ ਉਹ ਨਹੀਂ ਕੀਤਾ ਪੂਰਾ। ਇੱਕ ਬੜੀ ਇੰਟਰਸਟਿੰਗ ਗੱਲ ਕਿਸੇ ਨੇ ਲਿਖੀ, ਕਹਿੰਦੇ ਕਿਸੇ ਨੇ ਇੱਕ ਫਕੀਰ ਨੂੰ ਪੁੱਛਿਆ ਵੀ ਕਹਿੰਦੇ ਬੰਦਾ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ, ਤੇ ਕਹਿੰਦੇ ਫਕੀਰ ਨੇ ਬੜਾ ਇੰਟਰਸਟਿੰਗ ਜਵਾਬ ਦਿੱਤਾ, ਕਹਿੰਦੇ ਬੰਦਾ ਇਹ ਤਾਂ ਨਹੀਂ ਪਤਾ ਕਿੱਥੋਂ ਆਇਆ ਤੇ ਕਿੱਥੇ ਜਾਣਾ, ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਬੰਦਾ ਰੋਂਦਾ ਹੀ ਆਇਆ ਤੇ ਰੋਂਦਾ ਹੀ ਜਾਊਗਾ, ਕਿਉਂਕਿ ਉਹਦਾ ਸੰਬੰਧ ਪ੍ਰਮਾਤਮਾ ਨਾਲ ਨਹੀਂ ਬਣ ਰਿਹਾ। ਇਸ ਕਰਕੇ ਜੀਵਨ ਰੋਣਾ ਧੋਣਾ ਸਾਡਾ ਬਣਿਆ ਹੋਇਆ ਹੈ। ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਰੋਣੇ ਧੋਣੇ ਵਾਲਾ ਜੀਵਨ ਛੱਡਣਾ ਹੈ, ਫਿਰ ਲੋਭ ਛੱਡ ਦੇ, ਕਿਉਂਕਿ ਪਰਿਓ ਲੋਭ ਕੈ ਫੰਦ ਲਿਖਿਆ ਇਹਦੇ 'ਚ। ਲੋਭ ਛੱਡ ਤੇ ਸੰਤੋਖੀ ਬਣ। ਇਹ ਰੋਣੇ ਧੋਣੇ ਤੋਂ ਬਚਣ ਦੀ ਜੁਗਤ ਸਮਝਾਈਏ। ਈ ਟੀਮ ਦਾ ਸਵਾਲ, ਇਹ ਸਵਾਲ ਸਾਰੇ ਇੱਕੋ ਜਿਹੇ ਹੈ। ਜੀਵਨ ਆਕਾਰਥ ਕਿਉਂ ਚਲਾ ਜਾਂਦਾ ਹੈ? ਜੀਵਨ ਰੋਣਾ ਧੋਣਾ ਕਿਉਂ ਬਣ ਜਾਂਦਾ ਹੈ? ਤੁਹਾਡਾ ਸਵਾਲ ਵੀ ਰਲਦਾ ਮਿਲਦਾ ਸ਼ਲੋਕਾਂ ਦੇ ਵਿੱਚੋਂ। ਤੁਹਾਡਾ ਸਵਾਲ ਹੁਣ ਕੀ ਹੈ ਵੀ ਬੰਦਾ ਜੀਵਨ ਦੇ ਵਿੱਚ ਡੋਲਦਾ ਕਿਉਂ ਹੈ? ਡਾਵਾਂ ਡੋਲਦਾ ਜਾਂਦਾ ਬੰਦਾ, ਕਦੇ ਇੱਧਰ ਕਦੇ ਉੱਧਰ। ਕਿਉਂ ਡੋਲਦਾ ਬੰਦਾ ਜੀਵਨ 'ਚ? ਮੇਰੇ ਸਵਾਲ ਦੇ ਵਿੱਚ ਕੋਈ ਸ਼ਬਦ ਇਹੋ ਜਿਹੇ ਹੁੰਦੇ ਆ ਜਿਹਦਾ ਸ਼ਲੋਕ ਦੇ ਨਾਲ ਜਵਾਬ ਨਾਲ ਸੰਬੰਧ ਹੁੰਦਾ ਹੈ। ਬੰਦਾ ਡੋਲਦਾ ਕਿਉਂ ਹੈ? ਸ਼ਲੋਕ ਤੁਸੀਂ 2 ਮਿਕਸ ਕਰ ਗਏ ਹੋ, ਇਸ ਕਰਕੇ ਮੇਰਾ ਜਵਾਬ ਠੀਕ ਨਹੀਂ, ਇਹ ਮੰਨਿਆ ਨਹੀਂ ਜਾ ਸਕਦਾ ਜਵਾਬ ਇਹਦਾ ਹੈਗਾ ਜਵਾਬ ਮੈਂ ਦੇ ਦਿੰਦਾ। ਸਮੇਂ ਦਾ ਵੀ ਧਿਆਨ ਰੱਖਿਆ ਜਾਵੇ ਜੀ, ਪਲੀਜ਼ ਸਮੇਂ ਦਾ ਧਿਆਨ ਰੱਖਿਆ ਜਾਵੇ। ਇਹ ਹੈਗਾ ਨਿਸ ਦਿਨ ਮਾਇਆ ਕਾਰਨੇ। ਕਿਉਂ ਡੋਲਦਾ ਹੈ? ਕਾਰਨ ਕੀ ਹੈ? ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਕਿਉਂ ਡੋਲਦਾ ਬੰਦਾ? ਇੱਕ ਸਮਝ ਲਈਏ, ਡੋਲਦੀ ਚੀਜ਼ ਉਹ ਹੁੰਦੀ ਹੈ ਜਿਹਦਾ ਆਧਾਰ ਕਮਜ਼ੋਰ ਹੋਵੇ। ਮਕਾਨ ਦੀ ਨੀਂਹ ਕਮਜ਼ੋਰ ਹੋਵੇ, ਮਕਾਨ ਡੋਲਦਾ ਹੈ। ਕੋਈ ਵੀ ਚੀਜ਼ ਜਿਹਦਾ ਆਧਾਰ ਵੀਕ ਹੈ ਉਹ ਡੋਲਦੀ ਹੈ। ਬੰਦਾ ਵੀ ਉਦੋਂ ਡੋਲਦਾ ਹੈ ਜਦੋਂ ਉਹਦਾ ਆਧਾਰ, ਸੱਚ ਦਾ ਆਧਾਰ ਕਮਜ਼ੋਰ ਹੋਵੇ। ਇਸ ਕਰਕੇ ਥਾਂ ਥਾਂ ਤੇ ਬਾਣੀ 'ਚ ਲਿਖਿਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਆਧਾਰ ਦੀ ਗੱਲ ਕੀਤੀ ਹੈ, ਕਿਉਂਕਿ ਜਦੋਂ ਆਧਾਰ ਕਮਜ਼ੋਰ ਹੁੰਦੇ ਫਿਰ ਬੰਦਾ ਡੋਲਦਾ ਹੈ। ਤੇ ਅੱਜ ਤਾਂ ਥਾਂ ਥਾਂ ਤੇ ਬੰਦੇ ਨੂੰ ਡੁਲਾਉਣ ਦੇ ਸਾਧਨ ਬੜੇ ਹੈ। ਕਦੇ ਬੰਦਾ ਪਰਾਇਆ ਤਨ ਦੇਖ ਕੇ ਡੋਲ ਜਾਂਦਾ ਹੈ, ਤੇ ਕਦੇ ਬੰਦਾ ਪਰਾਇਆ ਧਨ ਦੇਖ ਕੇ ਵੀ ਡੋਲ ਜਾਂਦਾ। ਸਾਧਨ ਆਸੇ-ਪਾਸੇ ਖਿਲਰੇ ਪਏ, ਡੋਲਣ ਦੇ ਸਾਧਨ ਮੌਜੂਦ ਹੈ। ਅਸੀਂ ਸਿਰਫ ਇੰਨੀ ਕੁ ਗੱਲ ਦੇਖਣੀ, ਜਿਹੜੀ ਗੱਲ ਸਮਝਣ ਵਾਲੀ ਹੈ ਉਹ ਇਹ ਹੈ ਕਿ ਤੂੰ ਇਹ ਚੈੱਕ ਕਰ ਆਪਣੇ ਆਪ ਨੂੰ। ਅਸੀਂ ਇੱਥੇ ਬੈਠਣ ਦਾ, ਕੁਇਜ਼ ਕਰਾਉਣ ਦਾ ਮਕਸਦ ਇਹ ਹੈ ਸਾਡਾ ਕਿ ਸਮਝ ਸਕੀਏ ਜ਼ਿੰਦਗੀ ਨੂੰ ਕਿਵੇਂ ਵਧੀਆ ਤਰੀਕੇ ਨਾਲ ਜਿਉ ਸਕਦੇ ਹਾਂ। ਗੁਰੂ ਸਾਹਿਬ ਇਹ ਸਮਝਾਉਣਾ ਚਾਹੁੰਦੇ ਆ ਕਿ ਤੂੰ ਚੈੱਕ ਕਰ, ਤੂੰ ਕਿਸ ਚੀਜ਼ ਨੂੰ ਆਪਣਾ ਆਧਾਰ ਬਣਾਇਆ ਜੀਵਨ 'ਚ।
ਦੋ ਚੀਜ਼ਾਂ ਹੁੰਦੀਆਂ, ਪ੍ਰਮਾਤਮਾ ਅਡੋਲ ਹੈ, ਥਾਂ ਥਾਂ ਤੇ ਲਿਖਿਆ ਹੈ ਵੀ ਪ੍ਰਮਾਤਮਾ ਅਡੋਲ ਹੈ। ਤੇਰੀ ਸਾਂਝ ਉਸ ਅਡੋਲ ਪ੍ਰਮਾਤਮਾ ਦੇ ਨਾਲ ਹੈ। ਤੂੰ ਆਪਣਾ ਆਧਾਰ ਉਸ ਅਡੋਲ ਪ੍ਰਮਾਤਮਾ ਨੂੰ ਬਣਾਇਆ ਕਿ ਤੂੰ ਆਪਣਾ ਆਧਾਰ ਮਾਇਆ ਨੂੰ ਬਣਾਇਆ। ਮਾਇਆ ਡੋਲਦੀ ਹੈ, ਤੇ ਜੇ ਮਾਇਆ ਡੋਲਦੀ ਹੈ ਤਾਂ ਬੰਦਾ ਕਿਉਂ ਨਾ ਡੋਲੂਗਾ? ਜਿਹੜਾ ਬੰਦਾ 5 ਰੁਪਏ ਤੇ ਨਹੀਂ ਡੋਲਿਆ ਉਹ 5 ਲੱਖ ਤੇ ਡੋਲ ਜਾਂਦਾ, ਪਰ ਡੋਲਦਾ ਜ਼ਰੂਰ ਹੈ ਬੰਦਾ ਜਿਹਦਾ ਆਧਾਰ ਮਾਇਆ ਹੈ। ਤੇ ਇੱਕ ਇਤਿਹਾਸਕਾਰ ਬੜਾ ਵਧੀਆ ਲਿਖਦਾ, ਕਹਿੰਦਾ ਜਿਹੜੇ ਇਤਿਹਾਸ ਇੱਕ ਵਾਰ ਡੋਲੇ, ਇਤਿਹਾਸ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ। ਅਸੀਂ ਤਾਂ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਡੋਲਦੇ ਹਾਂ, ਤੇ ਸਾਡਾ ਕੀ ਬਣਨਾ ਹੈ? ਇਹਦੇ ਬਾਰੇ ਜ਼ਰੂਰ ਚਿੰਤਾ ਕਰੀਏ। ਪਰ ਡੋਲਣ ਦਾ ਕਾਰਨ ਇਹ ਹੈ, ਜੇ ਅਸੀਂ ਅੱਜ ਜ਼ਿੰਦਗੀ 'ਚ ਡੋਲ ਜਾਂਦੇ ਹਾਂ ਨਾ ਚੰਗੇ ਮਾੜੇ ਹਾਲਾਤ ਦੇ ਵਿੱਚ, ਇਹਦਾ ਮਤਲਬ ਕੀ ਹੈ ਕਿ ਸਾਡੇ ਆਧਾਰ ਕਮਜ਼ੋਰ ਹੈ। ਸਾਡਾ ਆਧਾਰ ਮਾਇਆ ਹੈ, ਸਾਡਾ ਆਧਾਰ ਪਰਮਾਤਮਾ ਨਹੀਂ। ਇਸ ਕਰਕੇ ਆਪਣਾ ਆਧਾਰ ਮਜ਼ਬੂਤ ਬਣਾਉਣਾ ਪਏਗਾ ਜੇ ਅਸੀਂ ਜੀਵਨ 'ਚ ਡੋਲਣ ਤੋਂ ਬਚਣਾ ਤਾਂ। ਐਫ ਟੀਮ ਦਾ ਸਵਾਲ ਪਹਿਲੇ ਰਾਊਂਡ ਦਾ। ਬੰਦਾ ਨਾ ਬਹੁਤ ਜਨਮਾਂ ਤੋਂ ਭਟਕਦਾ ਫਿਰਦਾ ਹੈ। ਮੈਂ ਫਿਰ ਕਹਿੰਦਾ ਮੇਰੇ ਸਵਾਲ 'ਚ ਜਵਾਬ ਹੋਏਗਾ, ਬੰਦਾ ਜਨਮਾਂ ਤੋਂ ਭਟਕਦਾ ਫਿਰਦਾ ਹੈ। ਪਰ ਇੱਕ ਚੀਜ਼ ਇਹੋ ਜਿਹੀ ਹੈ ਜਿਹਨੇ ਇਹਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ ਹੈ ਇਸ ਜੀਵਨ 'ਚ, ਉਹ ਖਤਮ ਹੀ ਨਹੀਂ ਹੋਈ। ਉਹ ਕਿਹੜੀ ਚੀਜ਼ ਹੈ? ਜਨਮ ਜਨਮ ਪਰ ਲੱਗਦੇ ਹੋ ਮਿਟੀ ਉਹਨਾਂ ਜੰਮ ਤਰਾਸ ਕੀ ਬੰਦੇ ਦਾ ਜਿਹੜਾ ਜਨਮਾਂ ਦਾ ਡਰ ਹੈ, ਮੌਤ ਦਾ ਡਰ ਹੈ। ਬਿਲਕੁਲ ਠੀਕ ਜੀ, 2 ਅੰਕ ਐਫ ਟੀਮ ਦੇ ਜੀ। ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਮੌਤ ਦਾ ਡਰ ਬੰਦੇ ਦਾ ਖਤਮ ਨਹੀਂ ਹੁੰਦਾ, ਬੰਦਾ ਡਰਦਾ ਹੈ, ਹਰ ਵੇਲੇ ਡਰਦਾ। ਤੇ ਮੈਂ ਪਹਿਲਾਂ ਕਹਿ ਦਿਆਂ ਕਿ ਡਰਦਾ ਬੰਦਾ ਉਹੀ ਹੈ ਜਿਹਨੇ ਜੀਵਨ ਦਾ ਮਨੋਰਥ ਪੂਰਾ ਨਹੀਂ ਕੀਤਾ। ਜਿਹੜੇ ਜੀਵਨ ਮਨੋਰਥ ਪੂਰਾ ਕਰ ਜਾਂਦੇ ਆ ਉਹ ਕੀ ਕਹਿੰਦੇ ਆ? ਉਹ ਉਹਨਾਂ ਦਾ ਮਰਨ ਦਾ ਚਾਇਆ, ਜਿਸ ਜਰਨੇ ਤੇ ਜਗ ਡਰੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਉਹ ਨਹੀਂ ਡਰਦੇ ਮਰਨ ਤੋਂ। ਮਰਨ ਤੋਂ ਉਹੀ ਬੰਦਾ ਡਰਦਾ ਜਿਹਨੇ ਜੀਵਨ ਦਾ ਮਨੋਰਥ ਪੂਰਾ ਨਹੀਂ ਕੀਤਾ। ਤੇ ਇੱਕ ਬੰਦੇ ਨੇ ਬੜਾ ਵਧੀਆ ਲਿਖਿਆ, ਉਹ ਕਹਿੰਦੇ ਜਿਹੜੇ ਬੰਦੇ ਜੀਵਨ ਮਨੋਰਥ ਪੂਰਾ ਕਰ ਜਾਂਦੇ ਨਾ ਉਹ ਤਾਂ ਸਿਰ ਦੀ ਬਾਜੀ ਐਂ ਲਾ ਜਾਂਦੇ ਜਿਵੇਂ ਕੋਈ ਤਾਸ਼ ਦੀ ਬਾਜੀ ਲਾਉਂਦਾ ਹੋਵੇ। ਉਹਨਾਂ ਲਈ ਤਾਂ ਇੰਨੀ ਕੁ ਖੇਡ ਹੀ ਹੁੰਦੀ ਹੈ ਸਿਰ ਦੀ ਬਾਜੀ ਲਾਉਣਾ ਵੀ। ਉਹਨਾਂ ਦੇ ਮੌਤ ਦੇ ਡਰ ਖਤਮ ਹੋ ਜਾਂਦੇ ਹੈ। ਸੋ ਇੱਥੇ ਗੁਰੂ ਸਾਹਿਬ ਸਾਡੇ ਜੀਵਨ 'ਚੋਂ ਮੌਤ ਦਾ ਡਰ ਖਤਮ ਕਰਕੇ ਸਾਨੂੰ ਨਿਰਭੈ ਬਣਾ ਰਹੇ ਨੇ। ਆਪਾਂ ਦੇਖੀਏ ਅਸੀਂ ਮੌਤ ਤੋਂ ਕਿੰਨਾ ਡਰਦੇ ਹਾਂ। ਜਿੰਨਾ ਜਿੰਨਾ ਅਸੀਂ ਡਰਦੇ ਹਾਂ ਤਿਵੇਂ ਸਾਡੇ ਜੀਵਨ ਨੂੰ ਸਹੀ ਰਸਤੇ ਤੇ ਲਿਆਉਣ ਦੀ ਜ਼ਰੂਰਤ ਹੈ। ਸੈਕੰਡ ਰਾਊਂਡ ਜੀ, ਬੜਾ ਇੰਪੋਰਟੈਂਟ ਰਾਊਂਡ ਹੈ ਜੀ। ਇਹਨੂੰ ਅਸੀਂ ਪਾਸ ਕਰਾਂਗੇ ਜੇ ਟੀਮ ਆਪਣੀ ਹਿੱਸੇ ਦਾ ਜਵਾਬ ਨਹੀਂ ਦੇਗੀ। ਇਹ ਟੀਮ ਦਾ ਸਵਾਲ ਹੈ, ਇਸ ਤਣ ਦੀ ਰਚਨਾ ਕਿਵੇਂ ਹੋਈ ਤੇ ਇਹਨੇ ਕਿੱਥੇ ਜਾਣਾ ਹੈ? ਤਣ ਦੀ ਰਚਨਾ ਕਿਵੇਂ ਹੋਈ ਤੇ ਕਿੱਥੇ ਜਾਣਾ ਹੈ ਜਾਂ ਕਿੱਥੇ ਲੀਨ ਹੋਣਾ ਹੈ? ਹਾਂ ਸ਼ਾਬਾਸ਼, ਬੋਲੋ। ਠੀਕ ਹੈ, ਅੱਧਾ ਜਵਾਬ ਤੁਹਾਡਾ ਹੋ ਗਿਆ, 1 ਨੰਬਰ ਤੁਹਾਨੂੰ ਮਿਲ ਗਿਆ। ਬੋਲ ਦਿਓ। ਮੈਂ 2 ਸਵਾਲ ਪੁੱਛੇ ਸੀ, ਸਮਝੋ। 1 ਅੰਕ ਤੁਹਾਡਾ ਹੋ ਗਿਆ, ਕੋਈ ਨੂੰ ਪਾਸ ਕਰਾਂਗੇ ਅਗਲਾ। ਬਿਲਕੁਲ ਠੀਕ ਹੈ ਜੀ। ਇਹਨਾਂ ਦਾ 5 ਤੱਤ ਕੋ ਤਨ ਰਚਿਓ, 1 ਅੰਕ ਉਹਨਾਂ ਦਾ ਹੋ ਗਿਆ ਜੀ। ਜਾਣਾ ਕਿੱਥੇ ਇਹਨੇ? ਉਸੇ ਪ੍ਰਮਾਤਮਾ ਦੇ ਵਿੱਚ ਹੀ, ਉਹ ਮਿੱਟੀ ਦੇ ਵਿੱਚ ਹੀ, 5 ਤੱਤਾਂ ਦੇ ਵਿੱਚ ਹੀ, ਉਹਨਾਂ ਦੇ ਵਿੱਚ ਲੀਨ ਹੋ ਜਾਣਾ। 5 ਤੱਤਾਂ ਤੋਂ ਬਣਿਆ ਤੇ 5 ਤੱਤਾਂ ਦੇ ਵਿੱਚ ਹੀ ਇਹਨੇ ਲੀਨ ਹੋ ਜਾਣਾ। 1 ਅੰਕ ਦੋਵੇਂ ਟੀਮਾਂ ਨੂੰ ਦੇ ਦਿਓ ਜੀ। ਬੀ ਟੀਮ ਦਾ ਸਵਾਲ, ਪਰਮਾਤਮਾ ਦਾ ਵਾਸਾ ਕਿੱਥੇ ਹੈ ਜਾਂ ਰੱਬ ਕਿੱਥੇ ਵਸਦਾ ਹੈ? ਬਿਲਕੁਲ ਠੀਕ ਹੈ ਜੀ, ਤਾੜੀਆਂ ਜ਼ੋਰਦਾਰ ਜੀ। 2 ਅੰਕ ਇਹਨਾਂ ਨੂੰ ਵੀ ਦੇ ਦਿਓ ਜੀ। ਬੜੀ ਇੰਪੋਰਟੈਂਟ ਚੀਜ਼ ਹੈ ਰਾਜੇ, ਇਹਦੇ 'ਚ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ। ਬੜਾ ਇੰਪੋਰਟੈਂਟ ਸਵਾਲ ਹੈ, ਦੋਵੇਂ ਸਵਾਲ ਜੁੜਦੇ ਸੀ। ਪਹਿਲਾ ਸਵਾਲ ਸੀ ਤਨ ਕਿੱਥੇ ਬਣਿਆ? 5 ਤੱਤਾਂ ਤੋਂ ਬਣਿਆ। 5 ਤੱਤਾਂ ਤੋਂ ਬਣਿਆ, 5 ਤੱਤਾਂ 'ਚ ਹੀ ਮਿਲ ਜਾਣਾ, ਮਤਲਬ ਮਿੱਟੀ ਤੋਂ ਪੈਦਾ ਹੋਇਆ ਤਨ ਤੇ ਮਿੱਟੀ ਵਿੱਚ ਹੀ ਮਿਲ ਜਾਣਾ। ਇਹ ਗੱਲ ਬਿਲਕੁਲ ਕਲੀਅਰ ਹੈ। ਪਰ ਇੱਥੇ ਹੁਣ ਤਨ ਦੀ ਵੈਲਿਊ ਘਟਾ ਨਹੀਂ ਰਹੇ। ਇਹ ਸ਼ਲੋਕ ਤੋਂ ਸਮਝੀਏ, ਜਦੋਂ ਹੁਣ ਸ਼ਲੋਕ ਪੁੱਛਿਆ ਮੈਂ, ਇੱਥੇ ਤਨ ਨੂੰ ਸਹੀ ਸਥਾਨ ਦੇ ਰਹੇ ਨੇ। ਦੇਖੋ ਜਿਵੇਂ ਇੱਕ ਬਰਤਨ ਹੈ ਨਾ ਜਾਂ ਘੜਾ ਹੈ, ਘੜਾ ਮਿੱਟੀ ਤੋਂ ਬਣਦਾ, ਟੁੱਟ ਕੇ ਮਿੱਟੀ ਵਿੱਚ ਮਿਲ ਜਾਂਦਾ ਹੈ। ਪਰ ਜਿੰਨੀ ਦੇਰ ਤੱਕ ਉਹ ਬਰਤਨ ਹੈਗਾ ਉਨੀ ਦੇਰ ਤੱਕ ਤਾਂ ਉਹਦੀ ਕੋਈ ਵੈਲਿਊ ਹੈ। ਪਰ ਇਹ ਵੀ ਇੱਕ ਸਮਝ ਲਈਏ ਕਿ ਬਰਤਨ ਦੀ ਆਪਣੇ ਆਪ ਵਿੱਚ ਕੋਈ ਵੈਲਿਊ ਨਹੀਂ ਹੈ। ਬਰਤਨ ਦੀ ਵੈਲਿਊ ਉਹਦੇ ਵਿੱਚ ਪਾਈ ਚੀਜ਼ ਕਰਕੇ ਹੈ ਕਿ ਉਹਦੇ ਵਿੱਚ ਪਾਇਆ ਕੀ ਹੈ। ਬਰਤਨ ਤਾਂ ਹੀ ਹੈ ਜੇ ਉਹਦੇ ਵਿੱਚ ਕੋਈ ਚੀਜ਼ ਪਾਈ ਹੈ। ਤਾਂ ਇਹੀ ਗੱਲ ਇੱਥੇ ਸਮਝਾ ਰਹੇ ਨੇ ਕਿ ਜਿਹੜਾ ਤਨ ਹੈਗਾ ਨਾ, ਪਹਿਲੇ ਸ਼ਲੋਕ 'ਚ ਕਿਹਾ ਸੀ ਤਨ ਵੀ ਮਿੱਟੀ ਦਾ ਬਣਿਆ, ਇਹ ਬਰਤਨ ਹੈ, ਘੜਾ ਹੈ। ਤੇ ਗੁਰੂ ਸਾਹਿਬ ਕਹਿੰਦੇ ਮੈਂ ਤੈਨੂੰ ਇਹ ਗੱਲ ਸਮਝਾ ਦੇਣਾ ਚਾਹੁੰਦਾ ਹੈ ਕਿ ਤਨ ਦੀ ਆਪਣੇ ਆਪ 'ਚ ਕੋਈ ਵੈਲਿਊ ਨਹੀਂ। ਤਨ ਦੀ ਵੈਲਿਊ ਇਹਦੇ ਵਿੱਚ ਪਈ ਚੀਜ਼ ਕਰਕੇ ਹੈ। ਉਹ ਚੀਜ਼ ਕਿਹੜੀ ਹੈ? ਉਹ ਆਹ ਸ਼ਲੋਕ ਹੈ, ਘਟ ਘਟ ਮੈਂ ਹਰ ਜੂ ਵਸੈ। ਇਸ ਤਨ ਦੇ ਵਿੱਚ ਰੱਬ ਵਸਦਾ ਹੈ।
ਇਸ ਕਰਕੇ ਇਸ ਤਣ ਦੀ ਵੈਲਿਊ ਹੈ। ਕੱਲਾ ਤਣ ਬੇਕਾਰ ਹੈ, ਜੇ ਚ ਰੱਬ ਨਹੀਂ ਵਸਦਾ ਫਿਰ ਕਹਿੰਦੇ ਨਿਰਤਕ ਹੀ ਹੈ ਸਰੀਰ, ਮਰਿਆ ਹੋਇਆ ਸਰੀਰ ਹੈ ਇਹ। ਜੇ ਰੱਬ ਵਸਦਾ ਹੈ ਤਾਂ ਇਹਦੀ ਵੈਲਿਊ ਹੈ। ਬਾਣੀ ਵਿੱਚ ਇੱਕ ਹੋਰ ਥਾਂ ਤੇ ਵੀ ਲਿਖਿਆ, ਕਹਿੰਦੇ ਸਾਧੋ ਇਹ ਤਨ ਮਿੱਥਿਆ ਜਾਣੋ, ਇਹ ਤਾਂ ਮਿੱਥਿਆ ਤਨ। ਅੱਗੇ ਕਹਿੰਦੇ ਜਾ ਭੀਤਰ ਜੋ ਚੀਜ਼ ਵਸਤ ਹੈ, ਜਿਹੜੀ ਇਹਦੇ ਵਿੱਚ ਚੀਜ਼ ਵਸਦੀ ਹੈ ਨਾ, ਸਾਚੋ ਤਾਹੇ ਪਛਾਣੋ, ਉਹਦੀ ਪਛਾਣ ਕਰ ਜੋ ਉਹਦੇ ਅੰਦਰ ਵਸਦਾ ਹੈ। ਬੜੀ ਇੰਪੋਰਟੈਂਟ ਚੀਜ਼ ਹੈ। ਤਨ ਦਾ ਤੇ ਅੰਦਰ ਦਾ ਸੰਬੰਧ ਜੋੜ ਰਹੇ ਨੇ ਕਿ ਤਨ ਦੀ ਕੀ ਕੀਮਤ ਹੈ ਤੇ ਅੰਦਰ ਇਹਦੇ ਵਸਦੇ ਪ੍ਰਮਾਤਮਾ ਕਰਕੇ ਇਹ ਕਿਉਂ ਜ਼ਰੂਰੀ ਹੈ। ਤਨ ਸੀ ਟੀਮ ਦਾ ਸਵਾਲ। ਇੱਕ ਥਾਂ ਤੇ ਕਹਿੰਦੇ ਉਹ ਇੱਕੋ ਹੀ ਹੈ, ਦੂਸਰਾ ਹੋਰ ਕੋਈ ਨਹੀਂ ਹੈ ਉਹਦੇ ਵਰਗਾ। ਕਿਉਂ ਕਿਹਾ ਇਹ ਗੱਲ ਕਿ ਦੂਸਰਾ ਕੋਈ ਨਹੀਂ ਹੈ ਉਹਦੇ ਵਰਗਾ? डी टीम पास। बिल्कुल ठीक जी, दो अंक इन्हां दे हो गए। सब सुख दाता, एक अंक जी, सब सुख दाता राम है, दूसरा ना ही कोई होर कोई नहीं है ਉਹਦੇ ਵਰਗਾ। ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ। ਅੱਜ ਦੇਖੋ ਜੀਵਨ ਦੀ ਅੱਜ ਸਾਰੀ ਭਟਕਣਾ ਤੇ ਸਾਰੀ ਡੋਲਣਾ ਇਸੇ ਕਰਕੇ ਹੀ ਹੈ ਕਿ ਸਾਡਾ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਰਿਹਾ। ਜਿੰਨੀ ਡੋਲਣਾ ਤੇ ਭਟਕਣਾ ਇਸੇ ਕਾਰਨ ਕਰਕੇ ਹੀ ਹੈ। ਤੇ ਇਹ ਸੰਬੰਧ ਜੋੜਨਾ ਕਿਵੇਂ ਪ੍ਰਮਾਤਮਾ ਨਾਲ? ਹੁਣ ਉਹ ਇਹ ਸ਼ਲੋਕ ਸਮਝਾ ਰਹੇ ਨੇ ਕਿ ਜਦੋਂ ਸਾਨੂੰ ਇਹ ਵਿਸ਼ਵਾਸ ਹੋ ਜਾਂਦਾ ਨਾ ਕਿ ਸਭ ਸੁੱਖ ਦਾਤਾ ਰਾਮ ਹੈ, ਫਿਰ ਜੀਵਨ ਦੀ ਭਟਕਣਾ ਮੁੱਕਦੀ ਹੈ। ਜਦੋਂ ਇਹ ਪਤਾ ਲੱਗ ਜੇ ਵੀ ਨਾ ਹਮ ਕੀਆ ਨਾ ਕरेंगे, ਨਾ ਕਰ ਸਕਿਆ ਸਰੀਰ, ਅਸੀਂ ਕੁਝ ਨਹੀਂ ਕਰਨ ਵਾਲੇ, ਸੁੱਖ ਦੇਣ ਵਾਲਾ ਪ੍ਰਮਾਤਮਾ ਹੈ, ਹੋਰ ਕੋਈ ਨਹੀਂ ਹੈ। ਤੇ ਗੁਰੂ ਸਾਹਿਬ ਇਹ ਗੱਲ ਇੱਥੇ ਕਹਿੰਦੇ ਨੇ, ਕਹਿੰਦੇ ਜੇ ਇਸ ਤਰ੍ਹਾਂ ਸੰਬੰਧ ਜੋੜਿਆ ਜੀਵਨ 'ਚ ਟਿਕਾ ਮਿਲ ਜੇ ਇਸ ਤਰ੍ਹਾਂ ਸੰਬੰਧ ਜੋੜਿਆ ਜੀਵਨ 'ਚ ਸ਼ਾਂਤੀ ਮਿਲ ਜੇ ਇਸ ਤਰੀਕੇ ਦੇ ਨਾਲ ਸੰਬੰਧ ਜੋੜਿਆ, ਇਹ ਇੱਕੋ ਕੰਮ ਕਰਨ ਦੇ ਨਾਲ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣ, ਸਾਰੇ ਦੁੱਖ ਦੂਰ ਹੋ ਜਾਣ, ਸਾਰੇ ਰੋਗ ਦੂਰ ਹੋ ਜਾਣ। ਤੇ ਇਹ ਵੀ ਸਮਝ ਲਈਏ ਕਿ ਰੋਗ ਇਕੱਲੇ ਬਾਹਰ ਦੇ ਨਹੀਂ ਹੁੰਦੇ। ਬਾਹਰ ਦੇ ਰੋਗ ਤਾਂ ਬੰਦਾ ਕੈਪਸੂਲ ਤੇ ਦਵਾਈਆਂ ਲੈ ਕੇ ਠੀਕ ਕਰ ਲੈਂਦਾ ਹੈ, ਆਪਰੇਸ਼ਨ ਕਰਵਾ ਲੇਗਾ, ਦਵਾਈਆਂ ਲੈ ਕੇ ਠੀਕ ਹੋ ਜਾਂਦੇ। ਪਰ ਜਿਹੜੇ ਅੰਦਰ ਦੇ ਰੋਗ ਹੁੰਦੇ ਆ ਨਾ, ਉਹ ਕਿਸੇ ਤਰੀਕੇ ਨਾਲ ਮਿਟਦੇ ਨਹੀਂ ਹੈ। ਅੰਦਰ ਦੇ ਰੋਗ ਖਤਮ ਨਹੀਂ ਹੁੰਦੇ। ਤਾਂ ਹੀ ਬਾਣੀ 'ਚ ਲਿਖਿਆ ਹੈ, ਨਿਮਕ ਕਰ ਸਰੀਰ ਕਟਾਵੇ ਤਉ ਪੀਹੋ ਮੈਂ। ਭਾਵੇਂ ਸਰੀਰ ਕਟਾ ਲਾ, ਜਿੰਨਾ ਮਰਜ਼ੀ ਆਪਰੇਸ਼ਨ ਕਰਾ ਲੈ, ਪਰ ਇਹ ਰੋਗ ਤੇਰੇ ਮਿਟਦੇ ਨਹੀਂ, ਇਹ ਨਹੀਂ ਮਿਟਨੇ। ਕੋਈ ਐਸਾ ਅੱਜ ਤੱਕ ਆਪਰੇਸ਼ਨ ਡਾਕਟਰ ਨਹੀਂ ਕਰ ਸਕਿਆ ਜਿਹਦੇ ਨਾਲ ਅੰਦਰੋਂ ਲੋਭ ਨਿਕਲ ਜੇ, ਅੰਦਰੋਂ ਹੰਕਾਰ ਨਿਕਲ ਜੇ, ਅੰਦਰੋਂ ਨਿੰਦਿਆ ਨਿਕਲ ਜੇ। ਕੋਈ ਐਸਾ ਨਹੀਂ। ਗੁਰੂ ਇਹੋ ਜਿਹੀ ਸਰਜਰੀ ਕਰਦਾ ਹੈ। ਇੱਕ ਰੱਬ, ਇੱਕ ਪ੍ਰਮਾਤਮਾ, ਇੱਕ ਗੁਰੂ ਐਸੀ ਸਰਜਰੀ ਕਰਦਾ ਹੈ ਜਿਹੜੀ ਸੰਸਾਰ ਦਾ ਹੋਰ ਕੋਈ ਡਾਕਟਰ ਨਹੀਂ ਕਰ ਸਕਦਾ। ਅੰਦਰ ਦੇ ਰੋਗ ਉਹੀ ਕੱਟ ਸਕਦਾ ਹੈ। ਇਹ ਕੱਟੇ ਜਾਣਗੇ ਤਾਂ ਜੇ ਪ੍ਰਮਾਤਮਾ ਨਾਲ ਸੰਬੰਧ ਜੁੜੂਗਾ, ਜੇ ਵਿਸ਼ਵਾਸ ਬਣ ਜਾਊਗਾ ਕਿ ਸਭ ਸੁੱਖ ਦਾਤਾ ਰਾਮ ਹੈ, ਦੂਸਰਾ ਨਾ ਹੀ ਕੋਈ, ਫਿਰ ਗੱਲ ਬਣਦੀ ਹੈ। ਡੀ ਟੀਮ ਦਾ ਸਵਾਲ। ਇੱਕ ਸ਼ਬਦ ਵਰਤਿਆ ਸ਼ਲੋਕਾਂ ਦੇ ਵਿੱਚ, ਥਾਂ ਤੇ ਵਰਤਿਆ ਜਮ ਫਾਸ ਜਾਂ ਜਮ ਫੰਦ। ਇਹਦਾ ਕੀ ਮਤਲਬ ਹੈ? ਜਮ ਫਾਸ, ਜਮ ਫੰਦ। ਜਮਾਂ ਦੇ ਪਾਸੇ ਵਿੱਚ ਫਸ ਜਾਣਾ। ਕੀ ਮਤਲਬ? ਮੈਂ ਉਹਦਾ ਮਤਲਬ ਪੁੱਛ ਰਿਹਾ ਹਾਂ। ਮਾਇਆ ਦੀ ਮੋਹ ਵਿੱਚ ਰਹਿ ਕੇ ਵੀ ਜੇ ਆਪਾਂ ਪਰਮਾਤਮਾ ਦਾ ਭਜਨ ਨਾ ਕਰਾਂਗੇ ਤੇ ਆਪਾਂ ਜਮਾਂ ਦੀਆਂ ਫਾਇਆਂ ਵਿੱਚ ਪੈ ਜਾਵਾਂਗੇ। ਮੈਂ ਇਸ ਕਰਕੇ ਅੰਕ ਤੁਹਾਨੂੰ ਦੇ ਰਿਹਾ ਇਹਦੇ, ਕਿਉਂਕਿ ਜਿਹੜੀ ਕਿਤਾਬ ਤੋਂ ਰੈਫਰ ਕੀਤੀ ਗਈ ਸੀ ਉਸ ਕਿਤਾਬ ਦੇ ਵਿੱਚ ਇਹੀ ਮਤਲਬ ਲਿਖਿਆ ਹੈ। ਇਹ ਠੀਕ ਹੈ, ਦੋ ਅੰਕ ਇਹਨਾਂ ਨੂੰ ਜ਼ਰੂਰ ਦੇ ਦਿਓ, ਤਾੜੀਆਂ ਵੀ ਇਹਨਾਂ ਦੀ ਮਾਰਦੇ ਆ। ਪਰ ਇਹ ਪੇਜ ਕਰਾਉਣ ਦਾ ਮਕਸਦ ਇਹੀ ਹੈ ਕਿ ਥੋੜਾ ਸਾਨੂੰ ਹੋਰ ਇਹਨੂੰ ਸਮਝਣਾ ਪਏਗਾ ਕਿ ਜਮ ਫਾਸ ਆਮ ਕਰਕੇ ਪਤਾ ਕੀ ਹੁੰਦਾ। ਜਮ ਫੰਦ ਦਾ, ਜਮ ਫਾਸ ਦਾ ਮਤਲਬ ਕੀ ਹੈ? ਜਮ ਕਿਹਨੂੰ ਕਹਿੰਦੇ ਨੇ? ਬਾਣੀ 'ਚ ਅੱਗੇ ਜਾ ਕੇ ਕਲੀਅਰ ਕਰਦੇ ਨੇ, ਕਹਿੰਦੇ ਜਮ ਡੰਡਾ। ਸਮਝੋ ਇਸ ਚੀਜ਼ ਨੂੰ। ਜਮ ਡੰਡਾ, ਗਲ ਸੰਗਲ ਪੜਿਆ, ਜਮ ਡੰਡਾ ਹੈ। ਆਪਾਂ ਕਹਿੰਦੇ ਨੇ ਕਈ ਵਾਰੀ ਵੀ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ। ਇਹ ਜਮ ਡੰਡਾ ਹੈ, ਗਲ 'ਚ ਸੰਗਲ ਪੈ ਜਾਂਦੇ ਨੇ। ਮਤਲਬ ਕੀ ਹੋ ਗਿਆ? ਜਮ ਉਹ ਚੀਜ਼ ਹੈ ਜਿਹਦੇ ਅੱਗੇ ਬੰਦਾ ਕੋਈ ਆਪ ਹੁਦਰੀਆਂ ਨਾ ਕਰ ਸਕੇ, ਬੰਦਾ ਬੇਵੱਸ ਹੋ ਜਾਏ। ਡੰਡੇ ਅੱਗੇ ਬੰਦਾ ਬੇਵੱਸ ਹੋ ਜਾਂਦਾ ਹੈ। ਤੇ ਜੇ ਅੱਜ ਅਸੀਂ ਇਹੀ ਸਮਝੀ ਜਾਵਾਂਗੇ ਇਕੱਲਾ ਕਿ ਮਰਨ ਤੋਂ ਬਾਅਦ ਜਮ ਹੁੰਦੇ ਆ, ਸਾਡੀ ਅੱਜ ਇਹੀ ਪਰਸੈਪਸ਼ਨ ਆਮ ਕਰਕੇ ਕਿ ਮਰਨ ਤੋਂ ਬਾਅਦ ਜਮ ਕੋਈ ਹੋਣਗੇ, ਫਿਰ ਬੰਦਾ ਕਹਿੰਦਾ ਇਹ ਜੱਗ ਮਿੱਠਾ ਅੱਗਾ ਕਿਹਨੇ ਡਿੱਠਾ। ਪਰ ਜੇ ਕਿਤੇ ਗੁਰੂ ਸਾਹਿਬ ਬਖਸ਼ਿਸ਼ ਕਰਕੇ ਇਹ ਗੱਲ ਸਮਝਾ ਦੇਣ ਕਿ ਜਮ ਇਕੱਲੇ ਮਰਨ ਤੋਂ ਬਾਅਦ ਨਹੀਂ ਹੁੰਦੇ,
ਅੱਜ ਜਿੰਨੀਆਂ ਸਾਡੇ ਜੀਵਨ ਦੀਆਂ ਪਰੇਸ਼ਾਨੀਆਂ ਨਾ, ਜਿੰਨੀ ਭਟਕਣਾ ਹੈ ਜੀਵਨ ਦੀ, ਜਿਹਦੀ ਗੱਲ ਆਪਾਂ ਪਹਿਲਾਂ ਕਰਕੇ ਹਟੇ ਹਾਂ, ਜਿੰਨਾ ਅੱਜ ਬੰਦਾ ਦਾ ਜੀਵਨ ਰੋਣਾ ਧੋਣਾ ਬਣਿਆ ਹੋਇਆ ਹੈ, ਇਹ ਸਾਰੇ ਜਾਮ ਹੈ। ਜਿੰਨੇ ਬੰਦੇ ਦੇ ਜੀਵਨ ਦੇ ਦੁੱਖ ਤਕਲੀਫਾਂ, ਇਹ ਜਾਮ ਹੈ। ਜਿੰਨਾ ਅੱਗੇ ਬੰਦਾ ਬੇਵੱਸ ਹੋ ਜਾਂਦਾ ਹੈ। ਆ ਇੱਥੇ ਇੱਕ ਬੱਚਾ ਕਵਿਤਾ ਪੜ੍ਹ ਕੇ ਗਿਆ ਸੀ ਵੀ ਇਹਦੇ ਨਾਲੋਂ ਤਾਂ ਮੌਤ ਚੰਗੀ। ਤੁਸੀਂ ਦੇਖੋ ਅੱਜ ਹਸਪੀਟਲ ਦੇ ਵਿੱਚ ਜਾ ਕੇ, ਅੱਜ ਦੇਖੋ ਗਰੀਬਾਂ ਦੀਆਂ ਬਸਤੀਆਂ, ਬਹੁਤ ਲੋਕ ਅਜੇ ਕਹਿੰਦੇ ਨੇ ਇਹੋ ਜਿਹੇ ਜੀਵਨ ਨਾਲੋਂ ਤਾਂ ਮੌਤ ਚੰਗੀ ਹੈ। ਇਹ ਜਮ ਹੈ। ਜਿਹੜੇ ਉਹਨਾਂ ਦੇ ਜੀਵਨ ਦੇ ਹਾਲਾਤ ਹਨ, ਉਹ ਜਮਾਂ ਨੇ ਘੇਰਿਆ ਹੋਇਆ ਉਹਨਾਂ ਨੂੰ, ਦੁੱਖਾਂ ਨੇ। ਮਰਨ ਤੋਂ ਬਾਅਦ ਵਾਲੇ ਜਮ ਪਰਮਾਤਮਾ ਜਾਣਦਾ ਹੈਗੇ ਕਿ ਨਹੀਂ ਹੈਗੇ, ਪਰ ਇੱਕ ਜਮ ਸਾਨੂੰ ਜੀਵਨ ਦੇ ਵਿੱਚ ਘੇਰੀ ਬੈਠੇ ਨੇ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ ਜਮ ਡੰਡਾ ਗਲ ਸੰਗਲ ਪੜਿਆ। ਗੁਰਬਾਣੀ ਨੇ ਇਹਦਾ ਫੈਸਲਾ ਦਿੱਤਾ ਕਿ ਜੀਵਨ ਦੇ ਜਿਹੜੇ ਤੇ ਇਹ ਚੀਜ਼ਾਂ ਨਾ ਸਾਰੀਆਂ, ਇੱਥੇ ਕੋਈ ਗਰੀਬ ਅਮੀਰ ਦਾ ਇਕੱਲਾ ਨਹੀਂ ਹੈ, ਬੜੇ ਦੌਲਤਮੰਦ ਲੋਕ ਵੀ ਹੈ, ਹਸਪਤਾਲਾਂ 'ਚ ਪਏ ਨੇ, ਇਹੋ ਜਿਹੇ ਬਿਮਾਰੀਆਂ ਲੱਗ ਜਾਂਦੀਆਂ ਤੇ ਉਹ ਕਹਿੰਦੇ ਵੀ ਰੱਬਾ ਹੁਣ ਤੇ ਚੁੱਕ ਲਿਆ, ਬਸ ਬਹੁਤ ਹੋ ਗਿਆ। ਪਰ ਇੱਕ ਗੱਲ ਯਾਦ ਰੱਖੀਏ ਕਿ ਇਹ ਜਮ ਕਿਸੇ ਨਾ ਕਿਸੇ ਇਨਡਿਸਿਪਲਿਨ ਦੇ ਵਿੱਚੋਂ ਨਿਕਲਦੇ ਆ। ਕਿਸੇ ਨਾ ਕਿਸੇ ਜੀਵਨ ਦੀ ਤਰਤੀਬ ਨੂੰ ਅਸੀਂ ਤੋੜਿਆ ਹੁੰਦਾ ਜਦੋਂ ਇਹ ਜਮ ਆ ਕੇ ਸਾਨੂੰ ਘੇਰ ਲੈਂਦੇ ਨੇ। ਇਸ ਕਰਕੇ ਬਜਾਏ ਕਿ ਦੋਸ਼ ਕਿਸੇ ਨੂੰ ਦੇਣ ਦੇ, ਆਪਣੇ ਜੀਵਨ ਦੀ ਤਰਤੀਬ ਨੂੰ ਸੁਧਾਰਾਂਗੇ ਤਾਂ ਫਿਰ ਇਹਨਾਂ ਜਮਾਂ ਤੋਂ ਖਲਾਸੀ ਪਾਈ ਜਾ ਸਕਦੀ ਹੈ। ਈ ਟੀਮ ਦਾ ਸਵਾਲ ਕਹਿੰਦੇ, ਦੇਖ ਬੁਢੇਪਾ ਜਿੱਤ ਗਿਆ। ਸਵਾਲ ਤੁਹਾਡਾ ਇਹ ਹੈ ਵੀ ਕੀ ਜਿੱਤਿਆ ਤੇ ਕਿਹਦੀ ਤੋਂ ਜਿੱਤਿਆ ਬੁਢੇਪਾ? ਮੰਨ ਗਿਆ, ਮੈਨੂੰ ਇਹ ਦੱਸ ਦਿਓ ਕਿਹਦੇ ਤੋਂ ਜਿੱਤਿਆ ਤੇ ਕੀ ਜਿੱਤਿਆ? ਇੱਕ ਅੰਕ ਤੁਹਾਨੂੰ ਦੇ ਦਿਆਂਗੇ ਜਿੰਨਾ ਤੁਸੀਂ ਬੋਲਿਆ, ਸ਼ਲੋਕ ਬੋਲਿਆ, ਦੇ ਦਿਆਂਗੇ ਇੱਕ ਅੰਕ। ਹੋ ਗਿਆ। ਸਿੰਪਲ ਭਾਸ਼ਾ ਮੈਂ ਪੂਰੇ ਟਾਈਮ ਤੇ ਬੰਦੇ ਛਟਾ ਦਿੰਦਾ। ਮੈਨੂੰ ਇਹਨਾਂ ਦੱਸ ਦਿਓ ਕਿਹਦੀ ਤੋਂ ਜਿੱਤਿਆ ਤੇ ਕੀ ਜਿੱਤਿਆ ਬੁਢੇਪੇ? ਬਿਲਕੁਲ ਠੀਕ ਹੈ। ਹੁਣ ਅੰਕ ਪੂਰੇ 2 ਅੰਕ ਦੇ ਦਿਓ ਜੀ ਇਹਨਾਂ ਨੂੰ, ਪੂਰੇ 2 ਅੰਕ ਦੇ ਦਿਓ ਜੀ ਇਹਨਾਂ ਨੂੰ। ਜਵਾਨੀ ਨੂੰ ਜਿੱਤ ਲਿਆ, ਤਨ ਨੂੰ ਜਿੱਤਿਆ। ਜਵਾਨੀ ਤੋਂ ਜਿੱਤਿਆ, ਤਨ ਨੂੰ ਜਿੱਤ ਲਿਆ ਉਹਨੇ। ਤਰਨ ਆਪੋ, ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿੰਦੇ ਆਈ ਗਵਾ ਲਿਆ ਤੂੰ ਆਪਣੀ ਜਵਾਨੀ ਨੂੰ, ਇਉਂ ਹੀ ਗਿਓ ਬੇਕਾਰ ਦੇ ਕੰਮ ਕਰ ਕਰਕੇ ਤੂੰ ਆਪਣੀ ਜਵਾਨੀ ਨੂੰ ਗਵਾ ਲਿਆ। ਬੜੀ ਕਮਾਲ ਦੀ ਚੀਜ਼ ਇੱਕ ਲਿਖਦੇ ਨੇ ਇੱਕ ਥਾਂ ਤੇ ਨਾ, ਕਹਿੰਦੇ ਦੇਖੋ ਬੜੀ ਸਮਝਣ ਵਾਲੀ ਚੀਜ਼ ਹੈ। 4 ਪਹਿਰਾਂ ਦੀ ਗੱਲ ਗੁਰਬਾਣੀ 'ਚ ਕੀਤੀ, ਉੱਥੇ ਇੱਕ ਥਾਂ ਤੇ ਲਿਖਦੇ, ਕਹਿੰਦੇ ਦੂਜੇ ਪਹਿਰੇ ਰਹਿਣ ਕੇ ਵੰਜਾਰਿਆ ਮਿੱਤਰਾ, ਭਰ ਜਵਾਨੀ ਲਹਿਰੀ ਦੇ। ਜਵਾਨੀ ਨੂੰ ਲਹਿਰਾਂ ਦੇ ਨਾਲ ਤੁਲਨਾ ਕੀਤੀ ਹੈ। ਲਹਿਰਾਂ, ਸਾਗਰ 'ਚ ਲਹਿਰਾਂ ਉੱਠਦੀਆਂ ਨੇ ਤੇ ਜਵਾਨੀ ਨੂੰ ਲਹਿਰਾਂ ਨਾਲ ਕਿਹਾ ਹੈ। ਜਵਾਨੀ ਨੂੰ ਲਹਿਰਾਂ ਦਾ ਨਾਮ ਦਿੱਤਾ ਗੁਰੂ ਸਾਹਿਬ ਨੇ। ਇਹ ਕਿਉਂ ਦਿੱਤਾ? ਬੜੀ ਕਮਾਲ ਦੀ ਚੀਜ਼ ਹੈ। ਤਰਨਾਪੋ ਦੀ ਗੱਲ ਸਮਝਦੇ ਆ, ਇਹ ਗੱਲ ਸਮਝਣੀ ਪਏਗੀ ਸਾਨੂੰ। ਲਹਿਰਾਂ ਦਾ ਮਤਲਬ ਹੁੰਦਾ ਇਨਡਿਸਿਪਲਿਨ। ਤੁਸੀਂ ਕਹੋਗੇ ਜੀ ਕਿਵੇਂ? ਸਾਗਰ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਹੋਵੇ, ਸਮੁੰਦਰ ਦੇ ਵਿੱਚ, ਸਾਗਰ ਦਾ ਪਾਣੀ ਕਦੇ ਵੀ ਕਿਨਾਰੇ ਨਹੀਂ ਤੋੜਦਾ। ਸਾਗਰ ਪਾਣੀ ਨੂੰ ਸੰਭਾਲ ਕੇ ਰੱਖਦਾ ਹੈ। ਜਦੋਂ ਕਿਨਾਰੇ ਟੁੱਟਣਗੇ ਸਾਗਰ ਦੇ, ਉਹ ਲਹਿਰਾਂ ਕਰਕੇ ਟੁੱਟਦੇ ਹੈ। ਇਸ ਕਰਕੇ ਗੁਰੂ ਸਾਹਿਬ ਨੇ ਜਵਾਨੀ ਨੂੰ ਲਹਿਰਾਂ ਦੇ ਨਾਲ ਤੁਲਨਾ ਕਰਕੇ ਦੱਸਿਆ ਹੈ ਕਿ ਜਵਾਨੀ ਵੀ ਲਹਿਰਾਂ ਵਰਗੀ ਹੈ, ਕਿਉਂਕਿ ਇਹ ਵੀ ਕਿਸੇ ਮਰਿਆਦਾ ਨੂੰ ਤੋੜ ਦਿੰਦੀ ਹੈ। ਜਿੰਨੇ ਬਹੁਤੇ ਕਰਕੇ, ਮੈਂ ਨਹੀਂ ਕਹਿੰਦਾ ਸਾਰੇ ਗੁਨਾਹ, ਬਹੁਤੇ ਗੁਨਾਹ, ਬਹੁਤੀਆਂ ਆਪ ਹੁਦਰੀਆਂ, ਬਹੁਤਾ ਇਨਡਿਸਿਪਲਿਨ, ਬਹੁਤੀ ਆਚਰਣਹੀਨਤਾ ਜਵਾਨੀ 'ਚ ਹੀ ਹੁੰਦੀ ਹੈ। ਇਹ ਲਹਿਰਾਂ ਵਰਗੀ ਹੈ, ਇਹ ਕਿਨਾਰੇ ਤੋੜਦੀ ਹੈ। ਤੇ ਗੁਰੂ ਸਾਹਿਬ ਇਸ ਸ਼ਲੋਕ 'ਚ ਕੀ ਕਹਿਣਾ ਚਾਹੁੰਦੇ ਨੇ? ਕਹਿੰਦੇ ਸਿੱਖ ਦਾ ਜੀਵਨ ਕੀ ਹੈ? ਬੜੇ ਕਮਾਲ ਦੀ ਗੱਲ ਕਹਿ ਰਹੇ ਨੇ। ਕਹਿੰਦੇ ਸਿੱਖ ਦਾ ਜੀਵਨ ਕੀ ਹੈ? ਕਹਿੰਦੇ 2 ਕਿਨਾਰਿਆਂ ਵਿੱਚ ਚੱਲਣ ਵਾਲਾ ਦਰਿਆ ਹੈ ਤੇ ਕੋਈ ਕਿਨਾਰਾ ਵੀ ਦੋਵਾਂ ਦੇ ਵਿੱਚੋਂ ਕਮਜ਼ੋਰ ਨਹੀਂ ਹੋਣਾ ਚਾਹੀਦਾ। ਉਹ ਕਿਨਾਰੇ ਕਾਹਦੇ ਹੈ? ਕਹਿੰਦੇ ਇੱਕ ਰਹਿਮਤ ਦਾ ਤੇ ਇੱਕ ਰਜਾ ਦਾ। ਜੇ ਕੁਝ ਮਿਲ ਗਿਆ ਤੇ ਰੱਬਾ ਤੇਰੀ ਰਹਿਮਤ, ਤੇ ਜੇ ਕੁਝ ਨਹੀਂ ਮਿਲਿਆ ਤਾਂ ਤੇਰੀ ਰਜਾ। ਇਹ ਰਹਿਮਤ ਤੇ ਰਜਾ ਦੇ 2 ਕਿਨਾਰੇ ਜਦੋਂ ਬੰਦੇ ਦੇ ਜੀਵਨ ਦਾ ਆਧਾਰ ਬਣ ਜਾਣ, ਫਿਰ ਜਵਾਨੀ ਆਪ ਹੁਦਰੀ ਨਹੀਂ ਹੁੰਦੀ, ਫਿਰ ਜਵਾਨੀ ਇਨਡਿਸਿਪਲਿਨ ਨਹੀਂ ਹੁੰਦੀ, ਫਿਰ ਉਹ ਆਪ ਦਾ ਭਲਾ ਵੀ ਕਰਦੀ ਹੈ ਤੇ ਸਮਾਜ ਦਾ ਭਲਾ ਵੀ ਕਰੂਗੀ। ਪਰ ਇਹ 2 ਕਿਨਾਰਿਆਂ ਦੇ ਵਿੱਚ ਆਪਣੇ ਜੀਵਨ ਨੂੰ ਚਲਾਉਣਾ ਬੜਾ ਜ਼ਰੂਰੀ ਹੈ। ਇਸ ਸਾਲ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਵਰ੍ਹਾ ਮਨਾ ਰਹੇ ਹਾਂ, ਤੇ ਬੜਾ ਜ਼ਰੂਰੀ ਹੈ ਜੋ ਫਿਲਾਸਫੀ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਨੇ ਉਹਨੂੰ ਜੀਵਨ ਦੇ ਵਿੱਚ ਧਾਰਨ ਕਰੀਏ, ਪਰ ਪਹਿਲਾਂ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਐਫ ਟੀਮ ਦਾ ਸਵਾਲ, ਬੰਦੇ ਨੂੰ ਝੱਲਾ ਕਿਹਾ, ਬਾਬਰਾ ਕਿਉਂ ਕਿਹਾ? ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੇ ਭਗਵਾਨ, ਕਿ ਤੂੰ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰਦਾ? ਇਹ ਚਜੇ ਬਿਲਕੁਲ ਠੀਕ ਜੀ। 2 ਅੰਕ ਇਹਨਾਂ ਨੂੰ ਦੇ ਦਿਓ ਜੀ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਹਰ ਬਾਬਰੇ। ਤੂੰ ਰੱਬ ਨੂੰ ਯਾਦ ਕਿਉਂ ਨਹੀਂ ਕਰਦਾ?
ਬਾਬਰੇ ਦੀ ਪਛਾਣ ਕੀ ਹੁੰਦੀ ਹੈ? ਝੱਲਾ ਕਿਹਨੂੰ ਕਹਿੰਦੇ ਨੇ? ਦੇਖੋ, ਜਿਵੇਂ ਅਸੀਂ ਜੀਵਨ ਦੇ ਕੰਮ ਕਰਦੇ ਆ ਨਾ, ਬਾਬਰਾ ਬੰਦਾ ਵੀ ਕੰਮ ਸਾਰੇ ਕਰਦਾ ਹੈ, ਖਾਂਦਾ ਪੀਂਦਾ ਪਹਿਨਦਾ ਹੈ, ਬੋਲਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਮੈਂ ਕੀ ਕਰ ਰਿਹਾ। ਕਰਦਾ ਸਾਰਾ ਕੁਝ ਹੈ ਪਰ ਕੀ ਕਰ ਰਿਹਾ ਪਤਾ ਨਹੀਂ ਹੁੰਦਾ ਬਾਬਰੇ ਨੂੰ। ਇੱਕ ਬਾਬਰਾ ਤੇ ਉਹ ਜਿਹਦਾ ਦਿਮਾਗ ਕੰਮ ਨਹੀਂ ਕਰਦਾ, ਇੱਕ ਬਾਬਰੇ ਅਸੀਂ ਵੀ ਹੈ ਜਿਹਨੂੰ ਪਛਾਣ ਨਹੀਂ ਹੈ ਕਿ ਮੈਂ ਜੀਵਨ 'ਚ ਕਰਨ ਕੀ ਆਇਆ ਹੋਇਆ। ਤੇ ਗੁਰੂ ਸਾਹਿਬ ਇਸ ਲੋਚ ਕੀ ਕਹਿੰਦੇ ਨੇ? ਬਿਰਧ ਭਇਓ ਸੂਝੇ ਨਹੀਂ। ਕਹਿੰਦੇ ਤੈਨੂੰ ਜਵਾਨੀ 'ਚ ਇਹ ਪਤਾ ਨਹੀਂ ਲੱਗਿਆ ਵੀ ਤੈਨੂੰ ਬੁਢਾਪਾ ਵੀ ਆਉਣਾ ਹੈ, ਤਰਨਾਪੋ ਇਉਂ ਹੀ ਗਿਓ। ਜਵਾਨੀ 'ਚ ਤੈਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਮੈਨੂੰ ਬੁਢਾਪਾ ਆਉਣਾ। ਤੂੰ ਜਵਾਨੀ 'ਚ ਭੁੱਲ ਗਿਆ ਸਾਰਾ ਕੁਝ ਤੇ ਗੁਨਾਹ ਕੀਤੇ ਬਹੁਤ, ਤੇ ਬੁਢਾਪੇ 'ਚ ਆ ਕੇ ਤੈਨੂੰ ਇਹ ਅਹਿਸਾਸ ਨਹੀਂ ਹੋਇਆ ਵੀ ਤੈਨੂੰ ਮੌਤ ਵੀ ਆਉਣੀ ਹੈ। ਤੈਨੂੰ ਪਛਾਣ ਹੀ ਨਹੀਂ ਆਈ, ਤੂੰ ਜੀਵਨ ਦਾ ਕੋਈ ਵੀ ਮੋੜ ਪਛਾਣ ਹੀ ਨਹੀਂ ਸਕਿਆ। ਜਵਾਨੀ 'ਚ ਬੁਢੇਪੇ ਦਾ ਮੋੜ ਨਹੀਂ ਪਛਾਣਿਆ ਗਿਆ ਤੇ ਬੁਢਾਪੇ ਦੇ ਵਿੱਚ ਮੌਤ ਵਾਲਾ ਮੋੜ ਨਹੀਂ ਪਛਾਣਿਆ ਗਿਆ। ਇਸ ਕਰਕੇ ਤੂੰ ਗਲਤ ਕੰਮ ਜ਼ਿੰਦਗੀ 'ਚ ਕਰਦਾ ਰਿਹਾ ਤੇ ਜ਼ਿੰਦਗੀ ਤੇਰੀ ਵਿਅਰਥ ਜਾਂਦੀ ਪਈ ਹੈ। ਜੀਵਨ ਤੇਰਾ ਅਕਾਰਥ ਜਾ ਰਿਹਾ ਹੈ, ਤੈਨੂੰ ਪਛਾਣ ਹੀ ਨਹੀਂ ਆ ਰਹੀ ਜੀਵਨ ਦੀ। ਬਹੁਤ ਲੋਕ ਇਹ ਕਹਿੰਦੇ ਕਿ ਗੁਰੂ ਸਾਹਿਬ ਨੇ ਬਾਣੀ 'ਚ ਮੌਤ ਦੀ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੈ। ਮੈਂ ਇੱਕ ਗੱਲ ਬੇਨਤੀ ਕਰਦੇ ਹਾਂ, ਜਦੋਂ ਕਿਤੇ ਰੇਸ ਲੱਗਦੀ ਹੈ ਨਾ 100 ਮੀਟਰ ਦੀ, 400 ਮੀਟਰ ਦੀ, 800 ਮੀਟਰ ਦੀ, 1600 ਜਾਂ ਮੈਰਾਥਨ ਲੱਗਦੀਆਂ, ਜਿੰਨੀ ਦੇਰ ਤੱਕ ਰੇਸ ਲਾਉਣ ਵਾਲੇ ਖਿਡਾਰੀ ਨੂੰ ਉਹਦਾ ਐਂਡ ਪੁਆਇੰਟ ਪਤਾ ਨਾ ਹੋਵੇ ਰੇਸ ਦਾ, ਉਨੀ ਦੇਰ ਤੱਕ ਪਰਫਾਰਮ ਨਹੀਂ ਕਰ ਪਾਉਂਦਾ। ਉਹਨੂੰ ਪਤਾ ਹੀ ਨਹੀਂ ਐਂਡ ਕਿੱਥੇ ਜਾਣਾ ਹੈ। ਤੇ ਇਹ ਜਿਹੜਾ ਮੌਤ ਹੈ ਨਾ, ਇਹ ਜ਼ਿੰਦਗੀ ਦਾ ਐਂਡ ਪੁਆਇੰਟ ਹੈ, ਜ਼ਿੰਦਗੀ ਦੀ ਰੇਸ ਦਾ ਐਂਡ ਪੁਆਇੰਟ ਹੈ। ਜਿਸ ਬੰਦੇ ਨੂੰ ਮੌਤ ਯਾਦ ਹੋਏਗੀ ਉਹ ਜ਼ਿੰਦਗੀ 'ਚ ਕਦੇ ਗਲਤ ਕੰਮ ਨਹੀਂ ਕਰੇਗਾ। ਤੇ ਗੁਰੂ ਸਾਹਿਬ ਤੇ ਇਸ ਪੋਜ਼ਿਟਿਵ ਤਰੀਕੇ ਦੇ ਨਾਲ ਮੌਤ ਯਾਦ ਕਰਵਾ ਰਹੇ ਨੇ ਕਿ ਮੌਤ ਯਾਦ ਰੱਖ, ਤੂੰ ਮਰਨਾ ਵੀ ਹੈ, ਤੂੰ ਆਪਣੇ ਜੀਵਨ ਨੂੰ ਤਰਤੀਬ ਦੇ ਵਿੱਚ ਲੈ ਕੇ ਆ, ਤੂੰ ਮਰਨਾ ਵੀ ਹੈ। ਤੀਜਾ ਰਾਊਂਡ ਸ਼ੁਰੂ ਕਰਨ ਲੱਗਿਆ ਜੀ। ਮੈਂ ਬਜ਼ਰ ਨੂੰ ਮਿਟ ਕਰਤਾ ਵਿੱਚੋਂ ਸਮਾਂ ਬਚਾਉਣ ਲਈ, ਕਿਉਂਕਿ ਪ੍ਰੋਬਲਮਸ ਹੈਗੀਆਂ, ਆਪਾਂ ਉਹਨੂੰ ਨਹੀਂ ਕਰਾਂਗੇ, ਟੈਕਨੀਕਲ ਪ੍ਰੋਬਲਮ ਹੈਗੀ ਇਹਦੇ 'ਚ। ਠੀਕ ਹੈ, ਏ ਟੀਮ ਦਾ ਸਵਾਲ ਪਾਸ ਨਹੀਂ ਕਰਾਂਗਾ। ਕਿਸ ਬੰਦੇ ਦੇ ਭਾਗ ਚੰਗੇ ਹੈ ਜਾਂ ਭਾਗਸ਼ਾਲੀ ਕੌਣ ਹੈ? ਪਲੀਜ਼ ਆਡੀਅנס ਦੇ ਵਿੱਚੋਂ ਥੋੜਾ ਜਿਹਾ ਉੱਚੀ ਨਾ ਜ਼ਿਆਦਾ ਬੋਲਿਓ ਜੀ, ਕਿਉਂਕਿ ਅੱਗੇ ਤੱਕ ਆਵਾਜ਼ ਆ ਜਾਏਗੀ। ਥੋੜਾ ਜਿਹਾ ਹਿੰਟ ਦੇਣਾ ਪਏਗਾ ਰਾਜੀ। ਇਹ ਤਾਂ ਕਾਮਨ ਆਨਸਰ ਹੈ ਕਿ ਪਰਮਾਤਮਾ ਨਾਮ ਜਪਣਾ ਜਾਂ ਨਹੀਂ ਜਪਣਾ, ਬਸ ਇਹੀ ਆਨਸਰ ਹੈ ਸਾਰੇ ਸ਼ਲੋਕਾਂ ਦਾ। ਸੌਰੀ, ਮੈਂ ਦੱਸ ਦਿੰਦਾ ਕਿਉਂਕਿ ਪਾਸ ਨਹੀਂ ਹੈ ਜੀ। ਉਹ ਹੈਗਾ ਜਹ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ। ਅੱਗੇ ਕੀ ਹੈ, ਪੂਰਾ ਕਰ ਦਿਓਗੇ? ਲਿਓ ਭੇਖ ਵੈਰਾਗ ਕਹੋ ਨਾਨਕ ਸੁਨ ਰੇ ਮਨਾ ਤਹਿ ਨਰ ਮਾਥੇ ਭਾਗ। ਉਹਦੇ ਮੱਥੇ ਦੇ ਭਾਗ ਚੰਗੇ ਆ। ਕਿਹਦੇ ਚੰਗੇ ਆ? ਜਿਨ੍ਹਾਂ ਨੇ ਵਿਖਿਆ ਤਜ ਦਿੱਤੀ। ਵਿਖਿਆ ਕੀ ਹੁੰਦੀ ਹੈ? ਇੱਕ ਰਾਈਟਰ ਨੇ ਬੜਾ ਸੋਹਣਾ ਕਿਤਾਬ 'ਚ ਲਿਖਿਆ, ਉਹ ਕਹਿੰਦਾ ਸਪੇਰੇ ਵਾਲੀ ਜੁਗਤੀ ਜੀਵਨ 'ਚ ਅਪਣਾਉਣੀ ਪਏਗੀ। ਸਪੇਰਾ ਜਿਹੜਾ ਸੱਪਾਂ ਨੂੰ ਆਪਣੇ ਕੋਲ ਰੱਖਦਾ ਹੈ। ਸਪੇਰਾ ਸੱਪਾਂ ਦੇ ਵਿੱਚ ਰਹਿੰਦਾ ਹੈ ਪਰ ਸੱਪ ਨੂੰ ਡੰਗ ਨਹੀਂ ਮਾਰਦੇ। ਕਿਉਂ? ਕਿਉਂਕਿ ਸੱਪਾਂ ਦੀ ਜ਼ਹਿਰ ਕੱਢ ਲੈਂਦਾ। ਫਿਰ ਸੱਪਾਂ ਦੇ ਵਿੱਚ ਰਹਿੰਦਿਆਂ ਵੀ ਸੱਪ ਨੂੰ ਤੰਗ ਨਹੀਂ ਕਰਦੇ, ਉਹਨੂੰ ਪਰੇਸ਼ਾਨ ਨਹੀਂ ਕਰਦੇ। ਕਹਿੰਦੇ ਬਸ ਆਈ ਹੈ, ਤੂੰ ਮਾਇਆ ਦੇ ਵਿੱਚ ਰਹਿ, ਤੂੰ ਕੁਝ ਤਿਆਗਣਾ ਨਹੀਂ ਹੈ। ਨਾ ਪੈਸਾ ਤਿਆਗਣਾ, ਨਾ ਪਰਿਵਾਰ ਤਿਆਗਣਾ, ਨਾ ਆਪਣਾ ਪ੍ਰੋਫੈਸ਼ਨ ਤਿਆਗਣਾ, ਕੁਛ ਨਹੀਂ ਤਿਆਗਣਾ। ਰਹਿ ਇਹਨਾਂ ਦੇ ਵਿੱਚ, ਕੰਮ ਕਰ, ਪ੍ਰੋਫੈਸ਼ਨ ਵੀ ਬਹੁਤ ਕਮਾਈ ਕਰ, ਆਪਣੇ ਪਰਿਵਾਰ ਨੂੰ ਵੀ ਸੰਭਾਲ, ਪੈਸਾ ਵੀ ਇਕੱਠਾ ਕਰ, ਕੋਈ ਪ੍ਰੋਬਲਮ ਨਹੀਂ। ਪਰ ਕਿਵੇਂ ਕਰਨਾ ਹੈ? ਸਪੇਰੇ ਵਾਲੀ ਜੁਗਤੀ ਦੇ ਨਾਲ। ਮਾਇਆ ਦੇ ਵਿੱਚ ਰਹਿ, ਪਰ ਮਾਇਆ ਦੀ ਆਕੜ ਤੇ ਹੰਕਾਰ ਨਾ ਕਰੀ। ਇਹ ਜ਼ਹਿਰ ਹੈ। ਜੇ ਕਿਸੇ ਬੰਦੇ ਨੂੰ ਮਾਇਆ 'ਚ ਰਹਿੰਦਿਆਂ ਮਾਇਆ ਦਾ ਆਕੜ ਹੋ ਗਈ ਤੇ ਮਾਇਆ ਦਾ ਹੰਕਾਰ ਹੋ ਗਿਆ, ਪੈਸੇ ਦਾ ਹੰਕਾਰ ਹੋ ਗਿਆ, ਜ਼ਮੀਨਾਂ ਜਾਇਦਾਦਾਂ ਦਾ ਹੰਕਾਰ ਹੋ ਗਿਆ, ਉਹ ਮਾੜਾ ਹੈ, ਉਹ ਡੁੱਬਦਾ ਹੈ ਬੰਦੇ ਨੂੰ। ਬਸ ਕਹਿੰਦੇ ਉਹ ਨਾ ਕਰੀ। ਉਹ ਵਿਖਿਆ ਬਣ ਜਾਂਦਾ। ਜਦੋਂ ਕਿਸੇ ਚੀਜ਼ ਦਾ ਹੰਕਾਰ ਹੋ ਜਾਏ ਨਾ, ਆਕੜ ਹੋ ਜਾਏ, ਉਹ ਵਿਖਿਆ ਬਣ ਜਾਂਦੀ ਹੈ। ਉਹ ਤਜਨ ਲਈ ਕਿਹਾ, ਮਾਇਆ ਤਜਨ ਲਈ ਨਹੀਂ ਕਿਹਾ, ਵਿਖਿਆ ਤਜਨ ਲਈ ਕਿਹਾ। ਹੰਕਾਰ ਨਾ ਕਰੀ, ਤਕੜਾ ਬਣ, ਬਹੁਤ ਪੈਸਾ ਕਮਾ, ਤੇਰੇ ਅਹੁਦੇ ਬੜੇ ਵੱਡੇ ਹੋਣੇ ਚਾਹੀਦੇ ਆ, ਪਰ ਆਕੜ ਨਾ ਕਰੀ ਉਸ ਚੀਜ਼ ਦੀ। ਇਹਨੂੰ ਵਿਖਿਆ ਕਿਹਾ। ਠੀਕ ਹੈ ਜੀ। ਬੀ ਟੀਮ ਦਾ ਸਵਾਲ, ਕਿਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ? ਜਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਉਹ ਨਾਨਕ ਸੁਨ ਰੇ ਮਨੋ ਤਹਿ ਕਟ। ਬਿਲਕੁਲ ਠੀਕ ਜੀ, 2 ਅੰਕ ਬੀ ਟੀਮ ਦੇ ਜੀ। ਇੱਥੇ ਫਿਰ ਰਾਜੀ ਗੱਲ ਹੈ। ਉੱਥੇ ਕਿਹਾ ਸੀ ਵਿਖਿਆ ਤੇ ਜੀ, ਇੱਥੇ ਕਹਿੰਦੇ ਜਹ ਮਾਇਆ ਮਮਤਾ ਤੇ ਜੀ। ਮਾਇਆ ਨਹੀਂ ਤਿਆਗਣੀ, ਮਾਇਆ ਦੀ ਮਮਤਾ ਤਿਆਗਣੀ ਹੈ। ਇਹਨਾਂ ਦੋਵਾਂ ਚੀਜ਼ਾਂ 'ਚ ਬੜਾ ਵੱਡਾ ਫਰਕ ਹੈ। ਮਾਇਆ ਤਿਆਗਣ ਤੇ ਮਾਇਆ ਦੀ ਮਮਤਾ ਤਿਆਗਣ ਦੇ ਵਿੱਚ। ਇੱਕ ਕਿਸ਼ਤੀ ਚੱਲਦੀ ਹੈ ਨਾ, ਇਹਨੂੰ ਸਮਝ ਲਈਏ। ਕਿਸ਼ਤੀ ਪਾਣੀ ਦੇ ਉੱਪਰ ਚੱਲਦੀ ਹੈ ਤਾਂ ਉਹਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਦਿੰਦੀ ਹੈ ਯਾਤਰੀਆਂ ਨੂੰ, ਪਰ ਜੇ ਪਾਣੀ ਕਿਸ਼ਤੀ ਦੇ ਵਿੱਚ ਆ ਜੇ ਫਿਰ ਡੋਬ ਵੀ ਦਿੰਦੀ ਹੈ। ਮਾਇਆ ਦੇ ਵਿੱਚ ਤੇ ਰਹਿ, ਪਰ ਥੱਲੇ ਹੋਣੀ ਚਾਹੀਦੀ ਹੈ, ਤੇਰੇ ਦਿਮਾਗ ਤੇ ਨਾ ਚੜ੍ਹ ਜੇ ਕਿਤੇ ਉੱਪਰ, ਫਿਰ ਡੋਬ ਦੂਗੀ ਤੈਨੂੰ। ਇਤਿਹਾਸ ਵਿੱਚ ਲਿਖਿਆ ਮਿਲਦਾ ਨਾ, ਗੁਰੂ ਸਾਹਿਬ ਦੇ ਜਦੋਂ ਛੋਟੀ ਬਾਲ ਅਵਸਥਾ 'ਚ ਗੁਰੂ ਤੇਗ ਬਹਾਦਰ ਸਾਹਿਬ ਘਰ ਦੇ ਵਿੱਚ ਵਿਆਹ, ਭਰਾ ਦੇ ਘਰ 'ਚ ਵਿਆਹ, 4 ਸਾਲ ਦੀ ਅਵਸਥਾ ਹੈ, ਸੋਨਾ ਚੋਲਾ ਪਾਇਆ। ਬੜੀ ਜ਼ਰੂਰੀ ਹੈ ਇੱਥੇ ਗੱਲ ਕਰਨੀ। ਇਹ
ਮਾਇਆ ਦੀ ਮਮਤਾ ਤੇ ਅਗਨੀ ਕਿਹਨੂੰ ਕਹਿੰਦੇ ਨੇ? ਚੋਲਾ ਸੋਹਣਾ ਪਾਇਆ, ਕੀਮਤੀ ਪਾਇਆ, ਬਾਹਰ ਇੱਕ ਬੱਚਾ ਨਗਨ ਫਿਰਦਾ ਹੈ, ਠੰਡ ਦੇ ਦਿਨ ਹੈ, ਤੇ ਜਦੋਂ ਬੱਚੇ ਨੂੰ ਦੇਖਿਆ ਤੇ ਗੁਰੂ ਸਾਹਿਬ ਨੇ ਕੀ ਕੀਤਾ ਉੱਥੇ? ਉਦੋਂ ਗੁਰੂ ਨਹੀਂ ਸੀ ਹੈਗੇ, ਉਹ ਬਾਲ ਅਵਸਥਾ ਸੀ। ਆਪਣਾ ਚੋਲਾ ਉਤਾਰਿਆ, ਜਿਹੜਾ ਬਰਾਤ ਤੇ ਜਾਣਾ ਸੀ, ਤੇ ਚੋਲਾ ਉਤਾਰ ਕੇ ਬੱਚੇ ਨੂੰ ਦੇ ਦਿੱਤਾ। ਅੰਦਰ ਉਵੇਂ ਹੀ ਚਲੇ ਗਏ ਬਿਨਾਂ ਕੱਪੜਿਆਂ ਤੋਂ, ਤੇ ਮਾਤਾ ਜੀ ਫੜ ਕੇ ਲੈ ਗਏ ਗੁਰੂ ਸਾਹਿਬ ਕੋਲੇ, ਕਹਿੰਦੇ ਆ ਦੇਖੋ ਇਹ ਆਪਦਾ ਚੋਲਾ ਲਾ ਕੇ ਬਰਾਤ ਤੁਰਨ ਵਾਲੀ ਹੈ, ਤੇ ਆਪਦਾ ਚੋਲਾ ਲਾ ਕੇ ਦੇ ਆਇਆ ਬੱਚੇ ਨੂੰ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਜਵਾਬ ਕੀ ਦਿੱਤਾ? ਮੈਂ ਸਾਰੀ ਆਡੀਅנס ਨੂੰ ਕਹਿੰਦਾ ਕਿ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਬਿਟਵੀਨ ਦਾ ਕੌਮਾ 'ਚ ਬੋਲਣ ਲੱਗੇ ਹੈ। ਗੁਰੂ ਹਰਗੋਬਿੰਦ ਸਾਹਿਬ ਉੱਥੇ ਮਾਤਾ ਜੀ ਨੂੰ ਕਹਿੰਦੇ ਨੇ, ਕਹਿੰਦੇ ਤੂੰ ਦੇਖੀ ਅੱਜ ਇਹ ਬੱਚਾ ਜਿਹੜਾ ਅੱਜ ਕਿਸੇ ਦੇ ਸਵਾਸ ਬਚਾਉਣ ਦੇ ਲਈ ਆਪਣੇ ਤਨ ਦਾ ਲਿਬਾਸ ਲਾ ਕੇ ਦੇ ਆਇਆ ਹੈ, ਤੂੰ ਯਾਦ ਰੱਖੀ ਇੱਕ ਦਿਨ ਐਸਾ ਆਊਗਾ, ਇਹ ਬੱਚਾ ਜਦੋਂ ਵੱਡਾ ਹੋਊਗਾ ਇਹ ਕਿਸੇ ਦਾ ਲਿਬਾਸ ਮਤਲਬ ਜਨੇਊ ਤੇ ਤਿਲਕ, ਇਹ ਕਿਸੇ ਦਾ ਲਿਬਾਸ ਤੇ ਕਿਸੇ ਦਾ ਵਿਸ਼ਵਾਸ ਬਚਾਉਣ ਲਈ ਆਪਣੇ ਤਨ ਦੇ ਸਵਾਸ ਵੀ ਅਰਪਣ ਕਰਿਆਊਗਾ। ਇਹ ਇਤਿਹਾਸ ਸਿਰਜੇ ਜਾਂਦੇ ਨੇ। ਅੱਜ ਦੇ ਸਮੇਂ 'ਚ ਮੈਨੂੰ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਸੋਚ ਨੂੰ ਦੁਨੀਆ 'ਚ ਫੈਲਾ ਕੇ, ਜਿੱਥੇ ਅੱਜ ਇੰਨੀ ਇਨਟੋਲਰੈਂਸ ਦੁਨੀਆ ਦੇ ਵਿੱਚ ਫੈਲੀ ਹੋਈ ਸਮਾਜ ਦੇ ਵਿੱਚ, ਉੱਥੇ ਇਹ ਚੀਜ਼ ਲੈ ਕੇ ਜਾਣ ਦੀ ਜ਼ਰੂਰਤ ਹੈ। ਸੀ ਟੀਮ ਦਾ ਸਵਾਲ। ਇੱਕ ਸ਼ਲੋਕ ਕਹਿੰਦੇ ਉਹਦੇ ਕੀਤੇ ਸਾਰੇ ਕੰਮ ਹੀ ਸਫਲ ਹੈ। ਕਿਹਦੇ? ਬਿਲਕੁਲ ਠੀਕ ਜੀ, 2 ਅੰਕ ਦੇ ਦਿਓ ਜੀ ਇਹਨਾਂ ਨੂੰ ਵੀ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ, ਉਹਦੇ ਸਾਰੇ ਸਫਲ। ਦੇਖੋ ਇੱਕ ਯਾਦ ਰੱਖੀਏ, ਅੱਜ ਜ਼ਿੰਦਗੀ ਕੀ ਹੈ? ਅੱਜ ਸਾਡੇ ਸਾਰੇ ਜੋ ਸਾਡਾ ਜੀਵਨ ਢੰਗ ਨੇ, ਕਿਸੇ ਦੀ ਟੇਕ ਕਹਿੰਦੇ ਮੰਤਰੀ ਤੇ ਹੈ ਵੀ ਮੈਨੂੰ ਮੰਤਰੀ ਜਾਣਦਾ, ਤੇ ਕਿਸੇ ਦੀ ਟੇਕ ਸੰਤਰੀ ਤੇ, ਮੈਨੂੰ ਫਲਾਣਾ DIG ਜਾਣਦਾ, ਮੈਨੂੰ SSP ਜਾਣਦਾ। ਮੈਂ ਫਿਰ ਬੋਲਦਾ, ਕਹਿੰਦੇ ਅੱਜ ਕਿਸੇ ਦੀ ਟੇਕ ਮੰਤਰੀ ਤੇ ਹੈ ਤੇ ਕਿਸੇ ਦੀ ਟੇਕ ਸੰਤਰੀ ਤੇ, ਮਤਲਬ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਮੰਤਰੀ ਤੇ ਸੰਤਰੀ ਬਣਾਏ ਹੋਏ ਨੇ। ਇਹ ਜਾਣਦੇ ਹੋ ਸਾਡਾ ਕੋਈ ਨਹੀਂ ਕੁਝ ਨਹੀਂ ਵਿਗਾੜ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਵੀ ਸੱਚ ਦੇ ਰਾਹ ਚੱਲਣ ਵਾਲੇ ਜਿਹੜੇ ਹੁੰਦੇ ਆ ਨਾ, ਉਹਨਾਂ ਦਾ ਆਧਾਰ ਸਿਰਫ ਪ੍ਰਮਾਤਮਾ ਹੁੰਦਾ ਹੈ, ਉਹਨਾਂ ਦੀ ਟੇਕ ਸਿਰਫ ਪ੍ਰਮਾਤਮਾ ਹੁੰਦੀ ਹੈ। ਬਾਣੀ 'ਚ ਲਿਖਿਆ ਹੈ, ਭਗਤ ਜਨਾ ਹਰ ਮਾਂ ਪਿਓ ਬੇਟਾ, ਸਾਰਾ ਕੁਝ ਹੀ ਉਹਨਾਂ ਦਾ ਪ੍ਰਮਾਤਮਾ ਹੁੰਦਾ ਹੈ। ਮੰਤਰੀ ਵੀ ਉਹਨਾਂ ਦਾ ਪ੍ਰਮਾਤਮਾ ਹੀ ਹੈ, ਸੰਤਰੀ ਵੀ ਉਹਨਾਂ ਦਾ ਪ੍ਰਮਾਤਮਾ ਹੀ ਹੈ। ਤੇ ਕਹਿੰਦੇ ਫਿਰ ਪ੍ਰਮਾਤਮਾ ਵੀ ਉਹਨਾਂ ਦੀ ਕੋਈ ਵੀ ਗੱਲ ਮੋੜਦਾ ਨਹੀਂ, ਕੋਈ ਵੀ ਗੱਲ ਉਹਨਾਂ ਦੇ ਮੋੜਦਾ ਨਹੀਂ, ਉਹਨਾਂ ਦੇ ਜੀਵਨ ਦੀਆਂ ਸਾਰੀਆਂ ਔਕੜਾਂ ਖਤਮ ਕਰ ਦਿੰਦਾ ਹੈ। ਜਿਨ੍ਹਾਂ ਦੀ ਟੇਕ ਪ੍ਰਮਾਤਮਾ ਤੇ ਹੁੰਦੀ ਹੈ ਉਹਨਾਂ ਦੇ ਸਾਰੇ ਕੰਮ ਸਫਲ ਹੈ। ਪਰ ਇੱਕ ਯਾਦ ਰੱਖਿਓ, ਕਹਿੰਦੇ ਸਭ ਤੋਂ ਜਿਹੜਾ ਅਸਲ ਕੰਮ ਹੈ ਨਾ ਕਰਨ ਵਾਲਾ, ਉਹ ਅਸਲ ਕੰਮ ਹੋਰ ਕੰਮ ਹੈ ਹੀ ਕੋਈ ਨਹੀਂ। ਕਹਿੰਦੇ ਅਸਲ ਕੰਮ ਹੈ ਹੀ ਇਹ ਕਿ ਤੂੰ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ 'ਚ ਟਿਕਾ ਲਾ, ਬਾਕੀ ਕੰਮ ਤਾਂ ਤੇਰੇ ਸਾਰੇ ਆਪਣੇ ਆਪ ਹੋ ਜਾਣੇ, ਤੈਨੂੰ ਕਰਨ ਦੀ ਲੋੜ ਨਹੀਂ ਰਹਿਣੀ। ਡੀ ਟੀਮ ਦਾ ਸਵਾਲ, ਭਿਖਾਰੀ ਕਿਹਨੂੰ ਕਿਹਾ ਗੁਰੂ ਸਾਹਿਬ ਨੇ ਸ਼ਲੋਕਾਂ 'ਚ? ਭਿਖਾਰੀ ਕੌਣ ਹੈ? ਭਿਖਾਰੀ ਮਾਈਕ ਲਾ, ਠੀਕ ਹੈ, ਮੈਂ ਕੋਈ ਨਹੀਂ ਮੰਨਦੇ, ਪਰ ਜਵਾਬ ਮੰਨਣਾ, ਬੋਲ ਦਿਓ, ਸਾਰਿਆਂ ਨੂੰ ਦੱਸ ਦਿਓ। ਜਗਤ ਭਿਖਾਰੀ ਫਿਰਤ ਹੈ ਸਭ ਕੁਝ, ਜੋ ਮੰਗਦਾ ਹੀ ਰਹਿੰਦਾ ਦਿਨ ਰਾਤ, ਮਾਇਆ ਮਸਤੀ। ਬਿਲਕੁਲ ਠੀਕ ਹੈ ਜੀ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਰੀ ਦੁਨੀਆ ਭਿਖਾਰੀ ਹੈ, ਦੇਣ ਵਾਲਾ ਇੱਕੋ ਹੀ ਹੈ, ਕੋਈ ਦਾਤਾ ਨਹੀਂ ਹੋ ਸਕਦਾ, ਕੋਈ ਮੰਤਰੀ ਸੰਤਰੀ ਦੇਣ ਵਾਲਾ ਨਹੀਂ ਹੁੰਦਾ, ਕੋਈ ਵੀ ਦੇਣ ਵਾਲਾ ਪ੍ਰਮਾਤਮਾ ਹੀ ਹੈ। ਟੇਕ ਰੱਖੀਏ। ਈ ਟੀਮ ਦਾ ਸਵਾਲ, ਗਿਆਨੀ ਕਿਹਨੂੰ ਕਿਹਾ? ਗਿਆਨੀ ਕੌਣ? ਬਿਲਕੁਲ ਠੀਕ ਜੀ, 2 ਅੰਕ ਦੇ ਦਿਓ, ਜਿਵੇਂ ਸਮਾਂ ਵੀ ਨਾਲ ਬਚਾ ਰਹੇ ਹੋ। ਭੈ ਕਾਹੂ ਕੋ ਦੇਤ ਹੈ ਨਹਿ ਪੈ ਮਾਨ ਤਾਨ, ਅੱਗੇ ਕੀ ਹੈ ਜੀ? ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ। ਗਿਆਨੀ ਉਹ ਹੈ ਜਿਹੜਾ ਨਾ ਪੈ ਮੰਨੇ ਨਾ ਪੈ ਦੇ। ਠੀਕ। ਐਫ ਟੀਮ ਦਾ ਸਵਾਲ, ਜੰਜਾਲ ਕਿਹਨੂੰ ਕਿਹਾ ਸ਼ਲੋਕਾਂ 'ਚ? ਜੰਜਾਲ ਮਤਲਬ ਦੱਸ ਦਿਓ ਜੰਜਾਲ ਦਾ ਕੀ ਹੈ? ਬਸ ਕਿ ਜਿਹੜੀ ਦੁਨੀਆ ਦੇ ਲੋਕ ਆ ਜਾਂ ਕਿਸੇ ਵਿਕਾਰ ਆ, ਇਹਨਾਂ ਨੂੰ ਆਪਾਂ ਜਦੋਂ ਛੱਡਦੇ ਆ, ਇਹਨਾਂ ਸਾਰੇ ਜੰਜਾਲਾਂ ਨੂੰ, ਜਿਵੇਂ ਪਿਛਲੇ ਵਿਕਾਰਾਂ ਨੂੰ ਇਹਨਾਂ ਦੇ ਜੰਜਾਲ। ਮੈਂ ਜਵਾਬ ਠੀਕ ਮੰਨਦਾ, 2 ਅੰਕ ਦੇ ਦਿਓ। ਜਿਹੜੀ ਚੀਜ਼ ਪ੍ਰਮਾਤਮਾ ਨਾਲੋਂ ਤੋੜਦੀ ਹੈ, ਦੂਰ ਕਰਦੀ, ਉਹ ਜੰਜਾਲ ਆ ਸਾਰੀ। ਭਾਈ ਲਾਲੋ ਜੀ ਨੇ ਕਿਹਾ ਸੀ ਗੁਰੂ ਨਾਨਕ ਨੇ, ਭਾਈ ਲਾਲੋ ਕੀ ਕਰਦਾ? ਕਹਿੰਦਾ ਕਿੱਲੇ ਘੜਦਾ ਪਿਆ। ਕਹਿੰਦੇ ਸਾਰੀ ਉਮਰ ਕਿੱਲੇ ਹੀ ਘੜੇਗਾ, ਸਾਰੀ ਉਮਰ ਕਿੱਲੇ ਹੀ ਘੜਨਾ ਜੰਜਾਲ ਹੈ। ਤੇ ਜੇ ਕਿਰਤ ਦੇ ਨਾਲ ਕਰਤਾ ਜੁੜ ਜੇ ਫਿਰ ਗੱਲ ਬਣ ਜਾਂਦੀ, ਫਿਰ ਜੰਜਾਲ ਮੁੱਕ ਜਾਂਦੇ ਹੈ। ਜੇ ਕਿਰਤ ਨਾਲ ਕਰਤਾ ਜੁੜ ਜਾਵੇ, ਕਿਰਤ ਨਾਲ ਕਰਤਾ ਜੁੜਨਾ ਹੈ। ਜਿਹੜੀ ਚੀਜ਼ ਰੱਬ ਨਾਲ ਤੋੜਦੀ ਉਹ ਸਾਰੀ ਚੀਜ਼ ਜੰਜਾਲ ਹੈ, ਚਾਹੇ ਉਹ ਪਰਿਵਾਰ ਹੈ, ਚਾਹੇ ਉਹ ਸਾਡਾ ਕਿੱਤਾ ਹੈ, ਤੇ ਚਾਹੇ ਜ਼ਮੀਨਾਂ ਜਾਇਦਾਦਾਂ ਹੈ। ਜੇ ਤੋੜਦੇ ਪਏ ਆ ਤੇ ਫਿਰ ਖਤਮ ਹੈ ਕੰਮ। ਠੀਕ। 4 ਨੰਬਰ ਰਾਊਂਡ, ਇਹ ਪਾਸ ਨਹੀਂ ਹੋਏਗਾ। ਏ ਟੀਮ ਦਾ ਸਵਾਲ, ਬੰਦਾ ਨਾ ਬਹੁਤ ਕੋਸ਼ਿਸ਼ ਕਰਦਾ ਕਿ ਮੇਰਾ ਸਰਕਲ ਬੜਾ ਵੱਡਾ ਹੋਵੇ, ਪਹਿਲਾਂ ਵੀ ਗੱਲ ਕੀਤੀ ਹੈ, ਜਾਣ ਪਛਾਣ ਬਣਾਉਂਦਾ, ਸੰਗੀ ਸਾਥੀ ਬਣਾਉਂਦਾ ਇਸ ਕਰਕੇ ਕਿ ਔਖੇ ਵੇਲੇ ਕੰਮ ਆਉਣਗੇ।
ਬੰਦਾ ਸੰਗੀ ਸਾਥੀ ਇਸ ਕਰਕੇ ਬਣਾਉਂਦਾ ਨਾ, ਸਰਕਲ ਇਸ ਕਰਕੇ ਡਿਵੈਲਪ ਕਰਦਾ ਕਿ ਔਖੇ ਵੇਲੇ ਮੇਰੇ ਕੰਮ ਆਉਣਗੇ, 4 ਬੰਦੇ ਮੇਰੇ ਨਾਲ ਖੜਨ ਵਾਲੇ ਹੋਣਗੇ। ਪਰ ਅੱਜ ਇਹ ਵੀ ਇੱਕ ਮੰਨੀ ਹੋਈ ਗੱਲ ਹੈ ਵੀ ਦੁਨੀਆ ਬੜੀ ਮਤਲਬੀ ਹੈ। ਬਾਣੀ ਵੀ ਇਹੀ ਕਹਿੰਦੀ ਹੈ ਕਿ ਸੁੱਖ ਦੇ ਵਿੱਚ ਤਾਂ ਲੋਕ ਤੁਹਾਡੇ ਨਾਲ ਖੜਦੇ ਆ, ਪਰ ਦੁੱਖ ਵੇਲੇ ਭੱਜ ਜਾਂਦੇ ਸਾਰੇ ਛੱਡ ਕੇ। ਇਹ ਟੀਮ ਦਾ ਸਵਾਲ ਇਹ ਹੈ ਵੀ ਗੁਰੂ ਤੇਗ ਬਹਾਦਰ ਜੀ ਦੇ ਮੁਤਾਬਕ ਜਿਹੜਾ ਸੰਗ ਸਾਥ ਹੈ, ਜਿਹੜਾ ਸਰਕਲ ਡਿਵੈਲਪ ਕਰਨਾ ਸੀ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਬੋਲਦੇ ਬਿਲਕੁਲ ਠੀਕ ਜੀ। ਸੁੱਖ ਮੇ ਬਹੁਤ ਸੰਗੀ ਪਏ, ਦੁੱਖ ਮੇ ਸੰਗ ਨਾ ਕੋਏ। ਕੋਈ ਤੁਹਾਡੇ ਨਾਲ ਨਹੀਂ ਖੜਦਾ ਦੁੱਖਾਂ ਦੇ ਵਿੱਚ, ਜਿੰਨੇ ਮਰਜ਼ੀ ਸਰਕਲ ਬਣਾ ਲਓ ਆਪਣੇ। ਖੜਨਾ ਕਿਨੇ? ਉਹ ਗੱਲ ਕਹਿੰਦੇ ਨੇ, ਕਹੋ ਨਾਨਕ ਹਰ ਭਜ ਮਨਾ, ਰੱਬ ਨੂੰ ਯਾਦ ਕਰ ਅੰਤ ਸਹਾਈ ਹੋਏ। ਅੰਤ ਦੇ ਵਿੱਚ ਉਹਨੇ ਤੇਰੇ ਨਾਲ ਖੜਨਾ, ਹੋਰ ਤੇਰੇ ਕਿਸੇ ਨਾਲ ਨਹੀਂ ਖੜਨਾ। ਕਹਿੰਦੇ ਨਾ, ਇਸਲਾਮ ਦੀ ਇੱਕ ਕਹਾਣੀ ਹੈ, ਬੜੀ ਇੰਪੋਰਟੈਂਟ ਹੈ, ਬੜੀ ਪੋਜ਼ਿਟਿਵ ਵੇ ਲਿਓ ਉਹਨੂੰ। ਕਹਿੰਦੇ ਰੱਬ ਨੇ ਸਭ ਤੋਂ ਪਹਿਲਾਂ ਖੁਦਾ ਨੇ ਬੰਦਾ ਬਣਾਤਾ, ਆਦਮ ਬਣਾਇਆ, ਫਿਰ ਉਹਦੇ ਰਹਿਣ ਦੀ ਇੱਕ ਬਾਗ ਬਣਾਇਆ, ਤੇ ਬੰਦਾ ਫਿਰ ਵੀ ਉਦਾਸ। ਖੁਦਾ ਪੁੱਛਦਾ ਵੀ ਕੀ ਗੱਲ ਤੂੰ ਉਦਾਸ ਕਿਉਂ ਹੈ? ਕਹਿੰਦਾ ਜੀ ਮੈਂ ਇਕੱਲਾ, ਮੈਂ ਉਦਾਸ ਹਾਂ, ਮੈਨੂੰ ਸਾਥੀ ਚਾਹੀਦਾ ਹੈ, ਮੈਨੂੰ ਸਾਥੀ ਚਾਹੀਦਾ ਹੈ। ਖੁਦਾ ਪੁੱਛਦਾ, ਕਹਿੰਦਾ ਤੈਨੂੰ ਕਿਹੋ ਜਿਹਾ ਸਾਥੀ ਦੇਵਾਂ? ਕਹਿੰਦਾ ਜੀ ਮੇਰੇ ਵਰਗਾ। ਤੇ ਕਿਸੇ ਨੇ ਬੜਾ ਵਧੀਆ ਲਿਖਿਆ, ਕਹਿੰਦੇ ਬਸ ਇੱਥੇ ਗਲਤੀ ਹੋ ਗਈ। ਜੇ ਉਹ ਕਹਿ ਦਿੰਦਾ ਵੀ ਸਾਥੀ ਚਾਹੀਦਾ, ਤੇਰੇ ਵਰਗਾ ਚਾਹੀਦਾ, ਰੱਬ ਨੂੰ ਕਹਿ ਦਿੰਦਾ ਖੁਦਾ ਨੂੰ, ਫਿਰ ਗੱਲ ਬਣ ਜਾਣੀ ਸੀ। ਫਿਰ ਬੰਦੇ ਦੇ ਜੀਵਨ 'ਚ ਭਟਕਣਾ ਤੇ ਡੁੱਲਣਾ ਵਾਲੀ ਸੀ ਰਹਿਣੀਆਂ। ਉਹਨੇ ਆਪਦੇ ਵਰਗਾ ਹੀ ਮੰਗ ਲਿਆ ਤੇ ਸਾਰੀ ਉਮਰ ਦੀਆਂ ਪਰੇਸ਼ਾਨੀਆਂ ਪੱਲੇ ਪਾ ਲਈਆਂ। ਇਸ ਕਰਕੇ ਸੰਗ ਸਾਥ ਚੁਣਨ ਲੱਗਿਆ ਬੜਾ ਧਿਆਨ ਰੱਖਣਾ ਹੈ। ਸਾਰੇ ਸਵਾਲ ਹੀ ਇੱਕੋ ਕੰਟੈਕਸਟ ਵਿੱਚ ਹੀ ਹੈ। ਬੀ ਟੀਮ ਦਾ ਸਵਾਲ ਵੀ ਆ ਗਿਆ। ਇੱਕ ਸ਼ਲੋਕ 'ਚ ਕਹਿੰਦੇ ਨੇ, ਕਹਿੰਦੇ ਤੂੰ ਇਸ ਗੱਲ ਨੂੰ ਸੱਚ ਕਰਕੇ ਮੰਨ ਕੇ ਇਹਨਾਂ 'ਚ ਕੋਈ ਵੀ ਤੇਰਾ ਸਾਥੀ ਨਹੀਂ ਹੈ, ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ, ਜਿਹਨਾਂ ਨੂੰ ਤੂੰ ਆਪਣੇ ਸਮਝੀ ਬੈਠਾ। ਬੰਦਾ ਰਿਸ਼ਤੇਦਾਰਾਂ ਨੂੰ ਆਪਦੇ ਸਮਝਦਾ, ਭੈਣਾਂ ਭਰਾਵਾਂ ਨੂੰ। ਕਹਿੰਦੇ ਤੇਰੇ ਨਾਲ ਕਿਸੇ ਨੇ ਨਿਭਣਾ ਨਹੀਂ, ਇਹਨਾਂ 'ਚ ਕੋਈ ਵੀ ਤੇਰਾ ਆਪਣਾ ਨਹੀਂ ਹੈ। ਕੀ ਚੀਜ਼, ਕਿੰਨਾ ਚੀਜ਼ਾਂ ਬਾਰੇ ਕਿਹਾ ਵੀ ਕੀ ਸਾਥੀ ਨਹੀਂ ਹੈ? ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰਮਾਨ, ਇਨਮੇ ਕੁਛ ਸੰਗੀ ਨਹੀਂ, ਨਾਨਕ ਸਾਚੀ। ਬਿਲਕੁਲ ਠੀਕ ਜੀ। ਬੀ ਟੀਮ ਦੇ ਵੀ 2 ਅੰਕ ਜੀ। ਧਨ ਦਾਰਾ, ਧਨ ਹੁੰਦਾ ਪੈਸਾ, ਦਾਰਾ ਹੁੰਦੀ ਹੈ ਇਸਤਰੀ, ਸੰਪਤ ਹੁੰਦੀ ਹੈ ਜਾਇਦਾਦ, ਪ੍ਰਾਪਰਟੀ। ਕਹਿੰਦੇ ਇਹ ਚੀਜ਼ਾਂ ਜਿਨ੍ਹਾਂ ਨੂੰ ਤੂੰ ਆਪਣੀਆਂ ਮੰਨੀ ਬੈਠਾ ਨਾ, ਆਪਾਂ ਸਾਰੇ ਨਾ ਆਪਣੇ ਅੰਦਰ ਐਨਾਲਿਸਿਸ ਕਰੀਏ, ਆਪਾਂ ਚੀਨਣ ਕਰੀਏ ਕਿ ਅਸੀਂ ਕਿੱਥੇ ਖੜੇ ਹਾਂ। ਅਸੀਂ ਵੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਹੀ ਆਪਣਾ ਮੰਨਦੇ ਹਾਂ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਂ। ਪਰ ਕਹਿੰਦੇ ਇਹਨਾਂ 'ਚ ਕੋਈ ਵੀ ਤੇਰਾ ਸਾਥੀ ਨਹੀਂ ਹੈ, ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ। ਇੱਕ ਚੀਜ਼ ਤੁਸੀਂ ਕਦੇ ਧਿਆਨ ਨਾਲ ਦੇਖਿਆ ਕਰੋ, ਕਈ ਵਾਰੀ ਜ਼ਿੰਦਗੀ 'ਚ ਆਪਾਂ ਕੋਈ ਕੰਮ ਕਰੀਏ ਨਾ, ਤੇ ਸਾਰਾ ਕੰਮ ਕਰਨ ਤੋਂ ਬਾਅਦ ਆਪਾਂ ਕਹਿੰਦੇ ਗੱਲ ਨਹੀਂ ਬਣੀ, ਅਜੇ ਗੱਲ ਜੀ ਨਹੀਂ ਬਣੀ। ਬਸ ਜ਼ਿੰਦਗੀ 'ਚ ਵੀ ਕਿਤੇ ਆਈ ਹੁੰਦਾ ਹੈ। ਜਿਹੜਾ ਇਹ ਪੈਸਾ ਹੈ, ਪ੍ਰਾਪਰਟੀਜ਼ ਹੈਗੀਆਂ, ਪਰਿਵਾਰ ਹੈ, ਮਾਨ ਸਨਮਾਨ ਹੈ, ਜ਼ਿੰਦਗੀ 'ਚ ਮਿਲਦੇ, ਇਹ ਸਾਰਾ ਕੁਝ ਬੰਦੇ ਨੂੰ ਮਿਲ ਜਾਂਦਾ ਹੈ। ਪਰ ਬੰਦਾ ਫਿਰ ਵੀ ਆਖਰ 'ਚ ਜਾ ਕੇ ਕਹਿੰਦਾ ਯਾਰ ਹਜੇ ਗੱਲ ਜੀ ਨਹੀਂ ਬਣੀ। ਸਾਰਾ ਜੀਵਨ ਬਿਤਾਉਣ ਤੋਂ ਬਾਅਦ ਕਹਿੰਦਾ ਸਾਰਾ ਕੁਝ ਹੈਗਾ, ਪਰ ਇੱਥੇ ਸ਼ਾਂਤੀ ਨਹੀਂ, ਗੱਲ ਨਹੀਂ ਬਣੀ। ਗੱਲ ਕਿੱਦਣ ਬਣਦੀ ਹੈ? ਗੱਲ ਉਦਣ ਬਣਦੀ ਜਿੱਦਣ ਅਸੀਂ ਪ੍ਰਮਾਤਮਾ ਨੂੰ ਆਪਣਾ ਸਾਥੀ ਬਣਾ ਲੈਂਦੇ ਹਾਂ, ਆਪਣਾ ਦੋਸਤ ਬਣਾ ਲੈਂਦੇ ਹਾਂ। ਜਿੱਦਣ ਅਸੀਂ ਆਪਣੇ ਸਰਕਲ ਦੇ ਵਿੱਚ ਪ੍ਰਮਾਤਮਾ ਦੀ ਯਾਦ ਨੂੰ ਸ਼ਾਮਿਲ ਕਰ ਲੈਣਾ। ਬਣਾਓ ਸਰਕਲ ਆਪਣੇ ਜਿੰਨੇ ਮਰਜ਼ੀ ਬਣਾਓ, ਪਰ ਪ੍ਰਮਾਤਮਾ ਦੀ ਯਾਦ ਨੂੰ ਉਹ ਸਰਕਲ ਦੇ ਸ਼ਾਮਿਲ ਜ਼ਰੂਰ ਰੱਖੀਏ ਨਾ, ਫਿਰ ਗੱਲ ਬਣਦੀ ਹੈ। ਇਹ ਸਾਰੀਆਂ ਚੀਜ਼ਾਂ, ਪੈਸਾ, ਇਸਤਰੀ, ਜਾਇਦਾਦ, ਇਹ ਜੀਵਨ 'ਚ ਆਨੰਦ ਨਹੀਂ ਦਿੰਦੀਆਂ। ਔਖੇ ਸਮੇਂ ਕੋਈ ਸਾਥ ਨਹੀਂ ਦਿੰਦਾ। ਬੰਦਾ ਸਭ ਕੁਝ ਹੁੰਦਿਆਂ ਵੀ ਕੰਗਾਲ ਹੀ ਰਹਿੰਦਾ। ਸਭ ਕੁਝ ਹੋਵੇ ਬੰਦੇ ਕੋਲ, ਪਰ ਫਿਰ ਵੀ ਬੰਦਾ ਕੰਗਾਲ ਹੈ। ਸੀ ਟੀਮ ਦਾ ਸਵਾਲ, ਕਹਿੰਦੇ ਤੂੰ ਜਿਸ ਚੀਜ਼ ਤੇ ਹੰਕਾਰ ਕਰਦਾ ਉਹ ਤਾਂ ਪਲ ਛਿਣ ਦੇ ਵਿੱਚ ਨਾਸ਼ ਹੋਣ ਵਾਲੀ, ਬਿਨਸ ਜਾਣ ਵਾਲੀ ਹੈ। ਕਿਸ ਚੀਜ਼ ਦੀ ਗੱਲ ਕੀਤੀ ਹੈ? ਬਿਲਕੁਲ ਠੀਕ ਜੀ। 2 ਅੰਕ ਦੇ ਦਿਓ ਜੀ। ਗਰਭ ਕਰਤ ਹੈ ਦੇਹ ਕੋ, ਤੂੰ ਆਪਣੇ ਸਰੀਰ ਤੇ ਮਾਣ ਕਰੀ ਬੈਠਾ, ਤਨ ਤੇ ਮਾਣ ਕਰੀ ਬੈਠਾ ਹੈ। ਅੱਜ ਦੇਖੋ ਬੰਦਾ ਸਾਰਾ ਕੁਝ ਤਨ ਤੇ ਫੋਕਸਡ ਹੋ ਗਿਆ। ਬੰਦਾ ਈਵਨ ਧਰਮ ਵੀ ਕਮਾਉਂਦਾ, ਤਨ ਤੱਕ ਸੀਮਤ ਆ ਉਹਦਾ। ਜੇ ਉਹ ਬੰਦਾ ਸਜਾਉਂਦਾ ਹੈ ਤਾਂ ਸਰੀਰ ਨੂੰ ਸਜਾ ਰਿਹਾ, ਤਨ ਨੂੰ ਡੈਕੋਰੇਟ ਕਰ ਰਿਹਾ ਹੈ। ਮਨ ਬਾਰੇ ਕੌਣ ਸੋਚਦਾ ਹੈ? ਮਨ ਨੂੰ ਡੈਕੋਰੇਟ ਕਰਨ ਬਾਰੇ ਕਿੱਥੇ ਹੁੰਦਾ? ਬਿਊਟੀ ਪਾਰਲਰ ਬਹੁਤ ਖੁੱਲ ਗਏ ਨੇ ਦੂਜੇ। ਮਨ ਨੂੰ ਸਜਾਉਣ ਦੀ ਗੱਲ ਕਿੱਥੇ ਹੋ ਰਹੀ ਹੈ? ਤੇ ਜੇ ਤਨ ਦਾ ਕੋਈ ਪੱਖ ਕਮਜ਼ੋਰ ਹੋ ਜਾਏ ਨਾ, ਕਿਤੇ ਵੀ ਤਨ ਦਾ ਕੋਈ ਸਿਰ ਦੁਖਣ ਲੱਗ ਜੇ, ਪੇਟ ਦਰਦ ਕਰਨ ਲੱਗ ਜੇ, ਕੋਈ ਚੂਲ ਹਿੱਲ ਜੇ ਤਨ ਦੀ, ਤਾਂ ਫਿਰ ਡਾਕਟਰਾਂ ਕੋਲੇ ਭੱਜਦਾ ਦਵਾਈਆਂ, ਕੈਪਸੂਲ ਖਾਣ ਦੇ ਲਈ। ਪਰ ਬੰਦਾ ਕਦੇ ਵੀ ਇੰਨਾ ਫਿਕਰਮੰਦ ਆਪਣੇ ਮਨ ਲਈ ਨਹੀਂ ਹੁੰਦਾ ਕਿ ਮੇਰਾ ਮਨ ਵੀ ਕਿਤੇ ਕਮਜ਼ੋਰ ਹੈ। ਮਨ ਭਾਵੇਂ ਮੁਰਦਾ ਹੋ ਜਾਏ, ਇਹਦੇ ਬਾਰੇ 1 ਮਿੰਟ ਵੀ ਸਾਡੇ ਕੋਲ ਸੋਚਣ ਲਈ ਨਹੀਂ ਹੈ। ਤਾਂ ਕਿਹਾ ਗਰਭ ਕਰਤ ਹੈ ਦੇਹ ਕੋ, ਤੂੰ ਮਾਣ ਕਰੀ ਬੈਠਾ ਆਪਣੇ ਤਨ ਤੇ, ਇਹ ਤਾਂ ਬਿਨਸ ਜਾਣੀ ਹੈ। ਤੇ ਜਿਹੜੀ ਚੀਜ਼ ਰਹਿਣੀ ਹੈ ਤੇਰੇ ਕੋਲੇ, ਤੂੰ ਉਹਦੇ ਬਾਰੇ ਕੋਈ ਫਿਕਰ ਹੀ ਨਹੀਂ ਕਰਦਾ। ਨਾ ਇਹਨੂੰ ਸਜਾ ਰਹੇ ਹੈ, ਨਾ ਇਹਨੂੰ ਤੰਦਰੁਸਤ ਰੱਖ ਰਿਹਾ। ਤੇਰਾ ਮਨ ਬਿਮਾਰ ਵੀ ਹੋਇਆ ਪਿਆ ਤੇ ਤੇਰਾ ਮਨ ਕਰੂਪ ਵੀ ਹੋਇਆ ਪਿਆ। ਇਹਨੂੰ ਸਜਾ,
ਇਹਦੇ ਬਾਰੇ ਸੋਚ, ਜੇ ਸੋਚਣਾ ਜੇ ਜੀਵਨ ਨੂੰ ਸਫਲ ਕਰਨਾ। ਨਹੀਂ ਤਾਂ ਮੈਂ ਫਿਰ ਕਦੇ ਯਾਦ ਕਰਾ ਦਿਆਂ, ਨਹੀਂ ਜੀਵਨ ਸਾਰਾ ਜੀਵਨ ਭਟਕਣਾ 'ਚ ਰਹਾਂਗੇ, ਸਾਰਾ ਜੀਵਨ ਰੋਣਾ ਧੋਣਾ ਬਣਿਆ ਰਹੂਗਾ, ਸਾਰੀ ਜ਼ਿੰਦਗੀ ਡੋਲਦੇ ਰਹਾਂਗੇ, ਸਾਰਾ ਜੀਵਨ ਆਕਾਰਸ ਚਲਾ ਜਾਊਗਾ ਜੇ ਇਹ ਯੁਗਤਾਂ ਅਸੀਂ ਨਹੀਂ ਸਿੱਖਾਂਗੇ ਗੁਰੂ ਸਾਹਿਬ ਦੇ ਸ਼ਲੋਕਾਂ ਦੇ ਵਿੱਚੋਂ। ਡੀ ਟੀਮ ਦਾ ਸਵਾਲ ਇਹ ਕਹਿੰਦੇ ਵੱਡੇ ਵੱਡੇ ਨਾਵਾਂ ਵਾਲੇ ਤੇ ਵੱਡੇ ਵੱਡੇ ਪਰਿਵਾਰਾਂ ਵਾਲੇ ਵੀ ਚਲੇ ਗਏ, ਉਹ ਵੀ ਨਹੀਂ ਰਹੇ। ਉਦਾਹਰਨ ਦੇ ਕੇ ਸੰਸਾਰ ਦੀ ਨਾਸ਼ਮਾਨਤਾ ਸਮਝਾਈ। ਕੀ ਉਦਾਹਰਨ ਦਿੱਤੀ? ਰਾਵਣ ਗਏ ਜਾਕੋ ਬਹੁਤ ਪਰਿਵਾਰ। ਬਿਲਕੁਲ ਠੀਕ ਜੀ। ਰਾਮ ਗਇਓ, ਰਾਵਣ ਗਇਓ, ਜਾਕੋ ਬਹੁ ਪਰਿਵਾਰ। ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਇਹਨਾਂ ਦੇ ਪਰਿਵਾਰ ਵੀ ਚਲੇ ਗਏ, ਜਿਨ੍ਹਾਂ ਦੇ ਕਹਿੰਦੇ ਲੱਖਾਂ ਪੁੱਤ ਪੋਤਰੇ ਤੇ ਪੜਪੋਤਰੇ ਸੀ ਅੱਗੇ ਇਹਨਾਂ ਦੇ, ਰਾਵਣ ਦੇ, ਸਭ ਚਲੇ ਗਏ ਨੇ। ਰਾਮ ਨੇ ਵੀ ਚਲੇ ਜਾਣਾ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹਨਾਂ 'ਚ ਕੁਛ ਵੀ ਥਿਰ ਨਹੀਂ ਹੈ, ਇਹ ਚਲੇ ਜਾਣਾ ਸਾਰਿਆਂ ਨੇ, ਕੋਈ ਵੀ ਰਹਿਣਾ ਨਹੀਂ ਹੈ। ਦੋਵਾਂ ਕਿਹਨਾਂ ਨੂੰ ਦਿਓ ਜੀ? ਤਾੜੀਆਂ ਜ਼ਰੂਰ ਪਲੀਜ਼ ਮਾਰ ਦਿਆ ਕਰੋ ਜੀ, ਥੋੜਾ ਹੌਸਲਾ ਟੀਮਾਂ ਦਾ ਵਧਿਆ ਰਹਿੰਦਾ। ਬੜੀ ਤਿਆਰੀ ਕਰਕੇ ਟੀਮਾਂ ਆਈਆਂ ਨੇ। ਈ ਟੀਮ ਦਾ ਸਵਾਲ ਫਿਰ ਕਹਿੰਦੇ ਨੇ ਅੱਗੇ ਜੀ, ਕਹਿੰਦੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਸਾਰੇ ਛੱਡ ਕੇ ਸੰਗ ਸਾਥ। ਅੱਗੇ ਜਾ ਕੇ ਨਾ ਇੱਕ ਥਾਂ ਤੇ ਉਹ 3 ਚੀਜ਼ਾਂ ਦੱਸੀਆਂ ਇੱਕ ਸ਼ਲੋਕ ਦੇ ਵਿੱਚ। ਇਹ ਤਾਂ ਛੱਡ ਜਾਣਗੇ ਚੀਜ਼ਾਂ ਸਾਰੀਆਂ। ਉਹ 3 ਚੀਜ਼ਾਂ ਦੱਸੀਆਂ ਜਿਹੜੀਆਂ ਕਹਿੰਦੇ ਨਾਲ ਨਿਭਦੀਆਂ। ਹੁਣ ਇਹ ਵੀ ਦੱਸ ਰਹੇ ਨੇ ਕਿਹੜੀਆਂ 3 ਚੀਜ਼ਾਂ ਨਿਭਦੀਆਂ ਨਾਲ। ਬਿਲਕੁਲ ਠੀਕ ਜੀ, 2 ਅੰਕ ਦਿਓ ਜੀ ਇਹਨਾਂ ਨੂੰ। ਨਾਮ ਰਹਿਓ, ਸਾਧੂ ਰਹਿਓ। ਨਾਮ ਕੀ ਹੁੰਦਾ ਹੈ? ਪਰਮਾਤਮਾ ਦੀ ਯਾਦ। ਸਾਧੂ ਕੌਣ ਹੁੰਦਾ ਹੈ? ਨਾਮ ਜਪਣ ਵਾਲਾ। ਰਹਿਓ ਗੁਰੂ ਗੋਬਿੰਦ ਕੌਣ ਹੈ? ਨਾਮ ਜਪਾਉਣ ਵਾਲਾ। ਇਹ 3 ਚੀਜ਼ਾਂ ਕਹਿੰਦੇ ਤੇਰੇ ਨਾਲ ਰਹਿਣਗੀਆਂ। ਕਾਹਦੇ ਲਈ ਰਹਿਣਗੇ? ਤੇਰੀ ਸਿਕਿਉਰਿਟੀ ਦੇ ਲਈ ਰਹਿਣਗੀਆਂ। ਜਿਹੜਾ ਅਸੀਂ ਕਹਿੰਦੇ ਨੇ ਔਖੇ ਵੇਲੇ ਕੰਮ ਹੋਣਗੇ। ਔਖੇ ਵੇਲੇ ਨਾ ਭੈਣ ਭਰਾ ਕੰਮ ਹੋ, ਨਾ ਰਿਸ਼ਤੇਦਾਰ ਕੰਮ ਹੋ, ਨਾ ਕੋਈ ਹੋਰ ਕੰਮ ਆਵੇ। ਔਖੇ ਵੇਲੇ 3 ਚੀਜ਼ਾਂ ਹੀ ਕੰਮ ਹੋਣੀਆਂ। ਸਾਡੀ ਸਿਕਿਉਰਿਟੀ ਕਰਨ ਵਾਲੀਆਂ 3 ਚੀਜ਼ਾਂ ਹੀ ਹੈ, ਪਰ ਇੱਕ ਸ਼ਰਤ ਨਾਲ ਲਾਈ ਹੈ। ਕੰਮ ਉਦੋਂ ਆਉਣਗੀਆਂ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿਨ ਜਪਿਓ ਗੁਰਮੰਤ, ਜਦੋਂ ਤੇਰਾ ਜੀਵਨ ਗੁਰੂ ਦੀ ਆਗਿਆ ਦੇ ਮੁਤਾਬਕ ਚੱਲੂਗਾ। ਫਿਰ ਇਹ ਚੀਜ਼ਾਂ ਤੇਰੀ ਸਿਕਿਉਰਿਟੀ ਵਿੱਚ ਖੜੀਆਂ, ਫਿਰ ਇਹ ਤੇਰੇ ਬਾਡੀਗਾਰਡ ਬਣ ਕੇ ਖੜੀਆਂ ਨੇ। 3 ਚੀਜ਼ਾਂ ਤੈਨੂੰ ਬਚਾਉਣਗੀਆਂ ਜ਼ਿੰਦਗੀ ਦੇ ਵਿੱਚ, ਤੈਨੂੰ ਔਖੇ ਵੇਲਿਆਂ ਤੋਂ ਸੰਕਟਾਂ ਦੇ ਵਿੱਚੋਂ ਕੱਢ ਲੈਣਗੀਆਂ। ਬਹੁਤ ਵਧੀਆ ਜੀ, ਬੜੀ ਵਧੀਆ ਤਿਆਰੀ ਕਰਕੇ ਟੀਮਾਂ ਆਈਆਂ ਨੇ। ਇਸ ਤੋਂ ਬਾਅਦ ਮੈਂ ਅੰਕ ਪੁੱਛ ਲਾਂਗੇ ਇੱਕ ਵਾਰੀ। ਐਫ ਟੀਮ ਦਾ ਸਵਾਲ ਆ ਗਿਆ। ਕੰਟੈਕਸਟ ਉਹੀ ਹੈ ਸੰਗ ਸਾਥ ਵਾਲਾ। ਕਹਿੰਦੇ ਜੇ ਤੇਰਾ ਜੀਵਨ ਇਉਂ ਹੀ ਨਿਰਾਰਥ ਜਾ ਰਿਹਾ ਹੈ, ਜਵਾਨੀ ਵੀ ਨਿਕਲ ਗਈ, ਬੁਢੇਪਾ ਵੀ ਨਿਕਲ ਗਿਆ ਤੇਰਾ, ਤਾਂ ਕਹਿੰਦੇ ਵੀ ਤੁਸੀਂ ਅਗਵਾਈ ਤਾਂ ਕਰੋ ਵੀ ਨਾਲ ਕੀ ਨਿਭਣਾ ਹੈ। ਉਹ ਆਪਾਂ ਦੇਖਿਆ ਵੀ ਰੱਬ ਨਾਲ ਨਿਭਦਾ। ਠੀਕ ਹੈ, ਪਰਮਾਤਮਾ ਨੇ ਨਿਭਣਾ, ਨਾਮ ਨੇ ਨਿਭਣਾ ਨਾਲ। ਉਹ ਸਦਾ ਹੀ ਹੈ ਪਰਮਾਤਮਾ। ਤੁਹਾਡਾ ਸਵਾਲ ਇਹ ਹੈ ਵੀ ਇੱਕ ਸ਼ਲੋਕ ਦੇ ਵਿੱਚ ਨਾ ਉਸ ਪਰਮਾਤਮਾ ਦੀਆਂ 3 ਕੁਆਲਿਟੀਜ਼ ਦੱਸੀਆਂ, ਪਰਮਾਤਮਾ ਦੀਆਂ ਜਿਹਨੇ ਨਾਲ ਨਿਭਣਾ। 3 ਕੁਆਲਿਟੀਜ਼ ਪਰਮਾਤਮਾ ਦੀਆਂ ਦੱਸੀਆਂ। ਉਹ ਕਿਹੜੀਆਂ ਕੁਆਲਿਟੀਜ਼ ਹੈ? 3 ਪਤਾ ਵੀ ਤਾਂ ਹੋਵੇ ਨਾ, ਜਿਹਨੇ ਨਾਲ ਨਿਭਣਾ ਉਹਦੀਆਂ ਕੁਆਲਿਟੀਜ਼ ਕੀ ਹੈਗੀਆਂ, ਉਹ ਕੀ ਕਰ ਸਕਦਾ ਹੈ, ਕੈਪੈਸਿਟੀ ਕੀ ਹੈ, ਉਹਦਾ ਕੀ ਸਮਰੱਥਾ ਹੈ ਉਸ ਜਿਹਨੇ ਨਾਲ ਨਿਭਣਾ ਸਾਡੇ। ਸੌਰੀ ਟਾਈਮ ਲੰਘ ਗਿਆ ਤੁਹਾਡਾ ਜੀ, ਤੇ ਪਾਸ ਰਾਊਂਡ ਵੀ ਨਹੀਂ ਸੀ ਹੈ। ਮੈਂ ਦੱਸ ਦੇਣਾ, ਉਹ ਹੈਗਾ ਪਤਿਤ ਉਦਾਹਰਨ ਇੱਕ ਚੀਜ਼, ਭੈ ਹਰਨ ਦੂਜੀ ਚੀਜ਼, ਹਰ ਅਨਾਥ ਕੋ ਨਾਥ। ਇਹ 3 ਕੁਆਲਿਟੀਜ਼ ਹੈ ਪਰਮਾਤਮਾ ਦੀਆਂ। ਕਹੋ ਨਾਨਕ ਤਹਿ ਜਾਣੀਏ ਸਦਾ ਬਸਤ ਤੁਮ ਸਾਥ। ਉਹਨੇ ਸਦਾ ਤੇਰੇ ਨਾਲ ਰਹਿਣਾ। ਯਾਦ ਰੱਖੀਏ, ਪਹਿਲੀ ਕੁਆਲਿਟੀ ਹੈ ਪਤਿਤ ਉਦਾਹਰਨ। ਕਹਿੰਦੇ ਪਹਿਲੀ ਗੱਲ ਤੇ ਗੁਨਾਹ ਕਰਨਾ, ਪਹਿਲੀ ਗੱਲ ਤੇ ਗੁਨਾਹ ਕਰੀਏ ਹੀ ਨਾ। ਪਰ ਕਹਿੰਦੇ ਜੇ ਗੁਨਾਹ ਹੋ ਗਏ ਤੇ ਘਬਰਾ ਨਾ, ਪਰਮਾਤਮਾ ਪਤਿਤ ਉਦਾਹਰਨ ਹੈ, ਤੈਨੂੰ ਉਧਾਰ ਲੂਗਾ, ਬਚਾ ਲੂਗਾ ਤੈਨੂੰ, ਪਰ ਜੇ ਸਾਥੀ ਬਣਾਏਗਾ। ਦੂਜੀ ਗੱਲ ਭੈ ਹਰਨ। ਜ਼ਿੰਦਗੀ ਦੀ ਸਭ ਤੋਂ ਵੱਡੀ ਟ੍ਰੈਜਡੀ ਅੱਜ ਡਰ ਹੈ ਬੰਦੇ ਦੇ ਜੀਵਨ 'ਚ। ਡਰੀ ਜਾਂਦਾ ਬੰਦਾ, ਮੇਰੇ ਨਾਲ ਕੀ ਬਣੂਗਾ, ਕਿੱਦਾਂ ਹੋਊਗਾ। ਉਹ ਭੈ ਹਰਨ ਵਾਲਾ ਵੀ ਹੈ। ਤੇ ਅਨਾਥਾਂ ਦਾ ਨਾਥ ਵੀ ਹੈ, ਜਿਹਦਾ ਕੋਈ ਵੀ ਨਹੀਂ ਬਣਦਾ ਨਾ ਜ਼ਿੰਦਗੀ 'ਚ, ਉਹਦਾ ਮਾਲਕ ਵੀ ਪਰਮਾਤਮਾ ਬਣ ਜਾਂਦਾ ਹੈ। ਤੇ ਗੁਰੂ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਕਹਿ ਰਹੇ ਨੇ। ਕਹਿੰਦੇ ਹੁਣ ਤੇਰੀ ਗਲਤੀ ਹੈ, ਥੋੜਾ ਧਿਆਨ ਦਿਓ ਜੀ ਸਾਰੇ। ਕਹਿੰਦੇ ਹੁਣ ਤੇਰੀ ਗਲਤੀ ਹੈ ਕਿ ਜੇ ਤੂੰ ਅੱਜ ਵੀ ਦੁਖੀ ਹੈ, ਇਹ ਤੇਰੀ ਗਲਤੀ ਹੈ ਜੇ ਤੂੰ ਅੱਜ ਵੀ ਪਰੇਸ਼ਾਨੀਆਂ 'ਚ ਘਿਰਿਆ ਹੈ। ਇਹ ਤੇਰੀ ਗਲਤੀ ਹੈ ਜੇ ਤੂੰ ਅੱਜ ਵੀ ਦਰ ਦੀਆਂ ਠੋਕਰਾਂ ਖਾ ਰਿਹਾ ਜ਼ਿੰਦਗੀ ਦੇ ਵਿੱਚ। ਉਹ ਇਸ ਲਈ ਨਹੀਂ ਹੈ ਕਿ ਤੂੰ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਸੀ, ਉਹ ਇਸ ਲਈ ਹੈ ਕਿ ਤੂੰ ਪਰਮਾਤਮਾ ਨੂੰ ਪਛਾਣ ਹੀ ਨਹੀਂ ਸਕਿਆ ਵੀ ਮੇਰਾ ਸਾਥ ਕਿਹਨੇ ਨਿਭਣਾ। ਤੂੰ ਤਾਂ ਦੂਜਿਆਂ ਨੂੰ ਸੰਗੀ ਸਾਥੀ ਬਣਾਉਂਦਾ ਰਿਹਾ, ਪਰ ਜਿਹੜਾ ਸਦਾ ਬਸਤ ਤੁਮ ਸਾਥ ਸੀਗਾ, ਤੂੰ ਉਹਨੂੰ ਆਪਣਾ ਸਾਥੀ ਨਹੀਂ ਬਣਾਇਆ। ਤੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਸਾਥੀ ਚਾਹੁੰਦਾ ਜਿਹੜਾ ਹਰ ਵੇਲੇ ਤੇਰੇ ਕੰਮ ਆਵੇ, ਜੇ ਤੂੰ ਚਾਹੁੰਦਾ
ਉਹ ਸਾਥੀ ਜਿਹੜਾ ਤੈਨੂੰ ਹਰ ਵੇਲੇ ਸੁਰੱਖਿਅਤ ਰੱਖ ਸਕੇ ਮੁਸੀਬਤਾਂ ਦੇ ਵਿੱਚੋਂ, ਤੇ ਜਿਹਦੀ ਗੋਦ ਵਿੱਚ ਤੂੰ ਪ੍ਰਸੰਨ ਰਹਿ ਸਕੇ, ਫਿਰ ਉਹ ਪਤੀ ਤੋਂ ਉਦਾਹਰਣ ਭੈ ਹਰਨ ਹਰਾ ਨਾਥ ਕੋ ਨਾਥ ਹੀ ਹੈ, ਹੋਰ ਕੋਈ ਨਹੀਂ। ਰਾਊਂਡ ਨੰਬਰ 5 ਪਾਸ ਰਾਊਂਡ ਹੈ। A ਟੀਮ ਦਾ ਸਵਾਲ। ਇੱਕ ਹੁੰਦਾ ਡਰ, ਇੱਕ ਹੁੰਦੀ ਹੈ ਭੈੜੀ ਮੱਤ। ਗੁਰੂ ਸਾਹਿਬ ਨੇ ਇਹਨਾਂ ਸ਼ਲੋਕਾਂ 'ਚ ਡਰ ਤੇ ਭੈੜੀ ਮੱਤ ਨੂੰ ਖਤਮ ਕਰਨ ਦੀ ਜੁਗਤ ਜਿਹੜੀ ਹੈਗੀ ਹੈ ਉਹ ਦੱਸੀ ਹੈ। ਜੇ ਦੁਰਮਤ ਨੂੰ ਗੁਰਮਤ ਵਿੱਚ ਤਬਦੀਲ ਕਿਵੇਂ ਕੀਤਾ ਜਾ ਸਕਦਾ, ਉਹ ਜੁਗਤ ਦੱਸੀ, ਕਿੱਥੇ ਦੱਸੀ? ਬਿਲਕੁਲ ਜਵਾਬ ਤੁਹਾਡਾ ਹੋ ਗਿਆ ਜੀ। ਪੈ ਨਾਸਨ ਦੁਰਮਤ ਹਰਨ। ਕੀ ਚੀਜ਼ ਹੈ? ਕੱਲ ਮੈਂ ਹਰ ਕੋ ਨਾਮ, ਪ੍ਰਮਾਤਮਾ ਦਾ ਨਾਮ ਹੈ, ਪ੍ਰਮਾਤਮਾ ਦੀ ਯਾਦ, ਪ੍ਰਮਾਤਮਾ ਦੇ ਗੁਣ ਹੀ ਹੈ ਜਿਹੜੇ ਤੁਹਾਡੀ ਭੈੜੀ ਮੱਤ ਨੂੰ ਤੇ ਡਰ ਨੂੰ ਦੂਰ ਕਰ ਦੇਣਗੇ। ਕਿ ਮੈਂ ਦੱਸ ਦਿਆਂ ਕਿ ਭੈੜੀ ਮੱਤ ਤੇ ਡਰ ਦਾ ਆਪਸ ਬੜਾ ਵੱਡਾ ਸੰਬੰਧ ਹੈ। ਡਰ ਉੱਥੇ ਹੀ ਹੁੰਦਾ ਜਿੱਥੇ ਭੈੜੀ ਮੱਤ ਹੁੰਦੀ ਹੈ। ਮੈਂ ਨਹੀਂ ਕਹਿ ਰਿਹਾ, ਬਾਣੀ ਦੇ ਵਿੱਚ ਲਿਖਿਆ ਸੋ ਡਰੇ ਜੇ ਪਾਪ ਕਮਾਉਂਦਾ। ਪਾਪੀ ਬੰਦਾ ਹੀ ਡਰਦਾ ਜੀਵਨ 'ਚ, ਹੋਰ ਕੋਈ ਡਰਦਾ ਨਹੀਂ ਹੈ। ਡਰ ਉਹਦੇ ਜੀਵਨ 'ਚ ਹੀ ਹੁੰਦਾ ਹੈ। ਤੇ ਇਹਨੂੰ ਖਤਮ ਕਰਨ ਦੀ ਜੁਗਤ ਗੁਰੂ ਸਾਹਿਬ ਨੇ ਕੀ ਸਮਝਾਈ ਹੈ ਕਿ ਤੂੰ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਜੀਵਨ 'ਚ ਧਾਰਨ ਕਰ, ਉਹਦੇ ਗੁਣਾਂ ਨੂੰ। ਨਾਮ ਜਪਣ ਦਾ ਮਤਲਬ ਕਿ ਸਭ ਤੋਂ ਵੱਡਾ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ 'ਚ ਧਾਰਨ ਕਰ ਲੈਣਾ। ਜਦੋਂ ਤੂੰ ਚੰਗੇ ਗੁਣ ਧਾਰਨ ਕਰ ਲੇਗਾ ਤੇ ਭੈੜੀ ਮੱਤ ਆਪਣੇ ਆਪ ਵਿੱਚੋਂ ਨਿਕਲ ਜਾਏਗੀ। ਜਿਵੇਂ ਗੰਦੇ ਪਾਣੀ ਦੇ ਗਲਾਸ ਸਾਫ਼ ਪਾਣੀ ਪਾਈ ਚੱਲੀਏ ਨਾ, ਗੰਦਾ ਪਾਣੀ ਹੌਲੀ ਹੌਲੀ ਨਿਕਲ ਜਾਂਦਾ ਹੈ। ਇੱਦਾਂ ਜੇ ਅੱਜ ਭੈੜੀ ਮੱਤ ਸਾਡੇ ਅੰਦਰ ਹੈਗੀ ਹੈ ਤਾਂ ਕੀ ਕਰੀਏ? ਗੁਣ ਧਾਰਨ ਕਰਨੇ ਸ਼ੁਰੂ ਕਰੀਏ, ਭੈੜੀ ਮੱਤ ਆਪਣੇ ਆਪ ਵਿੱਚੋਂ ਨਿਕਲ ਜਾਏਗੀ। B ਟੀਮ ਦਾ ਸਵਾਲ। ਕਹਿੰਦੇ ਬਹੁਤ ਯਤਨ ਕੀਤੇ ਹੈ ਪਰ ਮਨ ਦਾ ਮਾਨ ਜਾਂ ਹੰਕਾਰ ਖਤਮ ਨਹੀਂ ਹੋਇਆ। ਕਿਹੜੀ ਜੁਗਤ ਦੱਸੀ ਹੈ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ, ਹੰਕਾਰ ਖਤਮ ਕਰਨ ਦੀ? ਜਤਨ ਬਹੁਤ ਮੈਂ ਕਰ ਰਹੀ ਹੋ ਮਿਟਿਓ ਨਾ ਮਨ ਨੂੰ ਨਾਨ ਗੁਰਮਤਿ ਸਿਓ ਨਾਨਕ ਜੋ ਰਾਹ ਲੈ। ਬਿਲਕੁਲ ਠੀਕ ਜੀ। ਦੋਵਾਂ ਕਿਹਨਾਂ ਦੇ ਵੀ ਮੈਨੂੰ ਲੱਗ ਰਿਹਾ ਕਿ ਟੀਮਾਂ ਬਰਾਬਰ ਚੱਲ ਰਹੀਆਂ ਜੀ। ਅੰਕ ਪੁੱਛ ਲੈਣੇ ਚਾਹੀਦੇ ਹਨ, ਪੁੱਛ ਕੇ ਰਾਊਂਡ ਖਤਮ ਹੋਣ ਤੋਂ ਬਾਅਦ ਪੁੱਛਦੇ ਆ। ਕਾਫੀ ਤਿਆਰੀ ਕਰਕੇ ਟੀਮਾਂ ਆਈਆਂ ਨੇ, ਤੋ ਮਨ ਦਾ ਮਾਨ ਨਹੀਂ ਮਿਟਦਾ ਬੜੀ ਕੋਸ਼ਿਸ਼ ਕਰਨ ਦੇ ਬਾਅਦ ਵੀ। ਇੱਕ ਸਮਝ ਲਈਏ ਇੱਥੇ ਮਾਨ ਕੀ ਹੁੰਦਾ ਹੈ? ਮਾਨ ਹੁੰਦਾ ਹੈ ਮੈਂ ਤੇ ਮੇਰੀ ਹਸਤੀ 'ਚ ਵਿਸ਼ਵਾਸ ਹੋਣਾ ਵੀ ਮੈਂ ਕੁਛ ਹੈਗੇ। ਤੇ ਨਾਮ ਕੀ ਹੁੰਦਾ ਹੈ? ਤੂੰ ਤੇ ਤੇਰੀ ਹਸਤੀ 'ਚ ਵਿਸ਼ਵਾਸ। ਤੇ ਗੁਰੂ ਸਾਹਿਬ ਇੱਥੇ ਕੀ ਜੁਗਤ ਦੱਸ ਰਹੇ ਨੇ? ਕਹਿੰਦੇ ਜੇ ਤੈਨੂੰ ਕਿਤੇ ਲੱਗੇ ਨਾ ਮਨ ਦਾ ਮਾਨ ਨਹੀਂ ਮਿਟ ਰਿਹਾ ਤਾਂ ਕਹਿੰਦੇ ਅਰਦਾਸ ਕਰ, ਆਏਂ ਕਹਿ ਦੁਰਮਤ ਸਿਓ ਨਾਨਕ ਫਦਿਓ। ਮੈਂ ਦੁਰਮਤ ਹੈ ਮੇਰੇ ਅੰਦਰ, ਮਨ ਤਾਂ ਜਾਣਾ ਪਰ ਤੇਰੇ 'ਚ ਦੁਰਮਤ ਹੈ, ਤੁਸੀਂ ਬਚਾ ਲਓ। ਮੇਰੇ ਕੋਲੋਂ ਮਨ ਦਾ ਮਾਨ ਨਹੀਂ ਮਿਟਦਾ ਪਿਆ, ਤੁਸੀਂ ਬਚਾਓ ਮੈਨੂੰ। ਅਰਦਾਸ ਕਰ, ਮਨ ਦਾ ਮਾਨ ਤੇਰਾ ਖਤਮ ਹੋ ਜਾਏਗਾ। ਮਤਲਬ ਇੰਨਾ ਕੀ ਹੈ ਕਿ ਜੇ ਮਨ ਦੇ ਮਾਨ ਨੂੰ ਖਤਮ ਕਰਨਾ ਹੈ ਤਾਂ ਉਹ ਨਾਮ ਨਾਲ ਖਤਮ ਕੀਤਾ ਜਾ ਸਕਦਾ ਹੈ। ਨਾਮ ਦੀ ਵਰਤੋਂ ਕਰਕੇ ਮਨ ਦਾ ਮਾਨ ਖਤਮ ਕੀਤਾ ਜਾ ਸਕਦਾ। C ਟੀਮ ਦਾ ਸਵਾਲ। ਜਿਸ ਬੰਦੇ ਦੇ ਜੀਵਨ 'ਚ ਦੁੱਖ ਤਕਲੀਫਾਂ ਜਾਂ ਪਰੇਸ਼ਾਨੀਆਂ ਹੋਣ, ਚਿੰਤਾਵਾਂ ਹੋਣ, ਰੁਕਾਵਟਾਂ ਹੋਣ ਤਾਂ ਕਹਿੰਦੇ ਸਮਝੋ ਉਹਦਾ ਜਿਹੜਾ ਵਾਸਾ ਨਾ ਜਮਾਂ ਦੇ ਘਰ 'ਚ ਹੈ। ਆਪਾਂ ਪਹਿਲਾਂ ਵੀ ਕੀਤਾ ਸੀ, ਜਮਾਂ ਦੇ ਘਰ 'ਚ, ਕਿਉਂਕਿ ਕਹਿੰਦੇ ਦੁੱਖ ਜਮ ਹੁੰਦੇ ਆ। ਇਹਨਾਂ ਤੋਂ ਬਚਣ ਦੀ ਕੀ ਜੁਗਤ ਹੈ? ਜਮਾਂ ਦੇ ਜਿਹੜਾ ਵਾਸ ਹੈਗਾ ਜਮਾਂ ਦੇ ਘਰ 'ਚ ਜੇ ਹੋ ਜੇ ਫਿਰ ਕਿਵੇਂ ਬਚਿਆ ਜਾ ਸਕਦਾ ਉਹ ਤੋਂ? ਕਮਾਲ ਹੋ ਗਈ ਜੀ, ਮਤਲਬ ਕਮਾਲ, ਕੋਈ ਸਵਾਲ ਵੀ ਸੁੱਕਾ ਨਹੀਂ ਜਾ ਰਿਹਾ ਵਿੱਚੋਂ। ਬਹੁਤ ਵਧੀਆ ਤਾਰੀ ਨਾਲ ਆਏ ਨੇ, ਬਹੁਤ ਵਧੀਆ ਜੀ, ਸ਼ਾਬਾਸ਼। ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਅੱਗੇ ਕਹਿੰਦੇ ਨੇ, ਕਹਿੰਦੇ ਕਹੋ ਨਾਨਕ ਸੁਣ ਰੇ ਮਨ ਪਰਤ ਨਾ ਜਮ ਕੇ ਧਾਮ। ਫਿਰ ਤੇ ਜਮ ਦੇ ਧਾਮ 'ਚ ਨਹੀਂ ਜਾਏਗਾ, ਤੇਰਾ ਬਾਦਸ਼ਾਹ ਜਮਾਂ ਦੇ ਧਾਮ 'ਚ ਨਹੀਂ ਹੋਏਗਾ। ਕਰਨਾ ਕੀ ਹੈ? ਦੇਖੋ ਇੱਕ ਸਮਝ ਲਈਏ, ਇਹ ਸਰੀਰ ਸਾਡਾ ਇੱਕ ਡੈਕ ਹੈ। ਡੈਕ ਹੁੰਦਾ ਨਾ ਉਹ 'ਚ ਇੱਕ ਪਲੇਸ ਵਿੱਚ ਹੁੰਦਾ ਤਾਂ ਸਮਝ ਲਈਏ ਸਾਡਾ ਮੂੰਹ ਪਲੇਸ ਵਿੱਚ ਹੈ ਤੇ ਕੰਨ ਸਾਡੇ ਕੀ ਹੈ? ਰਿਕਾਰਡਿੰਗਸ ਵਿੱਚ ਹੈ। ਜੋ ਕੰਨਾਂ ਦੇ ਨਾਲ ਰਿਕਾਰਡ ਕਰਾਂਗੇ, ਦੋ ਹੀ ਗੱਲਾਂ ਕੀਤੀਆਂ ਨੇ। ਜੀਵਾ ਦੀ ਗੱਲ ਕੀਤੀ ਹੈ ਤੇ ਕੰਨਾਂ ਦੀ ਗੱਲ ਕੀਤੀ ਹੈ ਸ਼ਲੋਕ 'ਚ। ਜੋ ਕੰਨ ਰਿਕਾਰਡ ਕਰਦੇ ਆ ਉਹੀ ਮੂੰਹ ਬਾਹਰ ਕੱਢਦਾ, ਉਹੀ ਪਲੇ ਹੋਊਗਾ, ਹੋਰ ਨਹੀਂ ਹੋਣਾ। ਤੇ ਗੁਰੂ ਸਾਹਿਬ ਇਹ ਸ਼ਲੋਕ 'ਚ ਸਮਝਾਉਣਾ ਚਾਹੁੰਦੇ, ਕਹਿੰਦੇ ਅੱਜ ਕੋਈ ਬੰਦਾ ਚਾਹੁੰਦਾ ਹੈ ਵੀ ਕੋਈ ਬੰਦਾ ਆਪਦੇ ਘਰ ਦਾ ਕੂੜਾ ਸੁੱਟ ਚੱਕ ਕੇ ਉਹਦੇ ਘਰ ਦੇ ਅੱਗੇ ਸੁੱਟ ਜੇ? ਕੋਈ ਚਾਹੁੰਦਾ ਇਸ ਗੱਲ ਨੂੰ? ਕੋਈ ਵੀ ਨਹੀਂ ਚਾਹੁੰਦਾ। ਤੇ ਕਹਿੰਦੇ ਫਿਰ ਬੰਦਾ ਇਸ ਗੱਲ ਨਾਲ ਕਿਉਂ ਸਹਿਮਤ ਹੋ ਜਾਂਦਾ ਹੈ ਕਿ ਕੋਈ ਵਿਚਾਰਾਂ ਦੀ ਗੰਦਗੀ, ਗੰਦੇ ਵਿਚਾਰ ਉਹਦੇ ਕੰਨਾਂ 'ਚ ਪਾ ਜਾਵੇ? ਇਸ ਗੱਲ ਨਾਲ ਬੰਦਾ ਕਿਉਂ ਸਹਿਮਤ ਹੋ ਜਾਂਦਾ ਹੈ? ਘਰ ਦੇ ਅੱਗੇ ਸੁੱਟਿਆ ਕੂੜਾ ਤਾਂ ਬੜੀ ਛੇਤੀ ਸਫਾਈ ਹੋ ਸਕਦੀ ਹੈ, ਪਰ ਜਿਹੜੇ ਗੰਦੇ ਵਿਚਾਰ ਇੱਕ ਵਾਰੀ ਕੰਨਾਂ 'ਚ ਪੈ ਗਏ, ਉਹ ਵਿਚਾਰ ਸਾਫ਼ ਕਰਦਿਆਂ ਤਾਂ ਜਨਮ ਲੰਘ ਜਾਂਦੇ ਨੇ। ਉਹਨਾਂ ਵਿਚਾਰਾਂ ਨੂੰ ਸਾਫ਼ ਕਰਨਾ ਬੜਾ ਹੀ ਔਖਾ ਕੰਮ ਹੈ। ਗੰਦੀਆਂ ਵਿਚਾਰਾਂ ਸਾਫ਼ ਨਹੀਂ ਹੁੰਦੀਆਂ। ਬਸ ਇਹ ਗੱਲ ਯਾਦ ਰੱਖੀਏ ਕਿ ਜੋ ਅਸੀਂ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਹਿੱਸਾ ਬਣਦਾ, ਸਾਡੇ ਖੂਨ ਦਾ ਹਿੱਸਾ ਬਣਦਾ, ਪਰ
ਜੋ ਅਸੀਂ ਸੁਣਦੇ ਹਾਂ ਉਹ ਸਾਡੀ ਜ਼ਮੀਰ ਦਾ ਹਿੱਸਾ ਵੀ ਬਣਦਾ ਤੇ ਸਾਡੇ ਸੁਭਾਅ ਦਾ ਹਿੱਸਾ ਵੀ ਬਣਦਾ। ਜੋ ਕੰਨ ਸੁਣਦੇ ਪਏ ਨੇ, ਇਸ ਕਰਕੇ ਬੀ ਕੇਅਰਫੁਲ ਕਿ ਕੰਨਾਂ ਨੇ ਕੀ ਸੁਣਨਾ ਹੈ। ਤਾਂ ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਕਿਹਾ ਕਿ ਜੇ ਜਮਾਂ ਦੇ ਧਾਮ ਤੋਂ ਬਚਣਾ ਹੈ, ਦੁੱਖਾਂ ਦੀਆਂ ਫਾਹੀਆਂ ਤੋਂ ਬਚਣਾ ਹੈ, ਤਾਂ ਫਿਰ ਦੋ ਚੀਜ਼ਾਂ ਸਿੱਖ ਲੈ। ਜਿਹਵਾ ਇਹ ਕੰਮ ਕਰਨੇ ਸ਼ੁਰੂ ਕਰ, ਜਿਹਵਾ ਗੁਣ ਗੋਬਿੰਦ ਸੁਣੋ। ਜੇ ਗੁਣ ਗੋਬਿੰਦ ਸੁਣੇਗਾ ਤਾਂ ਮੂੰਹ ਵਿੱਚੋਂ ਉਹੀ ਨਿਕਲੂਗਾ। ਕਰਨ ਸੁਣੇ ਹਰਨ, ਕੰਨਾਂ ਨੂੰ ਸੁਣਨ ਲਾਈਏ ਤੇ ਮੂੰਹ ਫੇਰ ਹੀ ਬੋਲੇਗਾ। ਇਸ ਕਰਕੇ ਜੁਗਤ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਇਸ ਕਰਕੇ ਇਹ ਸ਼ਲੋਕ ਤਾਂ ਅਰਦਾਸ ਹੀ ਕਰ ਰਹੇ ਨੇ। ਮੈਨੂੰ ਤਾਂ ਇਹ ਲੱਗਦਾ ਕਿ ਵੀ ਜੇ ਨੈਣ ਦੇਖਣ ਤਾਂ ਤੈਨੂੰ ਦੇਖਣ, ਜੇ ਕੰਨ ਸੁਣਨ ਤਾਂ ਤੇਰਾ ਨਾਮ ਹੀ ਸੁਣਨ, ਜੇ ਮੇਰੇ ਪੈਰ ਚੱਲ ਕੇ ਜਾਣ ਤਾਂ ਤੇਰੇ ਪਾਸੇ ਵੱਲ ਨੂੰ ਚੱਲ ਕੇ ਜਾਣ, ਹੋਰ ਕਿਸੇ ਪਾਸੇ ਵੱਲ ਨੂੰ ਚੱਲ ਕੇ ਨਾ ਜਾਣ। ਇਹ ਅਰਦਾਸ ਹੈ ਗੁਰੂ ਸਾਹਿਬ ਦੇ ਸ਼ਲੋਕਾਂ ਦੇ ਵਿੱਚ। ਡੀ ਟੀਮ ਦਾ ਸਵਾਲ, ਜਿਉਂਦਿਆਂ ਜੀ ਮੁਕਤੀ, ਲਿਵਿੰਗ ਸਾਲਵੇਸ਼ਨ, ਜਿਉਂਦਿਆਂ ਜੀ ਮੁਕਤ ਕੌਣ ਹੈ ਸ਼ਲੋਕਾਂ ਦੇ ਮੁਤਾਬਕ? ਜਿਉਂਦਿਆਂ ਜੀ ਮੁਕਤ ਬਿਲਕੁਲ ਠੀਕ ਜੀ, ਦੋ ਅੰਕ ਇਹਨਾਂ ਨੂੰ ਵੀ ਦੇ ਦਿਓ। ਵੈਸੇ ਸ਼ਲੋਕਾਂ ਦੇ ਵਿੱਚ 4 ਥਾਵਾਂ ਤੇ ਜੀਵਨ ਮੁਕਤ ਹੋਣ ਦੀ ਜੁਗਤ ਸਮਝਾਈ ਹੈ। ਬਾਣੀ ਦੀ ਮੁਕਤੀ ਉਹ ਮੁਕਤੀ ਨਹੀਂ ਹੈ ਜਿਹੜੀ ਮਰਨ ਤੋਂ ਬਾਅਦ ਮਿਲਦੀ ਹੈ। ਬਾਣੀ ਦੀ ਮੁਕਤੀ ਜਿਉਂਦਿਆਂ ਦੀ ਮੁਕਤੀ ਹੈ। ਤੁਸੀਂ ਸ਼ਲੋਕ ਬੋਲਿਆ ਉਸਤਤ ਨਿੰਦਿਆ, ਕਿ ਜਿਹਨੂੰ ਉਸਤਤ ਦੀ ਵੀ ਪਰਵਾਹ ਨਾ ਹੋਵੇ, ਨਿੰਦਿਆ ਦੀ, ਕੋਈ ਉਸਤਤ ਕਰੇ ਤਾਂ ਵੀ ਕੋਈ ਗੱਲ ਨਹੀਂ, ਨਿੰਦਿਆ ਕਰੇ ਤਾਂ ਵੀ ਕੋਈ ਨਹੀਂ, ਕੋਈ ਫੁੱਲ ਸਿੱਟੇ ਸਿਰ 'ਚ ਤਾਂ ਵੀ ਕੋਈ ਗੱਲ ਨਹੀਂ, ਕੋਈ ਸਵਾਹ ਸੁੱਟਦੇ ਸਿਰ 'ਚ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਇੱਥੇ ਬੰਦੇ ਲਈ ਸੋਨਾ ਤੇ ਮਿੱਟੀ ਇੱਕ ਬਰਾਬਰ ਹੁੰਦੇ ਹੈ। ਬੜੀ ਵੱਡੀ ਫਿਲਾਸਫੀ ਜਿਹੜੀ ਹੈਗੀ ਹੈ ਜੀਵਨ ਮੁਕਤ ਹੋਣ ਦੀ ਗੁਰੂ ਸਾਹਿਬ ਨੇ ਸਮਝਾਈ ਹੈ। ਅਸੀਂ ਮਰਨ ਤੋਂ ਬਾਅਦ ਮੁਕਤ ਹੋਣ ਦਾ ਸਾਡੇ ਕੋਈ ਕਨਸੈਪਟ ਨਹੀਂ ਹੈ ਕਿ ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ। ਬਾਣੀ ਦਾ ਕਨਸੈਪਟ ਹੈ ਜਿਉਂਦਿਆਂ ਜੀ। ਇੱਕ ਗੱਲ ਮੈਂ ਇੱਥੇ ਕਹਿ ਦਿਆਂ, ਜਦੋਂ ਜੀਵਨ 'ਚ ਸੱਚ ਉਤਰਦਾ ਨਾ, ਉਦੋਂ ਜੀਵਨ 'ਚੋਂ ਅੱਤ ਮੁੱਕਦੀ ਹੈ। ਅੱਤ ਮਤਲਬ ਐਕਸਟ੍ਰੀਮਸ, ਉਸਤਤ ਤੇ ਨਿੰਦਿਆ ਦੋ ਐਕਸਟ੍ਰੀਮਸ ਹੈ, ਸੁੱਖ ਤੇ ਦੁੱਖ ਦੋ ਐਕਸਟ੍ਰੀਮਸ ਹੈ, ਮਾਣ ਤੇ ਅਪਮਾਨ ਦੋ ਐਕਸਟ੍ਰੀਮਸ ਹੈ। ਜਦੋਂ ਇਹ ਐਕਸਟ੍ਰੀਮਸ ਅੱਤ ਮੁੱਕਦੀ ਹੈ ਨਾ, ਫਿਰ ਬੰਦਾ ਸੱਚ ਵਾਲੇ ਪਾਸੇ ਨੂੰ ਤੁਰਦਾ ਹੈ। ਅਸੀਂ ਅੱਤ ਜੀਵਨ 'ਚੋਂ ਮੁਕਾਉਣੀ ਹੈ, ਨਾ ਦੁੱਖ ਦੀ ਪਰਵਾਹ ਨਾ ਸੁੱਖ ਦੀ। ਦੁੱਖ ਤੇ ਸੁੱਖ 'ਚ ਵੀ ਇੱਕ ਸਮਾਨ, ਉਸਤਤ ਨਿੰਦਿਆ 'ਚ ਵੀ ਇੱਕ ਸਮਾਨ, ਮਾਣ ਅਪਮਾਨ 'ਚ ਵੀ ਇੱਕ ਸਮਾਨ, ਕੋਈ ਪਰਵਾਹ ਨਹੀਂ। ਇਹ ਜੀਵਨ ਮੁਕਤ ਹੋਣ ਦੀ ਫਿਲਾਸਫੀ ਹੈ। ਈ ਟੀਮ ਦਾ ਸਵਾਲ, ਇੱਕ ਨਸ਼ਾ ਹੈ ਈ ਟੀਮ ਲਈ, ਇੱਕ ਨਸ਼ੇ ਦੀ ਗੱਲ ਕੀਤੀ, ਕਹਿੰਦੇ ਉਹਦੇ ਪ੍ਰਭਾਵ ਥੱਲੇ ਨਾ ਬੰਦਾ ਥੋੜਾ ਜਿਹਾ ਚਿਰ ਵੀ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ, ਉਹ 'ਚ ਅੰਨਾ ਹੋ ਜਾਂਦਾ ਉਸ ਨਸ਼ੇ 'ਚ। ਉਹ ਕਿਸ ਨਸ਼ੇ ਦੀ ਗੱਲ ਕੀਤੀ ਹੈ? ਈ ਟੀਮ ਬਿਲਕੁਲ ਠੀਕ ਹੈ ਜੀ। ਪ੍ਰਾਨੀ ਕਛੂ ਨਾ ਚੇਤੇ, ਮਦ ਮਾਇਆ ਕੇ ਅੰਧ। ਇੱਕ ਗੱਲ ਸਮਝੀਏ, ਸਰੀਰ ਦੇ ਸਾਰੇ ਅੰਗ ਵੀ ਪੂਰੇ ਹੋਣ ਨਾ, ਪਰ ਬੰਦੇ ਦੀ ਸੁਰਤ ਠੀਕ ਨਾ ਹੋਵੇ, ਆਪਾਂ ਕਹਿੰਦੇ ਇਹ ਤਾਂ ਬੇਸੁਰਤ ਜਾਏ, ਤਾਂ ਸੁਰਤ ਹੀ ਮਾਰੀ ਪਈ ਹੈ ਇਹਦੀ। ਤੇ ਕੋਈ ਵੀ ਕੰਮ ਜੀਵਨ ਦਾ ਠੀਕ ਨਹੀਂ ਹੁੰਦਾ ਜਦੋਂ ਸੁਰਤ ਗਵਾਚ ਜੇ। ਤੇ ਕਹਿੰਦੇ ਆਈ ਨਸ਼ੇ 'ਚ ਵੀ ਆਈ ਹੁੰਦਾ, ਕੋਈ ਨਸ਼ਾ ਕਰ ਲੇ ਬੰਦਾ, ਸੁਰਤ ਮਾਰੀ ਜਾਂਦੀ ਬੰਦੇ ਦੀ। ਤੇ ਗੁਰੂ ਸਾਹਿਬ ਇਸ ਸ਼ਲੋਕ 'ਚ ਕੀ ਕਹਿੰਦੇ ਨੇ? ਕਹਿੰਦੇ ਮਾਇਆ ਆਪਣੇ ਆਪ 'ਚ ਨਸ਼ਾ ਹੈ, ਮਾਇਆ ਵੀ ਆਪਣੇ ਆਪ 'ਚ ਨਸ਼ਾ ਹੈ। ਇੱਥੇ ਵੀ ਸੁਰਤ ਗਵਾਚ ਜਾਂਦੀ ਹੈ, ਤੇ ਸੁਰਤ ਗਵਾਚ ਕੀ, ਫਿਰ ਪਛਾਣ ਨਹੀਂ ਰਹਿੰਦੀ ਚੰਗੇ ਤੇ ਮਾੜੇ ਦੀ, ਫਿਰ ਪਛਾਣ ਨਹੀਂ ਰਹਿੰਦੀ ਜ਼ਹਿਰ ਤੇ ਅੰਮ੍ਰਿਤ ਦੀ। ਕਿਤੇ ਤੁਸੀਂ ਬਿਆਨ ਲਿਖਵਾਉਣ ਜਾਓ ਅਦਾਲਤ ਦੇ ਵਿੱਚ, ਕੋਰਟ 'ਚ ਜਾਓ ਕਿਤੇ ਨਾ, ਤੇ ਕੋਰਟ 'ਚ ਪਹਿਲਾਂ ਪੁੱਛਦੇ ਆ, ਲਿਖਾਉਂਦੇ ਆ ਕਿ ਮੈਂ ਪੂਰੇ ਹੋਸ਼ੋ ਹਵਾਸ ਵਿੱਚ ਬਿਆਨ ਕਰ ਰਿਹਾ। ਤੇ ਜੇ ਕਿਤੇ ਜੱਜ ਨੂੰ ਪਤਾ ਲੱਗ ਜੇ ਵੀ ਇਹ ਸੁਰਤ ਠੀਕ ਨਹੀਂ ਹੈਗੀ, ਨਸ਼ਾ ਕੀਤਾ ਹੋਇਆ ਇਹਦਾ, ਤਾਂ ਬਿਆਨ ਕੈਂਸਲ ਹੋ ਜਾਂਦੇ ਆ, ਕੀਤੇ ਫੈਸਲੇ ਕੈਂਸਲ ਹੋ ਜਾਂਦੇ ਨੇ, ਕਿਉਂਕਿ ਮਦ ਹੋਸ਼ ਦੇ ਵਿੱਚ ਲਿਆ ਫੈਸਲਾ ਕੋਈ ਵੀ ਠੀਕ ਨਹੀਂ ਹੁੰਦਾ। ਬਸ ਇਹ ਗੱਲ ਗੁਰੂ ਸਾਹਿਬ ਇੱਥੇ ਸਮਝਾ ਰਹੇ ਨੇ। ਕਹਿੰਦੇ ਨਸ਼ਾ ਕੱਲਾ ਸ਼ਰਾਬ ਦਾ ਨਹੀਂ ਹੈ, ਨਸ਼ਾ ਕੱਲਾ ਹੈਰੋਇਨ ਦਾ ਨਹੀਂ ਹੈ, ਨਸ਼ਾ ਕੱਲਾ ਅਫੀਮ ਦਾ ਨਹੀਂ ਹੈ, ਮਾਇਆ ਦਾ ਵੀ ਨਸ਼ਾ ਹੁੰਦਾ। ਕਹਿੰਦੇ ਇਹਨੂੰ ਸਮਝ ਲੈ, ਜੇ ਤੂੰ ਨਸ਼ੇ ਵਿੱਚ ਫੈਸਲੇ ਲਏਂਗਾ ਨਾ, ਮਾਇਆ ਦੇ ਨਸ਼ੇ 'ਚ, ਤੇ ਕਹਿੰਦੇ ਇਹੀ ਕਾਰਨ ਹੈ ਕਿ ਅੱਜ ਜੀਵਨ ਦੇ ਫੈਸਲੇ ਗਲਤ ਹੋ ਰਹੇ ਨੇ, ਸਾਡੀ ਡਿਸੀਜਨ ਮੇਕਿੰਗ ਅੱਜ ਗਲਤ ਹੋ ਰਹੀ ਹੈ। ਅੱਜ ਇਸੇ ਕਰਕੇ ਜੀਵਨ ਵਿਅਰਥ ਜਾ ਰਿਹਾ, ਅੱਜ ਇਸੇ ਕਰਕੇ ਜੀਵਨ ਦੀ ਕੀਮਤ ਦਾ ਅਹਿਸਾਸ ਨਹੀਂ ਹੋ ਰਿਹਾ, ਕਿਉਂਕਿ ਅਸੀਂ ਮਾਇਆ ਦੇ ਨਸ਼ੇ ਕਰਕੇ ਸਾਡੀ ਸੁਰਤ ਮਾਰੀ ਪਈ ਹੈ। ਦੂਜਾ ਨਸ਼ਾ ਬੇਸ਼ੱਕ ਨਹੀਂ ਕਰਦੇ, ਪਰ ਮਾਇਆ ਦੇ ਨਸ਼ੇ ਕਰਕੇ ਸੁਰਤ ਮਾਰੀ ਪਈ ਸਾਡੀ ਹੈ, ਰੱਬ ਭੁੱਲ ਹੀ ਗਿਆ। ਇਸ ਕਰਕੇ ਜੀਵਨ ਦੇ ਫੈਸਲੇ ਗਲਤ ਹੋ ਰਹੇ ਨੇ, ਤੇ ਗਲਤ ਫੈਸਲਿਆਂ ਕਰਕੇ ਦੁੱਖ ਨਿਕਲ ਰਿਹਾ ਉਹਨਾਂ 'ਚ। ਐਫ ਟੀਮ ਦਾ ਸਵਾਲ, ਕੋਈ ਬੰਦਾ ਆਪ ਤਰ ਜੇ ਬਹੁਤ ਚੰਗੀ ਗੱਲ ਹੈ, ਇਹ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਕਿਸੇ ਨੂੰ ਤਾਰ ਦੇਣਾ ਇਹ ਬਹੁਤ ਵੱਡੀ ਗੱਲ ਹੈ। ਕਿਸੇ ਨੂੰ ਤਾਰਨ ਦੇ ਲਈ 4 ਕੁਆਲਿਟੀਜ਼ ਕਹੀਆਂ, 4 ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਬੰਦੇ 'ਚ, 4 ਗੁਣ ਹੋਣੇ ਚਾਹੀਦੇ। ਕਿਹੜੇ ਕਿਹੜੇ? ਜੈ ਪ੍ਰਾਣੀ ਮਮਤਾ ਜੀ, ਲੋਭ ਮੋਹ ਅਹੰਕਾਰ, ਕਹੂ ਨਾਨਕਾ ਅੰਦਰੇ ਔਰ ਲੇਤਾ ਜਾ। ਬਿਲਕੁਲ ਠੀਕ ਜੀ, 2 ਅੰਕ ਇਹਨਾਂ ਦੇ ਵੀ ਹੋ ਗਏ ਜੀ। ਜੈ ਪ੍ਰਾਣੀ ਮਮਤਾ ਤਜੀ, ਲੋਭ ਮੋਹ ਅਹੰਕਾਰ।
ਇਹ ਚੀਜ਼ਾਂ ਤਜਣੀਆਂ ਪੈਂਦੀਆਂ ਨੇ। ਮਮਤਾ ਦਾ ਮਤਲਬ ਹੁੰਦਾ ਹੈ ਕਬਜ਼ੇ ਦੀ ਭਾਵਨਾ, ਵੀ ਹਰ ਚੀਜ਼ ਮੇਰੀ ਹੋ ਜੇ, ਹਰ ਚੀਜ਼ ਤੇ ਬੰਦਾ ਆਪਣਾ ਅਧਿਕਾਰ ਜਮਾਉਣਾ ਚਾਹੁੰਦਾ ਹੈ। ਇੱਕ ਬੰਦਾ ਲਿਖਦਾ, ਕਹਿੰਦਾ ਜੇ ਕਿਸੇ ਬੰਦੇ ਨੂੰ ਹੱਥ ਕੜੀ ਨਾਲ ਪਿਆਰ ਹੋ ਜੇ ਤੇ ਫਿਰ ਉਹ ਬੰਦਾ ਹੱਥ ਕੜੀ ਕਿਉਂ ਖੋਲੂਗਾ ਤੇ ਕਿਵੇਂ ਖੋਲੂਗਾ? ਪੋਸੀਬਲ ਇਹਨਾਂ ਦਾ ਪਿਆਰ ਬਣ ਗਿਆ ਹੱਥ ਕੜੀ ਦੇ ਨਾਲ, ਇਹ ਬੰਧਨ ਹੈ। ਜੇ ਸੋਨੇ ਦੇ ਪਿੰਜਰੇ ਨਾਲ ਤੋਤੇ ਦਾ ਪਿਆਰ ਬਣ ਜੇ ਤਾਂ ਫਿਰ ਤਾਂ ਵੀ ਸਾਰੀ ਉਮਰ ਗੁਲਾਮੀ ਕਰੂਗਾ ਉਹ। ਆਹੀ ਸਾਡੇ ਨਾਲ ਹੋ ਰਿਹਾ। ਅਸੀਂ ਅੱਜ ਮਾਇਆ ਨੂੰ ਹੀ ਸਭ ਕੁਝ ਸਮਝੀ ਬੈਠੇ ਹਾਂ ਤੇ ਬੰਧਨ ਖੋਲ੍ਹਣ ਲਈ ਤਿਆਰ ਨਹੀਂ। ਵੀ ਜੀ ਅੰਕ ਦੱਸ ਦਿਓ ਦਵਾ ਦਿਓ। ਹਾਂਜੀ, ਮੇਰੇ ਲਈ ਔਖਾ ਹੋਣ ਵਾਲਾ ਜੀ ਲੱਗਦਾ। A team 7 अंक जी, B team 9 अंक, C team 8 अंक, D team 9 अंक, E team 8 अंक, F team 8 अंक। ਹੁਣ ਥੋੜਾ ਜਿਹਾ ਮੇਰੇ ਲਈ ਸੌਖਾ ਕਰ ਲਿਓ ਥੋੜਾ ਜਿਹਾ। ਕੋਈ ਗੱਲ ਨਹੀਂ, ਕੋਈ ਗੱਲ। ਬਹੁਤ ਵਧੀਆ ਜੀ, ਬੜੀ ਵਧੀਆ ਤਿਆਰੀ ਕਰਕੇ ਆਏ ਹੋ। ਏ ਟੀਮ ਦਾ ਸਵਾਲ, ਏ ਟੀਮ ਦਾ ਸਵਾਲ, ਰੇਤ ਦੀ ਕੰਧ ਦੀ ਉਦਾਹਰਨ ਦਿੱਤੀ, ਕਿਉਂ ਦਿੱਤੀ ਹੈ? ਰੇਤਾ ਦੀ ਕੰਧ, ਰੇਤ ਦੀ ਕੰਧ ਦੀ ਉਦਾਹਰਨ ਕਿਉਂ ਦਿੱਤੀ ਹੈ? ਰੇਤ ਦੀ ਕੰਧ ਵਿੱਚ ਜੇ ਪਾਣੀ ਪਾ ਦਈਏ ਉਹ ਕਿਸ ਤਰ੍ਹਾਂ ਜਾਏਗੀ, ਉਹ ਡਿੱਗ ਪੈਂਦੀ ਹੈ। ਤੁਸੀਂ ਤੁੱਕਾ ਮਾਰ ਰਹੇ ਹੋ, ਸਹੀ ਹੈ ਨਾ? ਨਹੀਂ ਸਰ, ਮੈਨੂੰ ਪਤਾ ਨਹੀਂ ਸਲੋਪ ਹੋਣੇ ਵੀ ਕਿਉਂ ਬਾਲੂ ਦੀ ਚੀਜ਼ ਪਾਣੀ। ਨਹੀਂ, ਪਾਣੀ ਦਾ ਕੋਈ ਸੰਬੰਧ ਨਹੀਂ ਰਾਜੇ, ਪਾਣੀ ਨਾਲ ਕੋਈ ਰਿਲੇਸ਼ਨ ਨਹੀਂ ਇਹਦਾ। ਦੇਖੋ ਨਾ, ਮੈਂ ਦੱਸ ਦਿੰਦਾ, ਕੋਈ ਨਹੀਂ, ਕੋਈ ਮਿਸਤਰੀ ਜਦੋਂ ਸੀਮੈਂਟ ਪਾਵੇ ਹੀ ਨਾ, ਰੇਤਾ ਦੀ ਕੰਧ ਹੀ ਖੜੀ ਕਰਦੇ, ਕਹਿੰਦਾ ਕੀ ਹੋਏਗਾ? ਉਹਦੇ ਆਸਰੇ ਬੰਦਾ ਘਰ 'ਚ ਰਹਿ ਸਕਦਾ ਹੈ, ਰੇਤਾ ਦੀ ਕੰਧ ਦੇ ਆਸਰੇ ਨਾ ਰਿਹਾ ਜਾ ਸਕਦਾ। ਆਹ ਚੀਜ਼ ਸਮਝਾਉਣੀ ਚਾਹੁੰਦੇ ਨੇ। ਸ਼ਲੋਕ ਕੀ ਹੈਗਾ? ਸ਼ਲੋਕ ਮੈਂ ਦੱਸ ਦਿੰਦਾ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਜਾਣ ਲੈ ਕਹਿੰਦੇ। ਦੇਖੋ ਗੁਰੂ ਸਾਹਿਬ ਨੇ ਐਗਜ਼ਾਮਪਲ ਦੇ ਕੇ ਗੱਲ ਸਮਝਾਉਂਦੇ ਨੇ ਹਰ ਗੱਲ। ਐ ਨਹੀਂ ਕਹਦਾ ਝੂਠ ਹੈ। ਕਹੋ ਨਾਨਕ ਫਿਰ ਨਾ ਰਹਿ, ਇਹਨੇ ਰਹਿਣਾ ਨਹੀਂ ਹੈ। ਜਿਉਂ ਬਾਲੂ ਕੀ ਪੀ, ਜਿਵੇਂ ਰੇਤਾ ਦੀ ਕੰਧ ਹੈ ਨਾ, ਇਹਨੇ ਢਹਿ ਜਾਣਾ ਹੈ। ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਨੇ, ਇਹ ਜਗ ਰਚਨਾ ਵੀ ਆਈ ਹੈ, ਇਹਨੇ ਢਹਿ ਜਾਣਾ ਹੈ। ਸੰਬੰਧ ਇਹਦੇ ਨਾਲ ਨਾ ਜੋੜ, ਸੰਬੰਧ ਪਰਮਾਤਮਾ ਨਾਲ ਜੋੜ। ਰੇਤਾ ਦੀ ਕੰਧ ਨਾਲ ਜੁੜੇਗਾ ਤਾਂ ਥੱਲੇ ਆ ਕੇ ਦੱਬਿਆ ਜਾਏਗਾ, ਮਾਰਿਆ ਜਾਏਗਾ, ਦੁੱਖ ਹੋਣਗੇ। ਤੂੰ ਉਸ ਅਡੋਲ ਪਰਬਤ ਦੇ ਨਾਲ ਆਪਣਾ ਸੰਬੰਧ ਜੋੜ, ਜਿਹੜਾ ਅਡੋਲ ਹੈ ਪਰਮਾਤਮਾ, ਜਿਹੜਾ ਉਹ ਕੰਧ ਪੱਕੀ ਹੈ, ਉਹਨੇ ਡਿੱਗਣਾ ਨਹੀਂ। ਜਗ ਰਚਨਾ ਸਭ ਝੂਠ, ਠੀਕ ਹੈ? ਇਹਦੇ ਅੰਕ ਨਹੀਂ ਮਿਲਣਗੇ। ਬੀ ਟੀਮ ਦਾ ਸਵਾਲ, ਪਾਣੀ ਦੇ ਬੁਲਬੁਲੇ ਦੀ ਐਗਜ਼ਾਮਪਲ ਦੇ ਕੇ ਕੀ ਸਮਝਾਇਆ? ਜੈਸੇ ਜਲ ਤੇ ਬੁਲਬੁਲਾ ਉਪਜੈ ਵਿੰਸੈ ਨੀਤ। ਸ਼ਲੋਕ ਹੋ ਗਿਆ, ਮੈਨੂੰ ਇਹਦਾ ਦੱਸ ਦਿਓ ਕੀ ਸਮਝਾਇਆ। ਬਸ ਮੈਂ ਤਾਂ ਜਾਣਨਾ ਉਹ ਚਾਹੁੰਦਾ ਹੈ, ਇਹ 'ਚ ਕੀ ਕਹਿਣਾ ਕੀ ਚਾਹੁੰਦੇ ਨੇ? ਇਹ 'ਚ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਪੈਦਾ ਹੁੰਦਾ ਹੈ ਤੇ ਨਸ਼ਟ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਇਸ ਜਗ ਨੂੰ ਜਾਣੋ। ਮਤਲਬ ਵਾਹਿਗੁਰੂ ਦੀ ਤੁਸੀਂ ਜਵਾਬ ਪੂਰਾ ਕਰ ਗਏ ਹੋ, ਹੁਣ ਮੈਨੂੰ ਆ ਕੇ ਦੇਣੇ ਪੈਣੇ। ਜੱਗ ਨੂੰ ਜਾਣੋ ਕਹਿ ਕੇ ਤੇ ਮੈਂ ਆ ਕੇ ਦੋ ਅੰਕ ਤੁਹਾਨੂੰ ਦੇ ਦਿਆਂਗਾ। ਤਿਵੇਂ ਜੱਗ ਹੈ, ਸੇਮ ਆਨਸਰ ਹੈ ਜੋ ਪਹਿਲੇ ਤੋਂ ਅਸੀਂ ਰੇਤਾ ਦੀ ਕੰਧ ਦਾ। ਕਈ ਗੱਲਾਂ ਨਾ ਬੰਦੇ ਨੂੰ ਇੱਕ ਤਰੀਕੇ ਨਾਲ ਸਮਝਾਉਣ ਤੇ ਸਮਝ ਨਹੀਂ ਆਉਂਦੀਆਂ। ਗੁਰੂ ਸਾਹਿਬ ਨੇ ਕਿੰਨੀਆਂ ਐਗਜ਼ਾਮਪਲਾਂ ਦਿੱਤੀਆਂ ਇਸ ਗੱਲ ਨੂੰ ਸਮਝਾਉਣ ਲਈ ਕਿ ਦੁਨੀਆ ਝੂਠ ਹੈ, ਦੁਨੀਆ ਝੂਠ ਹੈ, ਦੁਨੀਆ ਝੂਠ ਹੈ। ਗੱਲ ਸਮਝ ਨਹੀਂ ਆਉਂਦੀ। ਪਹਿਲਾਂ ਰੇਤਾ ਦੀ ਕੰਧ ਕਹੀ, ਹੁਣ ਕਹਿੰਦੇ ਪਾਣੀ ਦਾ ਬੁਲਬੁਲਾ ਹੈ। ਇਹ 'ਚ ਇਹ ਸਮਝ ਲਈਏ, ਜਿਹੜਾ ਇਹਨਾਂ ਨੇ ਕਿਹਾ ਨਾ ਕਿ ਪਾਣੀ ਦਾ ਬੁਲਬੁਲਾ ਪਾਣੀ ਵਿੱਚੋਂ ਹੀ ਪੈਦਾ ਹੁੰਦਾ ਹੈ, ਬੁਲਬੁਲਾ ਬਣ ਕੇ ਵੀ ਪਾਣੀ ਹੈ ਤੇ ਬੁਲਬੁਲਾ ਟੁੱਟਣ ਤੋਂ ਬਾਅਦ ਵੀ ਪਾਣੀ ਹੈ। ਕਹਿੰਦੇ ਆਈ ਜੀਵ ਹੈ, ਇਹ ਪੈਦਾ ਵੀ ਪ੍ਰਮਾਤਮਾ ਰੂਪੀ ਸਾਗਰ ਦੇ ਵਿੱਚੋਂ ਹੀ ਹੁੰਦਾ ਹੈ ਤੇ ਮਰਨ ਤੋਂ ਬਾਅਦ ਵੀ ਪ੍ਰਮਾਤਮਾ ਦੇ ਵਿੱਚ ਹੀ ਮਿਲ ਜਾਣਾ ਹੈ। ਤਾਂ ਹੀ ਕਿਹਾ ਕਿ ਕੌਣ ਮੂਆ ਰੇ ਕੌਣ ਮੂਆ, ਮਰ ਕੇ ਕਿਤੇ ਨਹੀਂ ਗਿਆ। ਕਹਿੰਦੇ ਇਹ ਤਾਂ ਚਲਤ ਪਿਆ, ਪੈਦਾ ਵੀ ਉੱਥੋਂ ਹੋਏ ਆ, ਜਾਣਾ ਵੀ ਉੱਥੇ ਹੀ ਹੈ। ਮੌਤ ਦਾ ਭੈ ਵੀ ਖਤਮ ਕਰ ਰਹੇ ਨੇ। ਜਗ ਰਚਨਾ ਝੂਠ ਦੀ ਗੱਲ ਵੀ ਸਮਝਾ ਰਹੇ ਨੇ ਤੇ ਮੌਤ ਦਾ ਭੈ ਵੀ ਇੱਥੇ ਖਤਮ ਕਰ ਰਹੇ ਨੇ। ਬਿਲਕੁਲ ਠੀਕ ਜੀ। ਸੀ ਟੀਮ ਦਾ ਸਵਾਲ, ਇੱਕ ਹੋਰ ਉਦਾਹਰਨ, ਹਾਥੀ ਦੇ ਨਹਾਉਣ ਦੀ ਐਗਜ਼ਾਮਪਲ ਦਿੱਤੀ ਇੱਕ ਥਾਂ ਤੇ। ਉਹ ਕਿਉਂ ਦਿੱਤੀ ਹੈ? ਹਾਥੀ ਦੇ ਨਹਾਉਣ ਦੀ ਕਿਉਂ ਦਿੱਤੀ? ਵਾਏ ਸ਼ਲੋਕ ਨਹੀਂ, ਕਿਉਂ ਦਿੱਤੀ ਹੈ ਦੱਸ। ਜਿਸ ਤਰ੍ਹਾਂ ਨੇੜੇ ਕਰ ਲਓ। ਜਿਸ ਤਰ੍ਹਾਂ ਹਾਥੀ ਨਹਾ ਕੇ ਉੱਤੇ ਸਵਾਹ ਲੈਂਦਾ ਹੈ, ਉਵੇਂ ਜਿਵੇਂ ਆਪਾਂ ਪਤੀ ਵਰਤ ਕਰਦੇ ਹਾਂ। ਬਿਲਕੁਲ ਠੀਕ ਹੈ ਜੀ, ਤਾੜੀਆਂ ਜ਼ੋਰਦਾਰ ਮਾਰਦੀਆਂ ਇਹਨਾਂ ਲਈ ਵੀ। ਹਾਥੀ ਨਹਾ ਕੇ ਨਿਕਲਦਾ ਸਵਾਹ ਆਪਣੇ ਉੱਪਰ ਸੁੱਟ ਲੈਂਦਾ ਤੇ ਉਹ ਸ਼ਲੋਕ ਕੀ ਲਿਖਿਆ ਗੁਰੂ ਸਾਹਿਬ ਨੇ? ਕਹਿੰਦੇ ਤੀਰਥ ਵਰਤ ਅਰ ਦਾਨ ਕਰ। ਤਿੰਨ ਚੀਜ਼ਾਂ, ਤੀਰਥ ਯਾਤਰਾਵਾਂ, ਵਰਤ ਰੱਖਣੇ ਤੇ ਦਾਨ ਕਰਨੇ। ਪਰ ਨਾਲ ਹੀ ਕਿ ਮਨ ਮੈਂ ਧਰਿਆ ਗੁਮਾਨ। ਜੇ ਤਿੰਨ ਚੀਜ਼ਾਂ ਕਰਕੇ ਤੇਰੇ ਮਨ 'ਚ ਹੰਕਾਰ ਆ ਗਿਆ, ਕਹਿੰਦੇ ਉਵੇਂ ਹੀ ਹੈ ਜਿਵੇਂ ਹਾਥੀ ਨਹਾ ਕੇ ਸਵਾਹ ਸੁੱਟ ਲੈਂਦਾ ਆਪਣੇ ਉੱਪਰ। ਇਹ ਆਈ ਹੈ।
ਇਹ ਕਰ ਕੋਈ ਗੱਲ ਨਹੀਂ, ਤੀਰਥਾਂ ਤੇ ਵੀ ਜਾ, ਇਸ਼ਨਾਨ ਵੀ ਕਰ, ਕੋਈ ਗੱਲ ਨਹੀਂ, ਵਰਤ ਵੀ ਰੱਖਣੇ ਆ ਤਾਂ ਰੱਖ ਜੋ ਕਰਨਾ ਹੈ, ਪਰ ਇਹਦਾ ਹੰਕਾਰ ਤੇਰੇ ਮਨ 'ਚ ਨਹੀਂ ਆਉਣਾ ਚਾਹੀਦਾ। ਆਮ ਕਰਕੇ ਬੰਦੇ ਕਹਿੰਦੇ ਨੇ ਕਿ 3 ਚੀਜ਼ਾਂ ਇਹੋ ਜਿਹੀਆਂ ਹੈ, ਕਹਿੰਦੇ ਕਰਨ ਵਾਲਾ ਬੰਦਾ ਆਮ ਬੰਦੇ ਨਾਲੋਂ ਵੀ ਜ਼ਿਆਦਾ ਹੰਕਾਰੀ ਹੁੰਦਾ ਵੀ ਮੈਂ ਤਾਂ ਆਹ 3 ਚੀਜ਼ਾਂ ਕਰਦਾ। ਅਸਲ 'ਚ ਬੰਦੇ ਦੀ ਇੱਕ ਸਾਈਕੋਲੋਜੀ ਹੈ, ਇਹਨੂੰ ਸਮਝ ਲੈਣਾ ਚਾਹੀਦਾ ਹੈ। ਅੱਜ ਬੰਦਾ ਕਹਿੰਦਾ ਕੋਈ ਕੰਮ ਕਰਨ ਤੇ ਮੇਰਾ ਤਨ ਲੱਗਦਾ ਤੇ ਕੋਈ ਗੱਲ ਨਹੀਂ, ਲੱਗ ਜੇ ਤਨ ਲਾਉਣ ਨੂੰ ਤਿਆਰ ਆ, ਟਾਈਮ ਲਾਉਣ ਨੂੰ ਤਿਆਰ ਆ, ਬੰਦਾ ਧਨ ਖਰਚਣ ਲਈ ਵੀ ਤਿਆਰ ਆ, ਉਹ ਕਹਿੰਦਾ ਪੈਸਾ ਜਿੰਨਾ ਮਰਜ਼ੀ ਚੱਕ ਕੋਈ ਗੱਲ ਨਹੀਂ, ਪਰ ਉਹ ਕਹਿੰਦਾ 2 ਚੀਜ਼ਾਂ ਬਚੀਆਂ ਰਹਿਣ, ਹੋਰ ਜੋ ਮਰਜ਼ੀ ਕਰ ਲਾ, ਕਰਵਾ ਲਾ ਮੇਰੇ ਤੋਂ, ਤਨ ਵੀ ਲਵਾ ਲੈ, ਧਨ ਵੀ ਲਵਾ ਲੈ, ਪਰ 2 ਚੀਜ਼ਾਂ ਬਚੀਆਂ ਰਹਿਣ, ਇੱਕ ਤਾਂ ਮੇਰਾ ਮਨ ਬਚਿਆ ਰਹੇ, ਇੱਕ ਮਨ ਦਾ ਮਾਣ ਬਚਿਆ ਰਹੇ। ਇਹ 2 ਚੀਜ਼ਾਂ ਬੰਦਾ ਗਵਾਉਣੀਆਂ ਨਹੀਂ ਚਾਹੁੰਦਾ। ਇਸ ਕਰਕੇ ਧਰਮ ਦੇ ਖੇਤਰ 'ਚ ਪਖੰਡ ਆ ਗਿਆ, ਜਦੋਂ ਕਿ ਧਰਮ ਦਾ ਮਤਲਬ ਹੀ ਅਸੀਂ ਤੀਰਥ ਯਾਤਰਾਵਾਂ ਕਰਨ ਦਾ ਮਤਲਬ ਹੀ ਅਸੀਂ ਮਨ ਨੂੰ ਗਵਾਉਣਾ, ਅਸੀਂ ਮਨ ਮਾਰਨਾ ਤੇ ਮਨ ਦਾ ਮਾਣ ਗਵਾਉਣਾ, ਪਰ ਇਹ ਬੰਦਾ ਅੱਜ ਇਹ 2 ਚੀਜ਼ਾਂ ਹੀ ਬਚਾਉਣੀਆਂ ਚਾਹੁੰਦਾ ਆਪਣੀ, ਜਿਹਦੇ ਕਰਕੇ ਸਾਰੀਆਂ ਸਮੱਸਿਆਵਾਂ ਅੱਜ ਆ ਰਹੀਆਂ ਨੇ। ਕਰਮ ਕਾਂਡ ਤੋਂ ਰੋਕਿਆ ਗੁਰੂ ਸਾਹਿਬ ਨੇ, ਗਿਆਨ ਨਾਲ ਜੁੜਿਆ, ਮਤਲਬ ਠੀਕ। ਡੀ ਟੀਮ ਦਾ ਸਵਾਲ, ਜਿਸ ਬੰਦੇ ਦੇ ਮਨ 'ਚ ਕਹਿੰਦੇ ਪ੍ਰਮਾਤਮਾ ਦੀ ਭਗਤੀ ਨਹੀਂ ਹੈ, ਉਹਦੇ ਸਰੀਰ ਨੂੰ ਕਿਹਦੇ ਵਰਗਾ ਕਿਹਾ ਗੁਰੂ ਸਾਹਿਬ ਨੇ? ਉਦਾਹਰਨ ਦੇ ਕੇ ਸਮਝਾਇਆ, ਤੂੰ ਕਿਹਦੇ ਵਰਗਾ? ਕਿਹਦੇ ਵਰਗਾ ਕਿਹਾ? ਬਸ ਇਹਨਾਂ ਦੱਸ ਦੋ। ਬਿਲਕੁਲ ਠੀਕ ਹੈ, ਹੁਣ ਸਹੀ ਮੰਨਦਾ ਜੀ ਮੈਂ, ਸੂਰ ਦੇ ਸਰੀਰ ਵਰਗਾ ਤੇ ਕੁੱਤੇ ਵਰਗਾ। ਇਹ ਆਪਾਂ ਨਹੀਂ ਕਹਿ ਰਹੇ ਜੀ, ਗੁਰਬਾਣੀ 'ਚ ਲਿਖਿਆ ਕਿ ਤੂੰ ਸੂਰ ਤੇ ਕੁੱਤੇ ਵਰਗੇ ਹੈ ਜੇ ਤੇਰੇ ਮਨ ਦੇ ਵਿੱਚ ਰੱਬ ਨਹੀਂ। ਏਕ ਭਗਤ ਭਗਵਾਨ, ਏਕ ਭਗਤ ਭਗਵਾਨ ਜਹ ਪ੍ਰਾਨੀ ਕਹਿ ਨਾਹੇ ਮਨ। ਜਿਹਦੇ ਮਨ ਦੇ ਵਿੱਚ ਇੱਕ ਰੱਬ ਦੀ ਭਗਤੀ ਨਹੀਂ ਨਾ ਹੈ, ਉਹ ਸੂਰ ਤੇ ਕੁੱਤੇ ਵਰਗਾ ਹੈ। ਇਹ ਟੀਮ ਦਾ ਸਵਾਲ ਆ ਗਿਆ। ਇੱਕ ਹੋਰ ਸ਼ਲੋਕ ਹੈ, ਹੁਣ ਇੱਥੇ ਤਾਂ ਕਿਹਾ ਵੀ ਤੂੰ ਕੁੱਤੇ ਵਰਗਾ, ਰੱਬ ਤੈਨੂੰ ਯਾਦ ਨਹੀਂ। ਇੱਕ ਸ਼ਲੋਕ 'ਚ ਕੁੱਤੇ ਦੀ ਵਡਿਆਈ ਕਰ ਰਹੇ ਨੇ, ਸਲਾਹ ਰਹੇ ਨੇ ਕੁੱਤੇ ਨੂੰ, ਦੱਸੋ ਕਿਉਂ 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 ਸਲਾਹਿਆ? ਬਿਲਕੁਲ ਠੀਕ ਹੈ ਜੀ, 2 ਅੰਕ ਇਹਨਾਂ ਨੂੰ ਵੀ ਦੇ ਦਿਓ ਜੀ। ਸਵਾਮੀ ਕੇ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ। ਇਹ ਕੰਟਰਾਡਿਕਟਰੀ ਨਹੀਂ ਹੈ ਵੀ ਇੱਕ ਪਾਸੇ ਕੁੱਤੇ ਨੂੰ ਮਾੜਾ, ਦੋਵੇਂ ਉਹਦੇ ਪੱਖ ਰੱਖੇ ਕੁੱਤੇ ਦੇ, ਦੋਵੇਂ ਪੱਖ ਹੈ ਕੁੱਤੇ ਦੇ। ਦੇਖੋ ਗੁਰਬਾਣੀ 'ਚ 2 ਪੱਖ ਕੁੱਤੇ ਦੇ ਆਏ ਹੈ। ਜਦੋਂ ਨੈਗੇਟਿਵ ਪੱਖ ਆਇਆ ਉੱਥੇ ਕਿਹਾ ਕੁੱਤਾ ਰਾਜ ਬਹਾਲੀਏ, ਉੱਥੇ ਇਹ ਵੀ ਕਿਹਾ ਦੁਆਰੇ ਦੁਆਰ ਸਵਾਨ, ਜਿਵੇਂ ਦੁਆਰ ਕੁੱਤਾ ਭਟਕਦਾ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਕੁੱਤਾ ਭਟਕਦਾ ਹੈ ਦੁਆਰਾਂ ਤੇ। ਜਦੋਂ ਉਹਦਾ ਪੋਜ਼ਿਟਿਵ ਪੱਖ ਆਇਆ ਤੇ ਉੱਥੇ ਕਹਿੰਦੇ ਨੇ ਹਮ ਕੂਕਰ ਤੇਰੇ ਦਰਬਾਰ, ਜਾਂ ਉੱਥੇ ਭਗਤ ਕਬੀਰ ਜੀ ਕਹਿੰਦੇ ਕਬੀਰ ਕੂਕਰ ਰਾਮ ਕੋ। ਦੋਵੇਂ ਪੱਖ ਹੀ ਕੁੱਤੇ ਦੇ ਗੁਰੂ ਸਾਹਿਬ ਡਿਸਕਸ ਕਰ ਰਹੇ ਨੇ, ਦੋਵੇਂ ਪੱਖ ਨੇ, ਪਰ ਇਹਨਾਂ 'ਚ ਇੱਕ ਸਾਂਝਾ ਨੁਕਤਾ ਹੈ, ਇਹ ਸਮਝੀਏ, ਸਾਂਝਾ ਨੁਕਤਾ ਦੋਵਾਂ ਸ਼ਲੋਕਾਂ ਦੇ ਵਿੱਚ। ਤੁਸੀਂ ਦੇਖੋ ਦੋਵਾਂ ਸ਼ਲੋਕਾਂ 'ਚ ਇੱਕ ਸ਼ਬਦ ਕਾਮਨ ਹੈ, ਏਕ। ਪਹਿਲੇ ਸ਼ਲੋਕ 'ਚ ਏਕ ਭਗਤ ਭਗਵਾਨ ਜਹ ਪ੍ਰਾਨੀ ਕੇ ਨਾਹੀ ਮਨ। ਇਹ ਸ਼ਲੋਕ 'ਚ ਕੀ ਹੈ? ਸਵਾਮੀ ਕਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ, ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਇੱਕ ਸ਼ਬਦ ਦੋਵਾਂ 'ਚ ਹੈ। ਮਤਲਬ ਇਹਨਾਂ ਕੀ ਹੈ? ਇੱਕ ਕੁੱਤਾ ਤੇ ਉਹ ਹੁੰਦਾ ਜਿਹੜਾ ਅਵਾਰਾ ਤੁਰਿਆ ਫਿਰਦਾ ਗਲੀਆਂ 'ਚ, ਕੋਈ ਡਾਂਗ ਮਾਰਦਾ, ਕੋਈ ਲੱਤ ਮਾਰਦਾ, ਕੋਈ ਰੋੜਾ ਮਾਰਦਾ। ਇੱਕ ਕੁੱਤਾ ਉਹ ਹੁੰਦਾ ਜਿਹਦੇ ਪਟਾ ਪਿਆ ਹੁੰਦਾ, ਕੋਈ ਮਾਲਕ ਹੁੰਦਾ ਉਹਦਾ। ਬਸ ਆਹੀ ਫਰਕ ਹੈ, ਆਹੀ ਫਰਕ ਹੈ। ਅਸੀਂ ਕਿਹੜੇ ਕੁੱਤੇ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਅਸੀਂ ਅਵਾਰਾ ਕੁੱਤੇ ਵਰਗੇ ਹਾਂ, ਜਿਹਦੀ ਐਗਜ਼ਾਮਪਲ ਪਹਿਲੇ ਸ਼ਲੋਕ ਦਿੱਤੀ ਸੀ ਕਿ ਅਸੀਂ ਇਸ ਕੁੱਤੇ ਵਰਗੇ ਹਾਂ ਜਿਹਦਾ ਕੋਈ ਮਾਲਕ ਹੈ, ਜਿਹਦਾ ਕੋਈ ਇੱਕ ਮਾਲਕ ਬਣ ਗਿਆ, ਫਿਰ ਗੱਲ ਬਣ ਜਾਂਦੀ ਹੈ, ਫਿਰ ਜੀਵਨ ਸਫਲ ਹੋ ਜਾਂਦੇ ਨੇ। ਐਕਟਿੰਗ ਦਾ ਸਵਾਲ, ਸੁਪਨੇ ਤੇ ਤਮਾਸ਼ੇ ਦੀ ਐਗਜ਼ਾਮਪਲ ਦਿੱਤੀ, ਕਿਉਂ ਦਿੱਤੀ? ਸੁਪਨਾ ਤੇ ਤਮਾਸ਼ਾ ਕਿਉਂ ਦਿੱਤੀ? ਇਹ ਜਿਵੇਂ ਆਪਾਂ ਸੰਸਾਰ ਨੂੰ ਆਪਣਾ ਆਪਣਾ ਕਰਦੇ ਹਾਂ, ਤਾਂ ਗੁਰੂ ਸਾਹਿਬ ਜੀ ਕਹਿੰਦੇ ਜਗ ਨੂੰ ਸੁਪਨੇ ਦੀ ਤਰ੍ਹਾਂ ਚਾਲ, ਜਗ ਸੁਪਨੇ ਕਿਉਂ ਜਾਣ, ਇਨਮੇ ਕੁਛ ਤੇਰੋ ਨਹੀਂ, ਕਿ ਇਸ ਜਿਹਨਾਂ ਨੂੰ ਆਪਣਾ ਸਮਝਦਾ ਇਹਨਾਂ ਵਿੱਚ ਕੁਛ ਵੀ ਤੇਰਾ ਨਹੀਂ। ਦੇ ਦੀ ਅੰਕ ਜੀ, ਬਹੁਤ ਨੇੜੇ ਪਹੁੰਚ ਗਏ ਹੈ। ਜਿਹੜਾ ਸ਼ਲੋਕ ਬੋਲਿਆ ਤੁਸੀਂ ਉਹ ਗਲਤ ਬੋਲਿਆ ਹੈ, ਪਰ ਜਿਹੜਾ ਉਹਦਾ ਭਾਵ ਅਰਥ, ਮੈਂ ਭਾਵ ਅਰਥ ਹੀ ਪੁੱਛਿਆ ਸੀ, ਮੈਂ ਇਸ ਕਰਕੇ ਅੰਕ ਤੁਹਾਨੂੰ ਦੇ ਦਿੰਦਾ ਹੈ ਕਿਉਂਕਿ ਮੈਂ ਭਾਵ ਅਰਥ ਪੁੱਛਿਆ ਸੀ। ਸ਼ਲੋਕ ਜਿਹੜਾ ਹੈਗਾ ਉਹ ਇਹ ਹੈ, ਜਿਉਂ ਸੁਪਨਾ ਅਰ ਪੇਖਣਾ ਤੇ ਐਸੇ ਜਾਗੋ ਜਾਨ। ਕਿਉਂਕਿ ਮੈਂ ਭਾਵ ਅਰਥ ਪੁੱਛਿਆ ਸੀ, ਇਸ ਕਰਕੇ ਮੈਂ ਅੰਕ ਦੇ ਰਹੇ ਹਾਂ। ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇੱਕ ਇੰਪੋਰਟੈਂਟ ਚੀਜ਼ ਇੱਥੇ ਸਮਝਣ ਵਾਲੀ ਹੈ ਜੀ। ਆਪਾਂ ਸਮਾਪਤੀ ਵਾਲੇ ਪਾਸੇ ਵੱਧ ਰਹੇ ਹਾਂ, 5-6 ਮਿੰਟਾਂ 'ਚ ਆਪਾਂ ਸਮਾਪਤੀ ਕਰ ਦੇਣੀ ਹੈ। ਸੁਪਨੇ ਤੇ ਪੇਖਣੇ, ਪੇਖਣਾ ਹੁੰਦਾ ਤਮਾਸ਼ਾ, ਇਹਨੂੰ ਸਮਝ ਲਈਏ, ਪੇਖਣਾ ਤਮਾਸ਼ੇ ਨੂੰ ਕਹਿੰਦੇ ਨੇ। ਸੁਪਨੇ ਤੇ ਪੇਖਣੇ ਦਾ ਆਪਸ ਬੜਾ ਡੂੰਘਾ ਸੰਬੰਧ ਹੈ ਜੀ। ਥੋੜੀ ਜਿਹੀ ਕੰਸਨਟ੍ਰੇਸ਼ਨ ਮੈਂ ਬੱਚਿਆਂ ਨੂੰ ਕਹਾਂਗਾ ਕਿ ਬਣਾ ਲੈਣ, ਜਿਹੜੇ ਪਿੱਛੇ ਬੈਠੇ ਨੇ ਪਲੀਜ਼।
ਉਹ ਸੰਬੰਧ ਇਸ ਕਰਕੇ ਹੈ ਕਿ ਜੋ ਸੁੱਤਿਆਂ ਮਨ ਸੁਪਨੇ 'ਚ ਕਰ ਦਿੰਦਾ ਨਾ, ਉਹ ਜਾਗਦਿਆਂ ਜਾਦੂਗਰ ਉਹੀ ਕਰਦਾ ਕੰਮ। ਸੁਪਨਾ ਵੀ ਝੂਠਾ ਹੁੰਦਾ ਹੈ, ਜਾਦੂਗਰ ਦਾ ਕੀਤਾ ਖੇਡ ਵੀ ਝੂਠਾ ਹੁੰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਦੁਨੀਆ ਵੀ ਝੂਠੀ ਹੈ। ਤਾਂ ਕਿਹਾ ਜਿਉਂ ਸੁਪਨਾ ਅਰ ਪੇਖਣਾ, ਜਿਵੇਂ ਸੁਪਨਾ ਝੂਠਾ ਹੈ, ਜਾਦੂਗਰ ਦਾ ਖੇਡ ਵੀ ਝੂਠਾ ਹੈ, ਤੈਸੇ ਜਗ ਕੋ ਜਾਣ, ਦੁਨੀਆ ਵੀ ਐ ਝੂਠੀ ਹੈ। ਤੇ ਕਹਿੰਦੇ ਜਿਹੜੇ ਲੋਕ ਸੁਪਨੇ ਤੇ ਪੇਖਣੇ ਤੇ ਭਰੋਸਾ ਕਰ ਲੈਣ ਉਹ ਠੱਗੇ ਜਾਂਦੇ ਹੈ। ਸੁਪਨਾ ਵੀ ਸੱਚ ਨਹੀਂ ਹੁੰਦਾ ਤੇ ਪੇਖਣਾ ਵੀ ਸੱਚ ਨਹੀਂ ਹੈ। ਪਰ ਇੱਕ ਗੱਲ ਬੜੀ ਕਮਾਲ ਦੀ ਕੀਤੀ ਇੱਥੇ, ਪਰ ਕਹਿੰਦੇ ਜੇ ਕਿਸੇ ਦੀ ਸਾਂਝ ਮਦਾਰੀ ਨਾਲ ਜਾਂ ਜਾਦੂਗਰ ਨਾਲ ਬਣ ਜੇ, ਜਿਹੜਾ ਜਾਦੂ ਦਾ ਖੇਡ ਦਿਖਾ ਰਿਹਾ ਹੈ, ਜੇ ਉਹਦਾ ਇੱਕ ਦੋਸਤੀ ਬਣ ਜੇ ਜਾਦੂਗਰ ਨਾਲ, ਫਿਰ ਜਾਦੂਗਰ ਕੀ ਕਰਦਾ ਹੈ? ਉਹਨੂੰ ਉਸ ਖੇਡ ਦਾ ਭੇਤ ਸਮਝਾ ਦਿੰਦਾ, ਸੀਕ੍ਰੇਟ ਦੱਸ ਦਿੰਦਾ ਵੀ ਮੈਂ ਕਿਵੇਂ ਕਰਦਾ ਹਾਂ ਖੇਡ। ਫਿਰ ਉਹ ਦੂਜੇ ਲੋਕਾਂ ਵਾਂਗੂ ਹੈਰਾਨ ਨਹੀਂ ਹੁੰਦਾ, ਬਸ ਕਹਿੰਦੇ ਦੁਨੀਆ ਵੀ ਆਈ ਹੈ। ਜੇ ਤੇਰੀ ਸਾਂਝ ਉਸ ਦੁਨੀਆ ਤੇ ਜਾਦੂਗਰ ਨਾਲ ਬਣ ਗਈ ਨਾ, ਪ੍ਰਮਾਤਮਾ ਨਾਲ, ਫਿਰ ਇਹ ਦੁਨੀਆ ਵੀ ਸੁਪਨੇ ਤੇ ਪੇਖਣੇ ਵਰਗੀ ਹੈ। ਤੂੰ ਦੁਨੀਆ ਨੂੰ ਵੇਖ ਵੇਖ ਕੇ ਹੈਰਾਨ ਹੀ ਹੋਈ ਜਾਂਦਾ, ਪਰੇਸ਼ਾਨ ਹੀ ਹੋਈ ਜਾਂਦਾ ਵੀ ਆਹ ਕੀ ਹੋਈ ਜਾਂਦਾ, ਆਹ ਕੀ ਹੁੰਦਾ। ਪਰ ਜਿਹਨੂੰ ਪ੍ਰਮਾਤਮਾ ਉਸ ਖੇਡ ਦਾ ਸੱਚ ਸਮਝਾ ਦੇਵੇ ਵੀ ਦੁਨੀਆ ਕੀ ਹੈ, ਫਿਰ ਉਹ ਬੰਦਾ ਦੁਨੀਆ 'ਚ ਪਰੇਸ਼ਾਨ ਨਹੀਂ ਹੁੰਦਾ, ਫਿਰ ਉਹ ਡੁੱਲਦਾ ਨਹੀਂ, ਫਿਰ ਉਹ ਕਾਇਮ ਰਹਿੰਦਾ ਹੈ। ਸੁੱਖ ਦੇ ਵਿੱਚ ਵੀ ਉਵੇਂ ਹੀ ਹੈ, ਦੁੱਖ 'ਚ ਉਹਨੂੰ ਪਤਾ ਖੇਡ ਹੈ, ਸੁੱਖ ਤੇ ਦੁੱਖ ਤਾਂ ਖੇਡ ਆ ਰਹੀ ਹੈ। ਮਾਣ ਤੇ ਅਪਮਾਨ ਤਾਂ ਖੇਡ ਦਾ ਇੱਕ ਹਿੱਸਾ ਹੈ, ਉਹਨੂੰ ਖੇਡ ਦੀ ਸਮਝ ਲੱਗ ਜਾਂਦੀ ਹੈ, ਫਿਰ ਉਹ ਪਰੇਸ਼ਾਨ ਨਹੀਂ ਹੁੰਦਾ। ਕਿਸੇ ਬੰਦੇ ਨੂੰ ਚੰਗਾ ਸੁਪਨਾ ਆਇਆ ਹੋਵੇ ਨਾ, ਮੈਨੂੰ ਯਾਦ ਹੈ ਕਈ ਵਾਰੀ ਦੇਖਦੇ ਆ ਕਿਸੇ ਨੂੰ ਸਵੇਰੇ ਜਗਾ ਦਈਏ ਨਾ, ਲੈ ਤੂੰ ਮੈਨੂੰ ਐਵੇਂ ਜਗਾਤਾ, ਗੁੱਸੇ ਹੋ ਜਾਂਦੇ ਲੋਕ, ਬੜਾ ਸੋਹਣਾ ਸੁਪਨਾ ਆਈ ਜਾਂਦਾ ਸੀ। ਪਰ ਆਪਾਂ ਇੱਕ ਗੱਲ ਯਾਦ ਰੱਖੀਏ, ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰਕੇ ਜਿਨ੍ਹਾਂ ਦੇ ਇਸ ਜਗਤ ਰੂਪੀ ਸੁਪਨੇ ਨੂੰ ਤੋੜ ਦਿੰਦੇ ਆ ਨਾ, ਉਹੀ ਬੰਦਾ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੇ ਵਿੱਚ ਜੁੜਦਾ ਹੈ। ਦੂਜੇ ਬੰਦੇ ਤਾਂ ਸੁੱਤੇ ਹੀ ਰਹਿ ਜਾਂਦੇ ਨੇ। ਇਹ ਜਗਤ ਸੁਪਨੇ ਨੂੰ ਤੋੜਨਾ ਜ਼ਰੂਰੀ ਹੈ, ਇਹ ਗੱਲ ਗੁਰੂ ਸਾਹਿਬ ਇੱਥੇ ਸਮਝਾ ਰਹੇ ਨੇ। ਇਹ ਟੀਮ ਦਾ ਸਵਾਲ ਰਾਊਂਡ ਨੰਬਰ 7, ਇਹ ਤੋਂ ਬਾਅਦ ਅੰਕ ਪੁੱਛਾਂਗੇ। ਫਿਰ ਮੈਨੂੰ ਲੱਗਦਾ ਕਿ ਬਾਹਲਾ ਫਰਕ ਨਹੀਂ ਪਿਆ ਹੋਣਾ, ਸੇਮ ਚੱਲ ਰਿਹਾ। ਓਕੇ, ਕੋਈ ਨਹੀਂ। ਅਰਦਾਸ ਕਰੋ ਜਿਸ ਸਾਰੇ ਮੇਰੇ ਲਈ ਹੋਣ ਕਿ ਮੈਨੂੰ ਸੌਖਾ ਹੋ ਜਾਵੇ ਥੋੜਾ ਜਿਹਾ। ਓਕੇ, ਠੀਕ ਹੈ ਜੀ। ਤੁਹਾਡਾ ਸਵਾਲ ਜੀ, ਇਹ ਟੀਮ ਦਾ ਪਾਸ ਨਹੀਂ ਹੈ ਜੀ, ਲਾਸਟ ਰਾਊਂਡ ਪਾਸ ਕਰਾਂਗੇ। ਮੈਂ ਇਦਾਂ ਕਰਦਾ ਜੀ, ਥੋੜਾ ਜਿਹਾ ਮੈਂ ਚੇਂਜ ਕਰ ਰਿਹਾ ਕਿਉਂਕਿ ਮੇਰੀ ਡਿਸਕ੍ਰਿਪਸ਼ਨ 'ਚ ਆਉਂਦੀ ਚੀਜ਼ ਇਹ, ਮੈਂ ਇਹਨੂੰ ਪਾਸ ਰਾਊਂਡ ਹੀ ਬਣਾ ਰਿਹਾ ਜੀ, ਕਿਉਂਕਿ ਇੱਥੇ ਮੈਨੂੰ ਇੱਕ ਉਮੀਦ ਹੈ ਕਿ ਥੋੜਾ ਜਿਹਾ ਮੈਂ ਉਹ 'ਚ ਫਰਕ ਪਾ ਸਕਾਂ। ਉੱਥੇ ਮੈਂ ਪਾਸ ਰਾਊਂਡ ਕਰ ਰਿਹਾ ਜੀ, ਦੋਵੇਂ ਰਾਊਂਡ ਪਾਸ ਰਾਊਂਡ ਹੋਣਗੇ। ਇਹ ਟੀਮ ਦਾ ਸਵਾਲ ਲਾਸਟ ਰਾਊਂਡ ਨੇ। ਇੱਕ ਸ਼ਲੋਕ ਲਿਖਦੇ ਕਹਿੰਦੇ ਲਿਓ ਭੇਖ ਬੈਰਾਗ। ਇਹ ਕਿਹੜੇ ਭੇਖ ਦੀ ਗੱਲ ਕਰ ਰਹੇ ਨੇ? ਕੀ ਭਾਵ ਹੈ ਇਹਦਾ? ਭੇਖ ਤਾਂ ਗੁਰਮਤਿ ਪ੍ਰਵਾਨ ਨਹੀਂ ਹੈ, ਇਹ ਕਿਹੜਾ ਭੇਖ ਹੈ? ਭੇਖ ਬੈਰਾਗ। ਬਿਲਕੁਲ, ਮੈਂ ਤੁਹਾਡਾ ਭਾਵ ਅਰਥ ਸਮਝ ਗਿਆ। ਦੋਵਾਂ ਕਹਿੰਦੇ ਨੂੰ ਦੇ ਦਿਓ ਤਾਲੀਆਂ ਨਾਲ, ਮੈਂ ਜ਼ਰੂਰ ਇਹਨਾਂ ਨੂੰ ਆਪਣੀ ਹੌਸਲਾ ਵਧਾਈਏ ਜੀ। ਇਹਨੂੰ ਕਹਿੰਦੇ ਸੰਸਾਰ ਦੇ ਰਾਗ ਨਾ ਅਲਾਪਨ ਵਾਲਾ। ਬੇਰਾਗ ਹੁੰਦਾ ਜਿਹੜਾ ਰਾਗਾਂ, ਦੁਨੀਆ ਦੇ ਰਾਗਾਂ ਤੋਂ ਪਾਸੇ ਹੋ ਜਾਏ, ਬੇਰਾਗ। ਇਹਨੂੰ ਅਲੱਗ-ਅਲੱਗ ਕਰਕੇ ਜੇ ਪੜ੍ਹੀਏ, ਇੱਕ ਗੱਲ ਸਮਝੀਏ। ਦੇਖੋ ਕਿ ਕੋਈ ਬੰਦਾ ਪੁਲਿਸ ਵਾਲੇ ਦੀ ਵਰਦੀ ਪਾਵੇ, ਪੁਲਿਸ ਵਾਲਾ ਹੋਵੇ ਨਾ, ਉਹ ਵਰਦੀ ਪਾ ਲੇ, ਉਹ ਨਕਲੀ ਹੈ ਨਾ, ਨਕਲੀ ਪੁਲਿਸ ਵਾਲਾ ਹੈ। ਜਾਂ ਇਹਨੂੰ ਐਂ ਸਮਝੀਏ ਕੋਈ ਦੁਕਾਨ ਹੈ, ਦੁਕਾਨ ਦੇ ਬਾਹਰ ਲਿਖਿਆ ਕਰਿਆਨਾ ਸਟੋਰ, ਪਰ ਅੰਦਰ ਸਮਾਨ ਹੋਵੇ ਕੋਈ ਨਾ ਕਰਿਆਨੇ ਦਾ। ਬਾਹਰ ਲਿਖਿਆ ਹੋਵੇ ਕਲੌਥ, ਕੱਪੜੇ ਦਾ ਸਟੋਰ ਹੈ ਕੋਈ, ਇਹ ਅੰਦਰ ਕੱਪੜਾ ਹੋਵੇ ਕੋਈ ਨਾ। ਇਹ ਉਹਨਾਂ ਲੋਕਾਂ ਨਾਲ ਧੋਖਾ ਹੈ ਜਿਹੜੇ ਸਮਾਨ ਲੈਣ ਆ ਰਹੇ, ਸੌਦਾ ਲੈਣ ਆ ਰਹੇ। ਬਾਹਰ ਲਿਖਿਆ ਅੰਦਰ ਹੈ ਕੋਈ ਨਹੀਂ। ਤੇ ਗੁਰੂ ਸਾਹਿਬ ਮੈਨੂੰ ਲੱਗਦਾ ਕਿ ਇਹ ਸਮਝਾ ਰਹੇ ਨੇ ਕਿ ਜਿਹੜਾ ਸਾਧੂ ਦਾ ਭੇਖ ਹੈ ਨਾ, ਸਾਧੂ ਤਾਂ ਬੜੀ ਉੱਚੀ ਵਸਤ ਹੈ। ਜਿਹੜਾ ਸਾਧੂ ਦਾ ਭੇਖ ਹੈ ਉਹ ਉਹਨਾਂ ਲੋਕਾਂ ਨਾਲ ਧੋਖਾ ਹੈ ਜਿਹੜੇ ਇਕੱਲਾ ਭੇਖ ਕਰ ਰਹੇ ਨੇ, ਉਹਨਾਂ ਲੋਕਾਂ ਨਾਲ ਧੋਖਾ ਹੈ ਜਿਹੜੇ ਸੱਚ ਦੀ ਭਾਲ ਜਾ ਰਹੇ ਨੇ, ਉਹਨਾਂ ਕੋਲ ਜਾ ਰਹੇ ਨੇ। ਇਹ ਉਹਨਾਂ ਲੋਕਾਂ ਨਾਲ ਧੋਖਾ ਹੈ ਸਾਧੂ ਦਾ ਭੇਖ। ਬੋਰਡ ਲੱਗਿਆ ਬਾਹਰ ਸਾਧੂ ਦਾ, ਪਹਿਰਾਵਾ ਹੈਗਾ ਪਰ ਅੰਦਰ ਨਹੀਂ ਹੈ। ਇਸ ਕਰਕੇ ਅਸੀਂ ਕਹਿੰਦੇ ਬਾਣੀ ਤੇ ਬਾਣਾ ਦੋਵੇਂ ਚਾਹੀਦੇ ਨੇ। ਤਾਂ ਬਾਣੀ ਦਾ ਕਨਸੈਪਟ ਕੀ ਹੈ ਕਿ ਗੁਰਸਿੱਖ ਦੀ ਪਛਾਣ ਉਹਦੇ ਕੱਪੜਿਆਂ ਤੋਂ ਨਹੀਂ ਹੁੰਦੀ, ਸਾਧੂ ਦੀ ਪਛਾਣ ਉਹਦੇ ਕੱਪੜਿਆਂ ਤੋਂ ਨਹੀਂ ਹੈ। ਉਹਦੀ ਪਛਾਣ ਉਹਦੇ ਜੀਵਨ ਦੀ ਤਰਤੀਬ ਕਰਕੇ ਹੈ, ਉਹਦੇ ਚਾਲ ਚਲਣ ਕਰਕੇ ਹੈ। ਉਹਦੇ ਜੀਵਨ ਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਵੰਡ ਛਕਣਾ ਹੋਣਾ ਚਾਹੀਦਾ, ਤਿਆਗ ਹੋਣਾ ਚਾਹੀਦਾ, ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੋਂ ਨਜ਼ਰ ਆਉਂਦਾ ਸਾਨੂੰ। ਇਹ ਉਹਦੇ ਜੀਵਨ ਦੀ ਤਰਤੀਬ ਹੈ। ਤੇ ਗੁਰੂ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਆਪਣੇ ਜੀਵਨ ਨੂੰ ਇਹੋ ਜਿਹਾ ਬਣਾ, ਆਪਣਾ ਪ੍ਰੈਕਟੀਕਲ ਜੀਵਨ ਇਹੋ ਜਿਹਾ ਬਣਾ ਕਿ ਲੋਕ ਉਹਦੇ ਅੱਗੇ ਸਿਰ ਝੁਕਾਉਣ। ਤੇਰਾ ਜੀਵਨ ਦੇਖ ਕੇ ਲੋਕ ਕਹਿ ਦੇਣ ਕਿ ਗੁਰੂ ਨਾਨਕ ਦਾ ਸਿੱਖ ਜਾ ਰਿਹਾ ਹੈ, ਤੇਰਾ ਜੀਵਨ ਏਡਾ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਤੋ ਇਹ ਅਸਲ ਭੇਖ ਹੈ, ਇਹ ਅਸਲ ਭੇਖ ਬੈਰਾਗ ਹੈ। ਬੀ ਟੀਮ ਦਾ ਸਵਾਲ, ਇਹ ਕਹਿੰਦੇ ਨਰ ਚਾਹਤ ਕਛ ਔਰ ਇਹ ਕੀ ਔਰੀ ਭਈ। ਇਹ ਕੀ ਭਾਵ ਹੈ ਇਹਦਾ? ਜਿਹੜਾ
ਮਨੁੱਖ ਹੈ ਉਹ ਕੁਝ ਹੋਰ ਚਾਹੁੰਦਾ ਹੈ ਔਰੇ ਕੀ ਔਰੇ ਪਈ ਹੋਰ ਦੀ ਹੋਰ ਹੋ ਜਾਂਦੀ ਹੈ। ਮੈਨੂੰ ਅੰਕ ਤਾਂ ਦੇਣੇ ਪੈਣਗੇ ਤੁਹਾਨੂੰ 2, ਕਿਉਂਕਿ ਤੁਸੀਂ ਜਿਸ ਕਿਤਾਬ 'ਚ ਪੜ੍ਹਿਆ, ਜੋ ਕਿਤਾਬ ਦਿੱਤੀ ਗਈ ਸੀ ਉਹ 'ਚ ਇਹੀ ਲਿਖਿਆ ਸੀ। ਪਰ ਮੈਂ ਇੱਕ ਜੋ ਐਡ ਕਰਨੀ ਚਾਹੁੰਦਾ ਇਸ ਕੁਇਜ਼ ਦਾ ਮਨੋਰਥ ਪੂਰਾ ਹੋ ਜਾਏਗਾ। ਜੋ ਤੁਸੀਂ ਜਵਾਬ ਦਿੱਤਾ ਇਹਦਾ ਮਤਲਬ ਇਹ ਹੋ ਗਿਆ ਜਾਂ ਅਸੀਂ ਆਮ ਸਮਝਦੇ ਹਾਂ ਕਿ ਬੰਦਾ ਸੋਚਦਾ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ, ਇਹਦਾ ਮਤਲਬ ਬੰਦੇ ਦੇ ਵਾਸਤੇ 'ਚ ਕੁਝ ਵੀ ਨਹੀਂ ਹੈ। ਇਹਦਾ ਮਤਲਬ ਜਪਜੀ ਸਾਹਿਬ ਦੀ ਬਾਣੀ ਕੰਟਰਾਡਿਕਸ਼ਨ 'ਚ, ਜਿੱਥੇ ਉਹ ਕਹਿੰਦੇ ਨੇ ਕਿ ਕਰਮੀ ਆਪੋ ਆਪਣੀ ਕਹਿ ਨੇੜੇ ਕਹਿ ਦੂਏ, ਜਿੱਥੇ ਉਹ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ ਕਿ ਤੇਰੇ ਕਰਮਾਂ ਕਰਕੇ ਤੇਰਾ ਵਿਚਾਰ ਹੋਣਾ ਹੈ, ਇੱਥੇ ਗੁਰੂ ਸਾਹਿਬ ਕਹਿੰਦੇ ਵੀ ਤੂੰ ਸੋਚਦਾ ਕੁਝ ਹੋਰ ਹੋਣਾ ਤਾਂ ਕੁਝ ਹੋਰ ਹੀ ਹੈ। ਇਹ ਕੰਟਰਾਡਿਕਸ਼ਨ ਲੱਗਦੀ ਹੈ, ਪਰ ਕੰਟਰਾਡਿਕਸ਼ਨ ਨਹੀਂ। ਅੰਕ ਤੁਹਾਨੂੰ ਮੈਂ ਦੇ ਦਿੱਤੇ ਨੇ, ਪਰ ਇਹਦਾ ਮਤਲਬ ਕੀ ਹੈ? ਨਰ ਚਾਹਤ ਕਛ ਔਰ, ਕਹਿੰਦੇ ਬੰਦਾ ਕੁਝ ਹੋਰ ਹੀ ਚਾਹੀ ਜਾਂਦਾ ਹੈ। ਜਿਹੜੀ ਚੀਜ਼ ਇਹਨੂੰ ਚਾਹਣੀ ਚਾਹੀਦੀ ਸੀ ਨਾ ਉਹ ਚਾਹ ਹੀ ਨਹੀਂ ਰਿਹਾ। ਇਹਨੂੰ ਸੱਚ ਚਾਹਣਾ ਚਾਹੀਦਾ ਸੀ, ਇਹਨੂੰ ਪ੍ਰਮਾਤਮਾ ਦਾ ਸਾਥ ਚਾਹਣਾ ਚਾਹੀਦਾ ਸੀ, ਤਾਂ ਦੁਨੀਆ ਦਾ ਸਾਥ ਚਾਹੀ ਜਾਂਦਾ ਹੈ। ਮਤਲਬ ਇਹਦੀ ਚਾਹਤ ਹੀ ਗਲਤ ਹੈ। ਚਾਹਤ ਪ੍ਰਮਾਤਮਾ ਦੀ ਚਾਹੀਦੀ ਸੀ, ਇਹਦੀ ਚਾਹਤ ਵਿਖੇਣ ਦੀ ਬਣ ਗਈ, ਵਿਸ਼ੇ ਵਿਕਾਰਾਂ ਦੀ ਬਣ ਗਈ ਚਾਹਤ। ਇਸ ਕਰਕੇ ਹੋ ਜ਼ਿੰਦਗੀ ਦੇ ਸੁੱਖ ਚਾਹੁੰਦਾ ਪਰ ਹੋ ਕੁਝ ਹੋਰ ਹੀ ਰਿਹਾ। ਨਰ ਚਾਹਤ ਕੁਝ ਔਰ, ਜਦੋਂ ਚਾਹਤ ਹੀ ਗਲਤ ਹੈ, ਇਸ ਕਰਕੇ ਜੋ ਐਂਡ ਰਿਜ਼ਲਟ ਹੈ ਔਰੇ ਕੀ ਔਰ ਹੀ ਪਈ ਹੈ, ਮਤਲਬ ਦੁੱਖ ਹੀ ਨਿਕਲ ਰਹੇ ਨੇ ਜ਼ਿੰਦਗੀ ਚੋਂ। ਤੇ ਇਹ ਵੀ ਇੱਕ ਇਹਦੇ ਅਰਥ ਨਹੀਂ, ਇਹਨੂੰ ਜ਼ਰੂਰ ਵਿਚਾਰ ਲੈਣਾ। ਠੀਕ। ਸੀ ਟੀਮ ਦਾ ਸਵਾਲ ਕਹਿੰਦੇ ਜਿੰਨੇ ਯਤਨ ਕੀਤੇ, ਹਰ ਬੰਦਾ ਕੋਸ਼ਿਸ਼ ਕਰਦਾ ਸੁੱਖਾਂ ਲਈ। ਹੁਣ ਗੁਰੂ ਸਾਹਿਬ ਕਹਿੰਦੇ ਜਿੰਨੇ ਯਤਨ ਕੀਤੇ ਸੁੱਖਾਂ ਲਈ, ਹੁਣ ਤੱਕ ਕੀਤੇ ਸੁੱਖਾਂ ਲਈ ਕੀਤੇ ਸੀ, ਫਿਰ ਜ਼ਿੰਦਗੀ 'ਚ ਦੁੱਖ ਆ ਰਹੇ ਨੇ। ਕਿਉਂ ਦੁੱਖ ਆ ਰਹੇ ਨੇ ਜਦ ਯਤਨ ਸੁੱਖਾਂ ਦੇ ਕਰਨ ਦੇ ਬਾਵਜੂਦ ਵੀ? ਕੀ ਕਾਰਨ ਹੈ? ਜਤਨ ਹੋਏ ਕੀਏ ਤੁਕੇ ਕੀਏ ਨਾ ਹੋਏ ਕਵਨਾ ਨਕ ਸੁਨਲੇ ਬਨਾ ਹਰ ਭਾਵ ਐਸੇ ਹੋਏ। ਫਿਰ ਇਹਦਾ ਮੈਨੂੰ ਦੱਸੋਗੇ? ਮੈਂ ਪੁੱਛਿਆ ਸਵਾਲ ਕਿ ਕਿਉਂ ਆ ਰਹੇ ਨੇ, ਕੀ ਕਹਿਣਾ ਚਾਹੁੰਦੇ ਨੇ ਗੁਰੂ ਸਾਹਿਬ ਇੱਥੇ? ਸ਼ਲੋਕ ਤੁਸੀਂ ਬੋਲਤਾ ਠੀਕ ਹੋ ਗਿਆ, ਬਹੁਤ ਵਧੀਆ। ਮੈਂ ਅੰਕ ਨਹੀਂ ਦੇ ਸਕਦਾ ਇਹਦੇ, ਕੋਈ ਗੱਲ ਸੌਰੀ, ਸਮਾਂ ਤੁਹਾਡਾ ਨਿਕਲ ਗਿਆ। ਮੈਂ ਪਾਸ ਕਰਦਾ ਇਹਨੂੰ ਡੀਟੀ, ਮੈਂ ਕਾਮਯਾਬ ਹੋ ਗਿਆ ਜੀ। ਇਹਨਾਂ ਦੇ ਮਾਈਕ ਦੀ ਆਵਾਜ਼ ਵਧਾਓ ਜੀ ਥੋੜੀ ਜੀ। ਸੌਰੀ, ਇਹ ਟੀਮ ਜਿਹੜਾ ਵੀ ਪਰਮਾਤਮਾ ਨੂੰ ਜਿਹੜੀ ਚੀਜ਼ ਹੁੰਦੀ ਆ ਉਹ ਵੀ ਆਪਣੀ ਐਫ ਟੀਮ ਹਰ ਭਾਵੇਂ ਸੋ ਹੋਏ, ਜਿਹੜੀ ਚੀਜ਼ ਉਸ ਪਰਮਾਤਮਾ ਨੂੰ ਚੰਗੀ ਲੱਗੇਗੀ ਹੋਣੀ ਤਾਂ ਹੋਵੇ, ਚਾਹੇ ਅਸੀਂ ਚਾਹੇ ਸਾਡੇ ਸੁੱਖ ਹੁੰਦਾ ਚਾਹੇ ਸਾਡੇ ਦੁੱਖ। ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ। ਇਹ ਟੀਮ ਅਰੇ ਤੇ ਚਾਹੀਦਾ ਵੀ ਸੁੱਖ ਦਾ ਭਾਲਦਾ ਫਿਰਦਾ, ਪਰ ਜਿਹੜੀ ਚੀਜ਼ ਨੂੰ ਦੁੱਖ ਕੱਟਣੇ ਉਹਦੇ ਤੋਂ ਤੁਰਦਾ ਹੀ ਨਹੀਂ, ਯਾਨੀ ਨਾਮ ਦੇ ਨਾਲ ਤਾਂ ਹੁੰਦਾ ਹੀ। ਸੌਰੀ, ਹਲੇ ਜਵਾਬ ਕਲੀਅਰ ਨਹੀਂ, ਪਾਸ ਮੈਂ ਨਹੀਂ ਦੇਵਾਂਗੇ ਇਹਦੇ ਜੀ। ਹਾਫ ਹੀ ਹੈ ਆਨਸਰ ਇਹਦਾ। ਦੁੱਖ ਪਰਮਾਤਮਾ ਦੀ ਰਜ਼ਾ ਨਾਲ ਹੀ ਆਉਂਦੇ ਨੇ। ਸੌਰੀ ਜੀ, ਉਹ ਮੈਂ ਦੱਸ ਦੇਣਾ ਜੀ, ਮੈਂ ਦੱਸ ਦੇਣਾ, ਕੋਈ ਗੱਲ ਨਹੀਂ, ਕੋਈ ਹੋ ਗਿਆ ਜੀ। ਇਹ ਬਾਰੀ ਦੁਬਾਰਾ ਨਹੀਂ ਮਿਲੇਗਾ, ਪਾਸ ਸੀ ਨਾ ਇਹ। ਇਹਦਾ ਮਤਲਬ ਸਿੰਪਲ ਇਹ ਹੈ ਕਿ ਜਿਹਨੂੰ ਤੂੰ ਸੁੱਖ ਸਮਝੀ ਬੈਠਾ ਨਾ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ। ਹਰ ਬੰਦਾ ਕੀ ਸਮਝਦਾ ਹੈ ਕਿ ਮੈਂ ਸੁੱਖਾਂ ਲਈ ਕੋਸ਼ਿਸ਼ ਕਰ ਰਿਹਾ। ਹਰ ਬੰਦੇ ਦਾ ਇੱਥੇ ਆਪਾਂ 500 ਜਾਣੇ ਬੈਠੇ, 700 ਜਾਣੇ, ਤੁਸੀਂ ਕਿਸੇ ਨੂੰ ਖੜਾ ਕੇ ਪੁੱਛ ਲਓ ਵੀ ਕੀ ਕਰ ਲਓ, ਕਹਿੰਦੇ ਮੈਂ ਸੁੱਖਾਂ ਲਈ ਯਤਨ ਕਰ ਰਿਹਾ। ਪਰ ਉਹਨੂੰ ਪਤਾ ਹੀ ਨਹੀਂ ਸੁੱਖ ਹੈ ਕੀ। ਜਿਹਨੂੰ ਉਹ ਸੁੱਖ ਸਮਝੀ ਬੈਠਾ ਹੈ, ਉਹ ਜਿਹੜੇ ਸਿਆਣੇ ਲੋਕ ਹੁੰਦੇ ਆ ਨਾ, ਸੱਚ ਦੇ ਰਾਹ ਚੱਲਣ ਵਾਲੇ, ਉਹਨਾਂ ਲਈ ਉਹ ਚੀਜ਼ਾਂ ਦੁੱਖ ਹੁੰਦੀਆਂ। ਬੰਦਾ ਪੈਸਾ ਕਮਾਉਂਦਾ ਸੁੱਖਾਂ ਲਈ, ਪ੍ਰਾਪਰਟੀਜ਼ ਕਾਹਦੇ ਲਈ ਬਣਾਉਂਦਾ ਸੁੱਖਾਂ ਲਈ, ਪਰ ਇਹਦੇ ਵਿੱਚ ਸੁੱਖ ਨਿਕਲਣਾ ਹੀ ਨਹੀਂ। ਬਾਣੀ ਕਹਿੰਦੀ ਨਹੀਂ ਨਿਕਲਣੀ। ਬਾਣੀ ਦੇ ਵਿੱਚ ਲਿਖਿਆ ਹੈ ਤਾਂ ਸੁੱਖ ਨਾ ਹੀ ਬਹੁਤਾ ਧਨ ਖੱਟੈ, ਸੁੱਖ ਨਾ ਹੀ ਪੇਖਿਆ ਨਿਰਤ ਨਾਟੈ। ਇੱਥੇ ਇਹ ਹੈ ਕਿ ਇਹਦੀ ਪਛਾਣ ਗਲਤ ਹੈ, ਉਹਨੂੰ ਪਤਾ ਹੀ ਨਹੀਂ ਸੁੱਖ ਹੈ ਕੀ ਅਸਲ ਦੇ ਵਿੱਚ, ਤੇ ਪਛਾਣ ਗਲਤ ਕਰਕੇ ਦੁੱਖਾਂ ਨਾਲ ਹੀ ਸਾਂਝ ਪਾਈ ਜਾ ਰਹੀ ਹੈ। ਇਸ ਕਰਕੇ ਯਤਨ ਤੇ ਸੁੱਖਾਂ ਦੇ ਕਰਦਾ ਆਪਦੇ ਵੱਲੋਂ ਬੰਦਾ, ਪਰ ਆ ਦੁੱਖ ਰਹੇ ਨੇ, ਅਸਲ 'ਚ ਦੁੱਖਾਂ ਦੇ ਯਤਨ ਨਹੀਂ ਕਰ ਰਿਹਾ, ਸੁੱਖਾਂ ਦੇ ਕਰ ਹੀ ਨਹੀਂ ਰਿਹਾ। ਉਹਨੂੰ ਪਛਾਣ ਹੀ ਨਹੀਂ ਹੈ ਸੁੱਖਾਂ ਤੇ ਦੁੱਖਾਂ ਦੀ। ਆਪਣੀ ਪਛਾਣ ਠੀਕ ਕਰ। ਸੁੱਖਾਂ ਵਾਲੀ ਉਹ ਕਰਦਾ ਹੀ ਨਹੀਂ, ਜਿਹੜੇ ਦੁੱਖ ਜਿਹਨੇ ਕੱਟਣੇ ਉਹਦਾ ਨਹੀਂ ਕਰਦਾ। ਐਗਜ਼ੈਕਟਲੀ, ਜਿਹੜੇ ਆਮ ਬੰਦੇ ਲਈ ਜਿਹਨੂੰ ਉਹ ਸੁੱਖ ਸਮਝਦਾ ਹੈ, ਭਗਤਾਂ ਲਈ ਤੇ ਉਹ ਦੁੱਖ ਨੇ। ਉਹ ਮਾਇਆ ਵਿਸ਼ੇ ਐਗਜ਼ੈਕਟਲੀ, ਪਰ ਇਹਦੇ ਅੰਕ ਨਹੀਂ ਮਿਲਣਗੇ ਕਿਸੇ ਨੂੰ। ਨਹੀਂ ਸੱਜੀ ਮੈਂ ਸਵਾਲ ਕੋਲੇ ਨਾ ਦੂੰਗਾ। ਠੀਕ ਹੈ, ਥੈਂਕ ਯੂ। ਕੋਈ ਨਹੀਂ, ਹੁਣ ਪਰ ਸਮਾਂ ਥੋੜਾ ਬਹੁਤ ਜਲਦੀ ਸਾਥ ਨਹੀਂ ਜਾ ਸਕਾਂਗੇ। ਡੀ ਟੀਮ ਦਾ ਸਵਾਲ ਆ ਗਿਆ। ਜਿਹਦੇ ਕੋਲ 4 ਪੈਸੇ ਹੋਣ ਉਹਨੂੰ ਪੈਸਿਆਂ ਦਾ ਮਾਣ ਕਰਦਾ ਬਹੁਤ ਬੰਦਾ। ਜਿਹਦੀ ਪਹੁੰਚ ਹੋਵੇ ਸਰਕਾਰੀ ਦਰਬਾਰੇ, ਉਹ ਆਪਣੀ ਪਹੁੰਚ ਤੇ ਮਾਣ ਕਰੀ ਜਾਂਦਾ ਹੈ। ਜਿਹਦੇ ਕੋਲ ਤਾਕਤ ਹੋਵੇ, ਤਾਕਤਵਰ ਹੋਵੇ ਬੰਦਾ, ਉਹ ਆਪਣੀ ਤਾਕਤ ਤੇ ਮਾਣ ਕਰੀ ਜਾਂਦਾ। ਡੋਲੇ ਦਿਖਾਈ ਜਾਂਦਾ 24 ਘੰਟੇ ਲੋਕਾਂ ਨੂੰ, ਮਾੜਿਆਂ ਨੂੰ। ਇਹਨੂੰ ਕਹਿੰਦੇ ਮਨੀ ਪਾਵਰ, ਮਸਲ ਪਾਵਰ ਤੇ ਮਾਈਟ ਪਾਵਰ ਹੁੰਦੀ ਹੈ, ਪਹੁੰਚ। ਆਪਣੀ ਮਾਣ ਕਰਦਾ ਇਹਨਾਂ ਚੀਜ਼ਾਂ ਤੇ। ਉਹ ਗੁਰੂ ਸਾਹਿਬ ਕਹਿੰਦੇ ਨੇ ਝੂਠੇ ਮਾਣ ਆ ਸਾਰੇ। ਇੱਕ ਉਦਾਹਰਨ ਦਿੱਤੀ ਹੈ। ਕੀ ਉਦਾਹਰਨ ਦਿੱਤੀ ਹੈ ਗੱਲ ਸਮਝਾਉਣ ਲਈ ਵੀ ਮਾਣ ਸਹੀ ਨਹੀਂ ਹੈਗੇ, ਗਲਤ ਹੈ, ਝੂਠੇ ਮਾਣ ਹੈ ਇਹ। ਡੀ ਟੀਮ
सॉरी गलत हो गया ना, तुक्का नहीं लगे, एक बार आंसर देना। ई टीम झूठे मान कहा करे, झूठे मान कहाँ करे, जग सुपने ज्यो जहां, इनमें कष्टी इनमें कछ तेरो नहीं। वो सच्चा नहीं है, ना मनी पावर तेरी है, ना ताकत तेरी है, ते ना ही मसल पावर तेरी है। ये तेरा कुछ भी नहीं है इन्हां विचों। बस कहते एक याद रख, जिवें सुपने दे धन पदार्थ होर हुंदे आ, ਜਦੋਂ जाग पैंदे आ तो असलीयत नहीं हुंदी, पता लगदा यार झूठा सी वो। बस कहते संसार भी सुपना ही है। जे संसार सुपने तो जागांगे तो संसार है, संसार तो जागांगे तो फिर निरंकार है। असलीयत वो है, बाकी सब कुछ झूठा ही है। ई टीम का सवाल, ई टीम का सवाल, हौमे कदों खत्म होती है तो कदों छड्डी जाती है? हौमे खत्म करने की जुगत जिहड़ी हैगी वो दस दिओ जी। हौमे खत्म करने की जुगत दस दिओ की है? वो दसे कहते सच्ची करके माने इस चीज में, नाल ये भी कह रहे हैं शो के विच। जय प्राणी होमे तजी करता राम श्याम। मैं दस जुगत दस दो की ये इस श्लोक जुगत की हैगी? मतलब कि ਜਿਹੜਾ ਪ੍ਰਾਣੀ ਹੋਮੇ ਨੂੰ ਕਰ ਦਿੰਦਾ ਉਹਨੂੰ ਇੱਕ ਤਰ੍ਹਾਂ ਪਰਮਾਤਮਾ ਜਿਹੜਾ ਕਰਤਾ ਰਾਮ ਕ੍ਰਿਸ਼ਨ ਡੂੰਗੀ ਸਾਂਝ ਪਾ ਕੇ ਉਸੇ ਨਾਲ ਪਰਮਾਤਮਾ ਦੇ ਨਾਲ। ਹੁਣ ਮੈਂ ਅੰਕ ਦੇ ਦਾਂਗਾ ਜੀ ਇਹਨਾਂ ਨੂੰ। ਹੁਣ ਅੰਕ ਇਹਨਾਂ ਦੇ ਬਣ ਗਏ, ਬੈਲ ਵੱਜਦੇ ਜਵਾਬ ਦੇਤਾ। ਜਹ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਣ। ਆਮ ਤੇ ਬੰਦਾ ਆਪਣੇ ਆਪ ਨੂੰ ਕਰਤਾ ਮੰਨੀ ਬੈਠਾ ਨਾ, ਮੈਂ ਹੀ ਕਰਨ ਵਾਲਾ ਹੈ, ਸਭ ਕੁਝ ਕਰਨ ਵਾਲਾ ਮੈਂ। ਜਦੋਂ ਬੰਦੇ ਨੂੰ ਯਕੀਨ ਹੋ ਜਾਏ ਨਾ ਵੀ ਮੈਂ ਕੁਝ ਕਰਨ ਵਾਲਾ ਨਹੀਂ, ਕਰਨ ਵਾਲਾ ਤੇ ਪਰਮਾਤਮਾ ਹੈ। ਕਬੀਰ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ, ਜੋ ਕਰਨ ਵਾਲਾ ਪਰਮਾਤਮਾ ਹੀ ਹੈ। ਫਿਰ ਬੰਦੇ ਦੀ ਹਉਮੈ ਮੁੱਕਦੀ ਹੈ। ਜੇ ਬੰਦਾ ਆਪਣੇ ਆਪ ਨੂੰ ਕਰਤਾ ਮੰਨੀ ਜਾਵੇ, ਮੈਂ ਹੀ ਪਰਿਵਾਰ ਸੰਭਾਲ ਰਿਹਾ, ਮੈਂ ਹੀ ਦੁਨੀਆ ਚਲਾਈ ਜਾਂਦਾ, ਮੇਰੇ ਕਰਕੇ ਸਭ ਕੁਝ ਹੋ ਰਿਹਾ, ਫਿਰ ਹਉਮੈ ਮਰਦੀ ਨਹੀਂ ਹੈ। ਐਫ ਟੀਮ ਦਾ ਸਵਾਲ, ਇੱਕ ਵਿਗਿਆਨ ਦਾ ਨਿਯਮ ਵੀ ਜੋ ਪੈਦਾ ਹੋਇਆ ਉਹਨੇ ਖਤਮ ਹੋ ਜਾਣਾ। ਸੂਰਜ ਦੀ ਵੀ ਆਪਣੀ ਇੱਕ ਲਾਈਫ ਹੈ, ਧਰਤੀ ਦੀ ਵੀ ਲਾਈਫ ਹੈ, ਪਹਾੜਾਂ ਦੀ ਵੀ ਆਪਣੀ ਇੱਕ ਲਾਈਫ ਹੈ। ਕਿੱਥੇ ਲਿਖਿਆ ਉਹਨਾਂ ਨੇ? जो उपजे सो बिनस है, ला गए कलेक्ट करके वो एंड च जाके, जो उपजे सो बिनस है परो आज कै काल हर पुजाए ने शांति छाड़ सकल जंजाल। दो अंक इन्हां दे हो गए। एक बारी अंक बोल दिओ जी, लास्ट राउंड आ गया। अंक बोल दिओ, लास्ट राउंड आ गया जी, पास राउंड ही है भी। ए टीम 9 अंक जी, बी टीम 13 अंक, सी टीम 10 अंक, डी टीम 11 अंक, ई टीम 13 अंक, एफ टीम 12 अंक। बहुत नेड़े नेड़े जी, हजे तुसीं अगे पिछे हो सकते हो सारे। लास्ट राउंड आ गया जी, प्लीज ध्यान दिओ जी, पास राउंड है। ए टीम का सवाल, सारे ध्यान दिओ जी, प्लीज कंसंट्रेशन बढ़ाओ इस राउंड च। एक तो काम हुंदा जो दुनिया करती है, आपां नूं कोई कह दे वो घट समझ आउंदा। एक हुंदा अपना निजी तजर्बा, आप कहने यार मेरा तजर्बा है, मैं तो आप करके दस्सिया है। गुरु साहब इन्हां श्लोकां दे विच एक निजी तजर्बा दुनिया नूं समझा रहे हैं। निजी तजर्बा कहंदे मेरा जाती तजर्बा है, निजी तजर्बा वो किहड़ा है? ਕਿਹੜੇ ਤਜਰਬੇ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਸ਼ਲੋਕਾਂ 'ਚ? नहीं जी, बी टीम पास। निज कर देखियो जगत में को गाहु को नाहे, नानक सिर हर भगत है। एक अंक दे दियो जी, बी टीम में एक अंक हो गया जी। निज कर देखियो जगत में, कहते मैं निजी तजर्बा दस रहा भी इस दुनिया च कोई किसी का नहीं। भगत कबीर जी ने अपने श्लोकां च लिखे है, कहते मैं तो ढोल बजा के पूछ रहा मंदल कंध चढ़ाए। मैं दुनिया ने पूछे भी कोई किसी का है, तो कबीर जी कहते नहीं कोई किसी का नहीं। तो गुरु तेग बहादुर साहब इत्थे ही कहते निजी तजर्बा दस रहे, कोई किसी का नहीं, भुलेखे च ना किते रह जाए जी। सब शॉर्ट टर्म रिलेशन है, अपने मतलब नाल जुड़े हुए रिलेशन है सारे, मतलब दे मतलबी रिलेशन ने रिश्ते ने सारे। कोई किसी का नहीं है धरती के उपर, जिन्होंने जिन्ना जिन्ना मतलब ओडे ओडे रिश्ते है किसी के। ये गुरु साहब कह रहे हैं। बी टीम का सवाल, बड़ी कमाल जी एक जुगत जीवन च कलेश या संकट नूं खत्म करने की जुगत समझा रहे हैं। की जुगत समझाइए कि जीवन च संकट किवें खत्म हो सकते हैं? थोड़ा जिहा औखा राउंड आ गया लास्ट। राम नाम उर्मै गहियो जाके सब नहीं हुए, जय सिमरत संकट मिटै। हुण की करिए जी?
ਤਾੜੀਆਂ ਮਾਰ ਦਿਓ ਘੱਟੋ ਘੱਟ ਇਹਨਾਂ ਲਈ। ਰਾਮ ਨਾਮ ਔਰ ਮੈਂ ਰਹੇ ਹੋ, ਔਰ ਕੀ ਹੁੰਦਾ ਦੱਸ ਦਿਓਗੇ? ਹਿਰਦਾ। ਹਿਰਦੇ ਦੇ ਵਿੱਚ ਰੱਬ ਦਾ ਨਾਮ ਵਸਾ, ਸੰਕਟ ਮਿਟ ਜਾਣਗੇ। ਇੱਕ ਗੱਲ ਯਾਦ ਰੱਖਿਓ, ਜੀਵਨ ਦਾ ਸਭ ਤੋਂ ਵੱਡਾ ਫਿਕਰ ਪਤਾ ਕੀ ਹੈ? ਇੱਕ ਬੰਦੇ ਨੂੰ ਸੰਕਟ, ਵੀ ਜੀਵਨ 'ਚ ਮੇਰੇ ਸੰਕਟ ਨਾ ਆ ਜਾਣ। ਇਸ ਲਈ ਉਹ ਕੋਈ ਨਾ ਕੋਈ ਸਹਾਇਕ ਲੱਭਦਾ ਹੈ ਜਿਹੜਾ ਉਹਨੂੰ ਬਚਾ ਲਵੇ ਉਸ ਸੰਕਟ ਦੇ ਵਿੱਚੋਂ। ਤੇ ਗੁਰੂ ਸਾਹਿਬ ਇਸ ਸ਼ਲੋਕ ਕੀ ਕਹਿੰਦੇ? ਕਹਿੰਦੇ ਹਿਰਦੇ 'ਚ ਹੋਵੇ ਰੱਬ ਦੀ ਯਾਦ, ਹਿਰਦੇ 'ਚ ਵਸੇ ਹੁਣ ਪ੍ਰਮਾਤਮਾ ਦੇ ਗੁਣ। ਕਹਿੰਦੇ ਫਿਰ ਵਿਸ਼ਵਾਸ ਕਰ, ਤੇਰੇ ਜੀਵਨ ਦੇ ਸਾਰੇ ਡਰ, ਸਾਰੀਆਂ ਚਿੰਤਾਵਾਂ, ਸਾਰੀਆਂ ਮੁਸੀਬਤਾਂ, ਸਾਰੀਆਂ ਰੁਕਾਵਟਾਂ ਤੇਰੇ ਜੀਵਨ ਦੇ ਵਿੱਚੋਂ ਮੁੱਕ ਜਾਣਗੀਆਂ। ਬਸ ਕਹਿੰਦੇ ਕੋਈ ਉਹਦਾ ਕੁਝ ਨਹੀਂ ਵਿਗਾੜ ਸਕਦਾ। ਪਰ ਕਹਿੰਦੇ ਇੱਕ ਗੱਲ ਯਾਦ ਰੱਖੀ ਕਿ ਜੀਵਨ ਦਾ ਸਭ ਤੋਂ ਵੱਡਾ ਸੰਕਟ ਪਤਾ ਕੀ ਹੈ? ਸੰਕਟ ਮਿਟਾਉਣ ਦੀ ਜੁਗਤ ਦੱਸ ਦਿੱਤੀ ਹੈ, ਪਰ ਕਹਿੰਦੇ ਜੀਵਨ ਦਾ ਸਭ ਤੋਂ ਵੱਡਾ ਸੰਕਟ ਪਤਾ ਕਿਹੜਾ ਹੈ ਜੀ? ਕਹਿੰਦੇ ਜੀਵਨ ਦਾ ਸਭ ਤੋਂ ਵੱਡਾ ਸੰਕਟ ਹੈ ਹੀ ਇਹ ਰੱਬ ਨੂੰ ਭੁੱਲ ਜਾਣਾ। ਇਦੋਂ ਵੱਡਾ ਸੰਕਟ ਹੈ ਹੀ ਕੋਈ ਨਹੀਂ ਹੋ। ਪਰ ਸੰਕਟ ਹੀ ਇਹ ਹੈ, ਤੂੰ ਰੱਬ ਨੂੰ ਯਾਦ ਰੱਖ, ਬਾਕੀ ਸੰਕਟ ਤੇਰੇ ਆਪਣੇ ਆਪ ਮਿਟ ਜਾਣਗੇ। ਸੀ ਟੀਮ ਦਾ ਸਵਾਲ, ਅਲਟੀਮੇਟ ਗੋਲ ਬੰਦੇ ਦੀ ਜ਼ਿੰਦਗੀ ਦਾ ਕੀ ਹੈ? ਨਿਸ਼ਾਨਾ ਕੀ ਹੈ? ਮੈਂ ਸੁਖੀ ਰਹਿਣਾ, ਇਹੀ ਹੈ ਨਾ। ਹਮੇਸ਼ਾ ਜ਼ਿੰਦਗੀ ਸਦਾ ਹੀ ਸੁਖੀ ਰਹਾਂ ਮੈਂ, ਕਦੇ ਵੀ ਦੁੱਖ ਨਾ ਆਉਣ ਜ਼ਿੰਦਗੀ 'ਚ। ਪਰ ਅੱਜ ਕੀ ਹੋ ਰਿਹਾ ਹੈ? ਜਦੋਂ ਕੁਝ ਮਿਲ ਜਾਂਦਾ ਤਾਂ ਬੰਦਾ ਸੁਖੀ ਹੈ, ਕੁਝ ਗਵਾਚ ਗਿਆ ਤਾਂ ਦੁਖੀ ਹੈ। ਕੋਈ ਬੰਦਾ ਥੋੜੀ ਜਿਹੀ ਉਸਤਤ ਕਰਦੇ ਤਾਂ ਬੰਦਾ ਸੁਖੀ ਹੈ, ਕੋਈ ਨਿੰਦਿਆ ਕਰਦੇ ਬੰਦਾ ਦੁਖੀ ਹੋ ਜਾਂਦਾ, ਕੋਈ ਮਾਣ ਕਰਦੇ ਤਾਂ ਬੰਦਾ ਸੁਖੀ ਹੈ, ਅਪਮਾਨ ਕਰਦੇ ਬੰਦਾ ਦੁਖੀ ਹੈ। ਕਹਿੰਦੇ ਨੇ ਕभी ਖੁਸ਼ੀ ਕभी, ਪਰ ਇਹ ਗਲਤ ਹੈ। ਸਾਡੀ ਫਿਲਾਸਫੀ ਤਾਂ ਬੇਗਮਪੁਰੇ ਦੀ ਹੈ, ਜਿੱਥੇ ਗਮ ਹੈ ਹੀ ਕੋਈ ਨਹੀਂ, ਕभी ਗਮ ਵਾਲਾ ਤਾਂ ਮਸਲਾ ਹੀ ਕੋਈ ਨਹੀਂ। ਸਵਾਲ ਤੁਹਾਡਾ ਇਹ ਹੈ ਸੀ ਟੀਮ ਦਾ ਕਿ ਸ਼ਲੋਕਾਂ ਦੇ ਵਿੱਚ ਸਦਾ ਸੁਖੀ ਰਹਿਣ ਦੀ ਜੁਗਤ ਕੀ ਸਮਝਾਈਏ ਗੁਰੂ ਸਾਹਿਬ ਨੇ? ਸਦਾ ਸੁਖੀ ਰਹਿਣ ਦੀ, ਗਮ ਹੋਣ ਹੀ ਕੋਈ ਨਾ। ਦੇ ਦਿਓ ਜੀ ਅੰਕ 2 ਭਰਪੂਰ ਤਾੜੀਆਂ ਨਾਲ। ਆਖਰੀ ਤਾੜੀਆਂ ਆਈਆਂ 2-3 ਸਵਾਲਾਂ ਦੀਆਂ ਜੀ। ਹੁਣ ਜੋ ਸੁੱਖ ਕੋ ਚਾਹੇ ਸਦਾ, ਕਦੇ ਕਦੇ ਸੁੱਖ ਨਹੀਂ ਵੀ ਵਿਆਹ ਆ ਗਿਆ ਤਾਂ ਸੁੱਖ ਹੈ, ਘਰੇ ਕੋਈ ਮੌਤ ਹੋਊਗੀ ਤਾਂ ਦੁੱਖ ਆ ਗਏ। ਇਹ ਸੁੱਖ ਕੋ ਚਾਹੇ ਸਦਾ ਵਾਲੀ ਗੱਲ ਹੈ, ਕਦੇ ਦੁੱਖ ਹੁੰਦੇ ਹੀ ਨਹੀਂ। ਇੱਥੇ ਬਾਹਰ ਦੇ ਹਾਲਾਤ, ਪਰਿਸਥਿਤੀਆਂ ਮਨ ਸਥਿਤੀ ਨੂੰ ਡਾਵਾਡੋਲ ਨਹੀਂ ਕਰਦੀਆਂ। ਇੱਥੇ ਹਮੇਸ਼ਾ ਹੀ ਚੜ੍ਹਦੀ ਕਲਾ ਹੈ, ਇੱਥੇ ਸਦਾ ਹੀ ਆਨੰਦ ਤੇ ਖੇੜਾ ਹੈ। ਇੱਥੇ ਦੁੱਖ ਨੂੰ ਦਾਤ ਕਰਕੇ ਬੰਦਾ ਕਹਿੰਦਾ ਦੁੱਖ ਦਾਤ ਨਹੀਂ, ਤਾਂ ਦੁੱਖ ਨੂੰ ਦਾਤ ਮੰਨਦਾ ਨਹੀਂ ਬੰਦਾ। ਇਹੀ ਹਾਲਾਤ ਨੇ। ਡੀ ਟੀਮ ਦਾ ਸਵਾਲ, ਸਭ ਤੋਂ ਵੱਡਾ ਰੋਗ ਪਤਾ ਕੀ ਹੈ ਜੀ ਬੰਦੇ? ਅੱਜ ਰੋਗ ਬਹੁਤ ਸਾਰੇ ਨੇ, ਕੈਂਸਰ ਹੈ, ਏਡਜ਼ ਹੈ, ਸੋ ਮੈਨੀ ਬੜੇ ਰੋਗ ਹੈ। ਸਭ ਤੋਂ ਵੱਡਾ ਰੋਗ ਪਤਾ ਕਿਹੜਾ? ਚਿੰਤਾ ਰੋਗ ਕਿਹਾ, ਚਿੰਤਾ ਰੋਗ। ਤੇ ਸਭ ਤੋਂ ਵੱਡੀ ਚਿੰਤਾ ਕਿਸ ਚੀਜ਼ ਦੀ ਹੈ? ਮੌਤ ਦੀ ਹੈ। ਪਰ ਫਿਲਾਸਫਰ ਇਹ ਕਹਿੰਦੇ ਕਿਉਂਕਿ ਬੰਦੇ ਨੇ ਮਰਨਾ ਹੈ, ਇਸ ਕਰਕੇ ਜੀਵਨ ਸਵਾਦ ਲੈ। ਜੇ ਕਿਤੇ ਬੰਦੇ ਨੂੰ ਇਹ ਪਤਾ ਲੱਗ ਜਾਏ ਬੰਦੇ ਨੇ ਕਦੇ ਮਰਨਾ ਹੀ ਨਹੀਂ, ਤੇ ਕਹਿੰਦੇ ਬੰਦੇ ਦੇ ਜੀਵਨ ਦਾ ਸਵਾਦ, ਜਿਉਣ ਦਾ ਸਵਾਦ ਵੀ ਖਤਮ ਹੋ ਜਾਏ। ਅਸੀਂ ਮਰਨਾ ਇਸ ਕਰਕੇ ਜੀਵਨ ਚੰਗਾ ਲੱਗਦਾ ਹੈ। ਸਵਾਲ ਤੁਹਾਡਾ ਇਹ ਹੈ ਕਿ ਗੁਰੂ ਸਾਹਿਬ ਸ਼ਲੋਕਾਂ ਦੇ ਵਿੱਚ ਇਸ ਮੌਤ ਦੀ ਚਿੰਤਾ ਪ੍ਰਤੀ ਸਾਡਾ ਨਜ਼ਰੀਆ ਬਦਲ ਰਹੇ ਨੇ। ਚਿੰਤਾ ਨੂੰ ਖਤਮ ਕਰਨ ਦੀ ਜੁਗਤ ਸਮਝਾ ਰਹੇ ਨੇ। ਕੀ ਜੁਗਤ ਹੈ ਚਿੰਤਾ ਖਤਮ ਕਰਨ ਦੀ? ਕਿਵੇਂ ਜੀਵਨ ਤੋਂ ਚਿੰਤਾ ਖਤਮ ਹੋਵੇ? चिंता ताकि कीजिए जो अनहोनी हुई, यह मार्ग संसार को नानक फिर नहीं कोई। ਦੇ ਦਿਓ ਜੀ 2 ਅੰਕ ਇਹਨਾਂ ਨੂੰ ਵੀ ਜੀ। ਮੈਨੂੰ ਲੱਗਦਾ ਕਿ ਮੈਂ ਜਿੰਨੇ ਕੁਇਜ਼ ਹੁਣ ਤੱਕ ਕਰਵਾਇਆ, ਸਭ ਤੋਂ ਵੱਧ ਤਿਆਰੀ ਜਿਹੜੀ ਹੈਗੀ ਹੈ ਇਹ ਟੀਮ ਹੁਣ ਤੱਕ 25 ਸਾਲਾਂ ਦੇ ਵਿੱਚ ਇਹ ਬੈਸਟ ਜਿਹੜੀ ਹੈਗੀ ਪ੍ਰੈਪਰੇਸ਼ਨ ਹੈਗੀ ਇਹਨਾਂ ਦੀ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਇੱਥੇ ਨਾਲ ਹੀ, ਕਹਿੰਦੇ ਮੌਤ ਦੀ ਚਿੰਤਾ ਨਾ ਕਰ ਤਾਂ ਸਾਰਿਆਂ ਨੂੰ ਮਿਲੀ ਹੈ। ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ? ਕਹਿੰਦੇ ਮੌਤ ਦੀ ਫਿਕਰ ਨਾ ਕਰ, ਮੌਤ ਦੀ ਚਿੰਤਾ ਨਾ ਕਰੇ ਤਾਂ ਸਾਰਿਆਂ ਨੂੰ ਆਈ ਹੈ, ਤੈਨੂੰ ਵੀ ਆਊਗੀ। ਜੇ ਚਿੰਤਾ ਕਰਨੀ ਹੈ ਤਾਂ ਨਾਮ ਦੀ ਕਰ। ਇਹ ਸਾਰਿਆਂ ਨੂੰ ਨਹੀਂ ਮਿਲਿਆ, ਹੋ ਸਕਦਾ ਤੈਨੂੰ ਵੀ ਨਾ ਮਿਲੇ। ਮੌਤ ਆਉਣੀ ਹੋਣੀ ਹੈ, ਜੋ ਅਨਹੋਣੀ ਹੋਏਗੀ, ਤੇ ਇਹ ਅਨਹੋਣੀ ਥੋੜਾ ਗੱਲ। ਨਾਮ ਦੀ ਫਿਕਰ ਕਰ, ਇਹ ਨਹੀਂ ਮਿਲਿਆ ਸਾਰਿਆਂ ਨੂੰ, ਤੈਨੂੰ ਵੀ ਹੋ ਸਕਦਾ ਨਾ ਮਿਲੇ। ਇਹਦੇ ਬਾਰੇ ਚਿੰਤਾ ਕਰ। ਮੌਤ ਦਾ ਭੈ ਮੁਕਾ ਰਹੇ ਨੇ। ਔਰ ਇੱਥੇ ਵੀ ਕਹਿੰਦੇ ਸਰੀਰ ਦੀ ਮੌਤ ਤੋਂ ਨਾ ਡਰ, ਜ਼ਮੀਰ ਦੀ ਮੌਤ ਤੋਂ ਡਰ। ਜੇ ਡਰਨਾ ਹੀ ਆ, ਇਹ ਡਰ ਕਿ ਕਿਤੇ ਮੈਂ ਤੇਰੇ ਤੋਂ ਟੁੱਟ ਨਾ ਜਾਵਾਂ, ਕਿਤੇ ਮੈਂ ਤੈਨੂੰ ਵਿਸਾਰ ਨਾ ਦੇਵਾਂ। ਇਹ ਚਿੰਤਾ ਕਰਨੀ ਹੈ। ਤਾਂ ਮੌਤ ਸਾਰਿਆਂ ਨੂੰ ਆਉਣੀ ਹੈ, ਅੱਜ ਆ ਜਾਏ ਚਾਹੇ ਕੱਲ੍ਹ ਆ ਜਾਏ। ਇਹ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ। ਇਹ ਟੀਮ ਦਾ ਸਵਾਲ, ਬੰਦਾ ਨਾ ਬੰਧਨਾਂ ਦੇ ਵਿੱਚ ਫਸ ਰਿਹਾ ਹੈ, ਜੰਜਾਲ 'ਚ ਫਸ ਜਾਂਦਾ ਹੈ। ਕਿਹੜੀ ਚੀਜ਼ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਛੁੱਟ ਜਾਂਦੀ ਹੈ, ਜਿਹਦੇ ਨਾਲ ਬੰਦਾ ਬੰਧਨਾਂ ਦੇ ਵਿੱਚ ਫਸ ਜਾਂਦਾ ਹੈ? ਇਹ ਟੀਮ ਫਸ ਜਾਂਦਾ। ਕੀ ਚੀਜ਼ ਛੁੱਟ ਜਾਂਦੀ ਹੈ ਕਿ ਬੰਧਨਾਂ ਵਿੱਚ ਬੰਦਾ ਫਸ ਜਾਂਦਾ ਹੈ? ਸੌਰੀ ਜੀ, ਗਲਤ ਹੋ ਗਿਆ ਜੀ, ਮੌਕਾ ਨਹੀਂ ਮਿਲੇਗਾ। ਤੁਸੀਂ ਜਵਾਬ ਗਲਤ ਦੇ ਗਏ ਹੋ, ਪਾਸ ਹੈ। F
ਨਾਨਕ ਹਰ ਨੂੰ ਗਾਏ ਲੈ ਛੱਡ। ਸੌਰੀ, ਏ ਟੀਮ, ਬੀ ਟੀਮ ਇੰਨਾ ਸਮਾਂ ਨਹੀਂ ਹੋਏਗਾ ਨਾ, 15 ਸਕਿੰਟ ਇੱਥੇ ਨਹੀਂ ਹੋਣਗੇ। ਸੀ ਟੀਮ ਬਲ ਛਟਕਿਓ ਬੰਧਨ ਆ ਲੈ ਗਏ ਜੀ, ਬਲ ਛੁੱਟ ਕੇ ਹੋ, ਤੁਸੀਂ ਉਲਟ ਕਹਿ ਗਏ ਸੀ, ਬਲ ਛੁੱਟ ਕੇ ਹੋ, ਆਤਮ ਬਲ ਛੁੱਟ ਜਾਂਦਾ ਬੰਦੇ ਦਾ। ਮੈਂ ਕਿਹਾ ਦੇਖੋ ਕਿੱਡਾ ਮੈਂ ਕਲੂ ਦਿੱਤਾ ਹੈ ਕਿ ਕੀ ਚੀਜ਼ ਛੁੱਟ ਜਾਂਦੀ ਹੈ ਕਿ ਬੰਦਾ ਬੰਧਨਾਂ 'ਚ ਫਸ ਜਾਂਦਾ ਹੈ। ਕੀ ਸੀਗਾ? ਬਲ ਛੁੱਟ ਕੇ ਹੋ, ਬੰਧਨ ਭਰਿਓ, ਇਹੀ ਹੈ ਨਾ। ਆਤਮ ਬਲ ਛੁੱਟ ਗਿਆ ਤੇ ਬੰਦਾ ਬੰਧਨਾਂ ਦੇ ਵਿੱਚ ਫਸ ਜਾਂਦਾ ਹੈ, ਜਿਹਦੇ ਕਰਕੇ ਜੀਵਨ ਅਕਾਰਥ ਚਲਾ ਜਾਂਦਾ ਹੈ। ਆਖਰੀ ਸਵਾਲ ਐਫ ਟੀਮ ਦਾ, ਆਖਰੀ ਸਵਾਲ ਜੀ। ਕੋਈ ਨਹੀਂ ਜੀ, ਆਪਾਂ ਕਰਦੇ ਪਏ ਹਾਂ ਜੀ। ਐਫ ਟੀਮ, ਬੰਦਾ ਨਾ ਜ਼ਿੰਦਗੀ, ਆਖਰੀ ਸਵਾਲ ਹੈ, ਬੰਦਾ ਜ਼ਿੰਦਗੀ 'ਚ ਬਹੁਤ ਵਾਰੀ ਘਬਰਾ ਜਾਂਦਾ ਹੈ ਜਦੋਂ ਚਾਰੇ ਪਾਸੇ ਜਾਲ ਬੁਣਨ ਵਾਲੇ ਬਹੁਤ ਜ਼ਿਆਦਾ ਲੋਕ ਹੋਣ, ਡੁਲਾਉਣ ਵਾਲੀਆਂ ਚੀਜ਼ਾਂ ਬਹੁਤ ਸਾਰੀਆਂ ਹੋਣ, ਉਦੋਂ ਬੰਦਾ ਡੋਲਦਾ ਹੈ। ਪਰ ਗੁਰੂ ਨਿਰਾਸ਼ ਨਹੀਂ ਹੋਣ ਦਿੰਦਾ। ਸ਼ਲੋਕਾਂ 'ਚ ਗੁਰੂ ਸਾਹਿਬ ਨਿਰਾਸ਼ ਨਹੀਂ ਹੋਣ ਦਿੰਦੇ ਇਹੋ ਜਿਹੇ ਬੰਦੇ ਦੀ। ਆਪਾਂ ਸਾਰੇ ਡੋਲਦੇ ਹਾਂ। ਬੰਧਨਾਂ 'ਚੋਂ ਨਿਕਲਣ ਦੀ ਜੁਗਤ ਵੀ ਗੁਰੂ ਦੱਸਦਾ ਹੈ। ਉਹ ਕਿਹੜੀ ਜੁਗਤ ਹੈ? ਪਰੇਸ਼ਾਨੀਆਂ ਚੋਂ, ਮੁਸੀਬਤਾਂ ਤੋਂ ਨਿਕਲਣ ਦੀ ਜੁਗਤ ਦੱਸ ਰਹੇ ਨੇ ਪੰਡਤ ਲੋਕ ਨਾ। ਉਪਾਅ ਕਰਦੇ ਹੁੰਦੇ ਸੀ। ਸਮਾਂ ਹੋ ਗਿਆ। ਏ ਟੀਮ ਪਾਸ ਹੈ। ਬੀ ਟੀਮ ਕਲ ਹੋਵਾ ਬੰਧਨ ਛੁਟੈ ਸਭ ਕਿਛ ਹੋਤ ਉਪਾਏ। ਹੋ ਗਿਆ ਉਪਾਅ ਜੀ। ਇੱਕ ਅੰਕ ਇਹਨਾਂ ਨੂੰ ਵੀ ਦੇ ਦਿਓ ਜੀ, ਉਪਾਅ ਹੋ ਗਿਆ ਇੱਥੇ ਵੀ। ਬਲ ਹੋਵਾ ਬੰਧਨ ਛੁਟੈ, ਦੋ ਸ਼ਲੋਕ ਇਕੱਠੇ ਸੀ। ਬਲ ਛੁੱਟ ਕੇ ਉਹ ਬੰਧਨ ਭਰਿਓ। ਕਿਵੇਂ ਨਿਕਲਣਾ ਹੈ? ਬਲ ਹੋਵਾ ਬੰਧਨ ਛੁੱਟੈ। ਇੱਕ ਗੱਲ ਸਮਝ ਲਈਏ, ਲਾਸਟ ਵਿੱਚ ਮੈਂ ਬੇਨਤੀ ਕਰਦੇ ਆਖਰ ਦੇ ਵਿੱਚ, ਗੁਰੂ ਸਾਹਿਬ ਇੱਥੇ ਸਮਝਾਉਣਾ ਚਾਹੁੰਦੇ ਨੇ, ਸਾਰੇ ਪਲੀਜ਼ ਧਿਆਨ ਦਿਓ। ਕਹਿੰਦੇ ਜੇ ਤੂੰ ਨਿਰਬਲ ਹੋ ਗਿਆ, ਜੇ ਤੂੰ ਮੁਸੀਬਤਾਂ ਸਾਹਮਣੇ, ਵਿਕਾਰਾਂ ਸਾਹਮਣੇ ਹਾਰ ਗਿਆ, ਤੇਰੇ ਕੋਲੋਂ ਛੱਡੀਆਂ ਨਹੀਂ ਜਾ ਰਹੀਆਂ, ਤੇ ਕਹਿੰਦੇ ਫਿਰ ਘਬਰਾ ਕਿਉਂ ਰਹੇ ਹੈ? ਬਲਵਾਨ ਦਾ ਆਸਰਾ ਲੈ ਲੈ, ਤੇਰੇ ਕੋਲ ਬਲ ਦੇਣਾ ਹੈ। ਤੂੰ ਬਲਵਾਨ ਦਾ ਆਸਰਾ ਲੈ। ਇੱਕ ਅਰਦਾਸ ਕਰ, ਕਿਹੜੀ? ਜਿਹੜੀ ਪਿਛਲੇ ਸ਼ਲੋਕ ਕੀਤੀ ਸੀ, ਕਹੋ ਨਾਨਕ ਅਬ ਓਟ ਹਰ। ਹੁਣ ਤੇਰੀ, ਤੁਹਾਡਾ ਹੀ ਆਸਰਾ ਹੈ ਜੀ, ਮੇਰੇ ਕੋਲੋਂ ਕੁਝ ਨਹੀਂ ਹੋ ਰਿਹਾ। ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਜਦੋਂ ਇਸ ਤਰ੍ਹਾਂ ਤੈਨੂੰ ਅਰਦਾਸ ਕਰਨੀ ਆ ਗਈ ਨਾ, ਇਸ ਤਰੀਕੇ ਨਾਲ ਕਿ ਕਹੋ ਨਾਨਕ ਅਬ ਓਟ ਹਰ, ਇਹਨੂੰ ਮਹਿਸੂਸ ਕਰਕੇ ਦੇਖਿਆ ਜੀ ਕਿ ਤੁਹਾਡਾ ਹੀ ਆਸਰਾ ਹੈ ਜੀ। ਤੇ ਜਦੋਂ ਇਸ ਤਰ੍ਹਾਂ ਅਰਦਾਸ ਕਰਨੀ ਆ ਗਈ, ਕਹਿੰਦੇ ਉਦੋਂ ਜੀਵਨ ਦੇ ਹਾਲਾਤ ਬਦਲ ਜਾਂਦੇ ਹੈ। ਉਦੋਂ ਕਹਿੰਦੇ ਇੱਕ ਪਲ ਵੀ ਨਹੀਂ ਲੱਗਦਾ, ਇੱਕ ਪਲ ਵੀ ਨਹੀਂ ਲੱਗਦਾ ਨਿਰਬਲ ਨੂੰ ਬਲ ਮਿਲਦਿਆਂ, ਸ਼ਕਤੀ ਮਿਲਦਿਆਂ। ਤੇਰੇ ਸਾਰੇ ਜਾਲ ਟੁੱਟ ਜਾਣਗੇ, ਸਾਰੇ ਜਾਲ ਟੁੱਟ ਜਾਣਗੇ, ਸਾਰੇ ਉਪਾਅ ਤੇਰੇ ਹੱਥ 'ਚ ਆ ਜਾਣਗੇ। ਸਾਨੂੰ ਫਿਰ ਕਿਸੇ ਪੰਡਤ ਕੋਲ ਜਾਣ ਦੀ ਲੋੜ ਨਹੀਂ ਹੈ ਉਪਾਅ ਕਰਾਉਣ ਲਈ। ਇੱਕ ਆਸਰਾ ਲੈ, ਕਹੋ ਨਾਨਕ ਓਟ ਹਰ। ਪਰ ਇੱਕ ਯਾਦ ਰੱਖਿਓ ਕਿ ਜਦੋਂ ਇਸ ਤਰ੍ਹਾਂ ਤੇਰੇ ਕੋਲੇ ਬਲ ਆ ਜੇ, ਤੇਰੇ ਜੰਜਾਲ ਟੁੱਟ ਜਾਣ, ਫਿਰ ਇਹ ਨਾ ਕਹੀਂ, ਕਦੇ ਵੀ ਇਹ ਨਾ ਸੋਚੀ ਕਿ ਮੈਂ ਕੀਤਾ। ਉਸ ਵੇਲੇ ਇੱਕ ਗੱਲ ਕਹਿਣਗੇ ਜਿਹੜੀ ਇਸ ਸ਼ਲੋਕ ਦੇ ਵਿੱਚ ਕਹੀ ਹੈ ਉਹਨਾਂ ਨੇ, ਜਦੋਂ ਤੇਰੇ ਉਪਾਵਾਂ 'ਚ ਸ਼ਕਤੀ ਆ ਜੇ, ਉਦੋਂ ਇੱਕ ਗੱਲ ਕਹੀ ਕਿ ਨਾਨਕ ਸਭ ਕੁਛ ਤੁਮਰੇ ਹਾਥ ਮੇਂ, ਸਭ ਕੁਛ ਤੁਮਰੇ ਹਾਥ, ਸਭ ਕੁਛ ਤੁਹਾਡੇ ਹੱਥ 'ਚ ਹੀ ਹੈ, ਮੇਰੇ ਵੱਸ ਕੁਝ ਵੀ ਨਹੀਂ ਹੈ। ਸੋ ਇਸ ਤੋਂ ਪਹਿਲਾਂ ਕਿ ਮੈਂ ਸਮਾਪਤੀ ਕਰਾਂ, ਮੈਨੂੰ ਪਤਾ ਨਹੀਂ ਪੋਜੀਸ਼ਨ ਕੀ ਹੈ, ਮੈਂ ਵੀਰ ਜੀ ਨੂੰ ਕਹਾਂਗਾ ਕਿ ਅੰਕ ਬੋਲ ਦੇਣ ਜੀ, ਕਿੰਨੇ ਕਿੰਨੇ ਅੰਕ ਦੀ ਟੀਮਾਂ ਦੇ ਡਿਸੀਜਨ ਹੋ ਗਿਆ ਹੈ ਕਿ ਮੈਨੂੰ ਕਰਨਾ ਪਏਗਾ ਜੀ। ਅੰਕ ਬੋਲੋ ਜੀ ਪਹਿਲਾਂ। ए टीम 9 स्कोर जी, बी टीम 17 अंक, सी टीम 13 अंक, डी टीम 13 अंक, ई टीम 13 अंक, एफ टीम 12 अंक। ਨਵਨੀਤ ਸਿੰਘ ਇੱਕ ਵਾਰੀ ਮੇਰੇ ਨੇੜੇ ਆ ਜਾਂਦੀ, ਇੱਕ ਵਾਰੀ ਹੁਣ ਆਪਾਂ ਇੱਕ ਰਾਊਂਡ ਨਹੀਂ ਲਾਉਣਾ। ਬਸ 3 ਟੀਮਾਂ ਨੇ ਜਿਹਨਾਂ ਫਸਟ ਟੀਮ ਡਿਸਾਈਡਡ ਹੈ। ਫਸਟ ਟੀਮ ਕਿਹੜੀ ਹੈ ਜੀ? ਬੀ ਟੀਮ। ਕਲੈਪਿੰਗ ਕਰ ਦਿਓ ਇਹਨਾਂ ਲਈ ਜੀ। ਫਸਟ ਟੀਮ, ਫਸਟ ਡਿਸੀਜਨ ਹੋ ਗਿਆ। ਬੀ, ਸੀ ਤੇ ਡੀ 3 ਟੀਮਾਂ ਨੇ। ਸੀ ਡੀ ਤੇ ਈ, ਸੀ ਡੀ ਤੇ ਈ ਹੈ ਨਾ 3। ਬਸ ਇਹਨਾਂ ਚੋਂ ਸੈਕੰਡ ਥਰਡ ਡਿਸਾਈਡ ਹੋ ਜਾਣਾ। ਓਕੇ, ਤੁਸੀਂ ਆਏ ਕਰੋ ਜੀ। ਸੀ ਆਪਣਾ ਬਜ਼ਰ ਚਲਾ ਕੇ ਦੇਖੋ, ਚੱਲਦਾ ਜੀ? ਹੁਣ ਦੁਬਾਰਾ ਨਾ ਨੱਪਿਓ ਪਲੀਜ਼, ਹੈ ਨਾ? ਤੁਸੀਂ ਨੱਪੋ ਜੀ, ਤੁਹਾਡਾ ਵੀ ਚੱਲ ਰਿਹਾ ਜੀ, ਚੱਲ ਰਿਹਾ। ਦੱਸ ਦਿਓ ਇਹਨਾਂ ਨੂੰ, ਇੱਕ ਪਾਸੇ ਮੈਂ ਕਰ ਪਾਉਂਗਾ ਇਹਨੂੰ, ਹੈ ਨਾ? ਤੁਸੀਂ ਕਰੋ ਜੀ, ਤੁਹਾਡਾ ਵੀ ਚੱਲ ਰਿਹਾ ਜੀ, ਠੀਕ ਹੈ? ਹੁਣ ਤੁਹਾਡਾ ਬਜ਼ਰ ਰਾਊਂਡ ਹੈ। ਮੈਂ ਕੁਝ ਪੁੱਛਣ ਲੱਗਿਆ ਸਵਾਲ, ਹੁਣ ਪਲੀਜ਼ ਪ੍ਰੈਸ ਨਾ ਕਰਿਓ ਪਲੀਜ਼, ਹੈ ਨਾ? ਹੁਣ ਨਾ ਕਰੋ, ਹੋ ਜਾਂਦਾ, ਬੜਾ ਸੈਂਸਿਟਿਵ ਹੈਗਾ, ਹੈ ਨਾ? ਉਹ ਜਿਵੇਂ ਲਾਸਟ ਬਾਲ ਤੇ 5 ਰਨ ਰਹਿੰਦੇ ਹੋਣ ਨਾ, ਹੁਣ ਐਂ ਹੋ ਗਿਆ।
ਹੁਣ ਮੈਂ ਵੀ ਸੋਚਿਆ ਮੈਂ ਕੀ ਪੁੱਛਾਂ। ਚਲੋ ਮੈਂ ਤੁਸੀਂ ਇੱਕ ਸ਼ਲੋਕ ਦੱਸਣਾ ਹੋਊਗਾ ਹੁਣ, ਮੈਂ ਉਹਦਾ ਹਿੰਟ ਦੇਣ ਲੱਗਿਆ ਸ਼ਲੋਕ ਦਾ। ਜਿਹਨੇ ਪਹਿਲਾਂ ਪ੍ਰੈਸ ਕੀਤਾ ਉਹ ਸਟੇਬਲ ਹੋ ਜਾਏਗੀ ਲਾਈਟ, ਦੂਜੀ ਬਲਿੰਕ ਕਰੇਗੀ, ਠੀਕ ਹੈ। ਹੁਣ ਤੁਸੀਂ ਰਿਸਕ ਕਿੰਨਾ ਲੈਣਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਭਾਵੇਂ ਸਵਾਲ ਪੁੱਛਦੇ ਆ ਤੁਸੀਂ ਪ੍ਰੈਸ ਕਰ ਦੋਗੇ ਤਾਂ ਮੈਨੂੰ ਕੋਈ ਸਮੱਸਿਆ ਨਹੀਂ, ਪਰ ਤੁਹਾਡੇ 2 ਮਾਈਨਸ ਵੀ ਹੋ ਸਕਦੇ ਉਸ ਨਾਲ ਦੇ। ਓਕੇ, ਸਾਰੇ ਪਲੀਜ਼ ਧਿਆਨ ਦਿਓ ਜੀ। ਕਿੰਨਾਂ ਦੇ ਮੱਥੇ ਦੇ ਭਾਗ ਚੰਗੇ ਹੈ? ਇਹ ਪ੍ਰੈਸ ਕੀਤਾ ਹੈ ਜੀ ਈ ਟੀਮ ਨੇ ਪਹਿਲਾਂ, ਦੂਜੀ ਬਲਿੰਕ ਕਰ ਰਹੀ ਹੈ, ਦੱਸੋ ਜੀ। ਸੈਕੰਡ ਟੀਮ ਡਿਸਾਈਡ ਹੋਗੀ ਜੀ, ਸੈਕੰਡ ਟੀਮ ਡਿਸਾਈਡ। ਮੈਂ ਸ਼ਲੋਕ ਬੋਲ ਦੇਣਾ ਹੈ। ਜਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾ, ਕਹੋ ਨਾਨਕ ਸੁਨਰੇ ਮਨ ਤਹ ਨਰ ਮਾਥੇ ਭਾਗ। ਲਓ ਜੀ, ਹੁਣ ਰਹਿ ਗਈਆਂ ਤੁਸੀਂ ਸੀ ਤੇ ਡੀ, ਹੋ ਗਿਆ ਜੀ, ਸੀ ਤੇ ਡੀ ਰਹਿ ਗਏ ਨੇ ਜੀ। ਕਾਇਮ ਹੋ, ਤਿਆਰ ਹੋ? ਹੁਣ ਤਾਂ ਜੰਮਣ ਮਰਨ ਦਾ ਸਵਾਲ ਹੋ ਗਿਆ। ਓਕੇ, ਮੈਂ ਕੋਈ ਸ਼ਬਦ ਬੋਲਣ ਲੱਗਿਆ, ਬੋਲਣ ਤੋਂ ਪਹਿਲਾਂ ਪ੍ਰੈਸ ਨਾ ਕਰੋ ਪਲੀਜ਼, ਬੋਲਣ ਤੋਂ ਬਾਅਦ ਹੀ ਕਰਨਾ, ਠੀਕ ਹੈ। ਮੈਂ ਬੋਲਦੇ ਕਰ ਦਿਓ ਭਾਵੇਂ। ਤੁਸੀਂ ਉਸ ਸ਼ਬਦ ਦਾ ਅਰਥ ਦੱਸ ਦਿਓ ਮੈਨੂੰ ਵੀ ਉਸ ਸ਼ਬਦ ਦਾ ਅਰਥ ਕੀ ਹੈ, ਠੀਕ ਹੈ। ਭੀਤ, ਭੀਤ ਇਹ ਪ੍ਰੈਸ ਕੀਤਾ ਜੀ ਪਹਿਲਾਂ ਸੀਟੀ। ਹਾਂਜੀ, ਕੰਧ ਜੀ, ਬਿਲਕੁਲ ਠੀਕ ਹੈ ਜੀ। ਛੇ ਦੀਆਂ 6 ਟੀਮਾਂ ਬਹੁਤ ਵਧੀਆ ਖੇਡੀਆਂ, ਬਹੁਤ ਹੀ ਵਧੀਆ ਖੇਡੀਆਂ। ਅਸੀਂ 6 ਟੀਮਾਂ ਨੂੰ ਹੀ ਆਨਰ ਕਰਾਂਗੇ, ਫਸਟ ਸੈਕੰਡ ਥਰਡ ਨੂੰ ਵੀ ਆਨਰ ਕਰਾਂਗੇ, ਤੇ ਜਿਹੜੀਆਂ ਬਾਕੀ 3 ਟੀਮਾਂ ਰਿਟਰਨ ਚੋਂ ਅੱਗੇ ਆਈਆਂ ਨੇ ਉਹਨਾਂ ਨੂੰ ਵੀ ਅਸੀਂ ਇੱਥੇ ਆਨਰ ਕਰਾਂਗੇ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੈਠੇ